करा सर शुरू? You can start, ma'am. Okay sir, thank you. Welcome all, मैं ਦਲਜੀਤ ਕੌਰ ਅੱਜ ਦੇ ਆਪਣੇ ਸੈਸ਼ਨ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦੀ ਹਾਂ। ਮੈਂ ਜਿਵੇਂ ਸਰਫੇਸ ornamentation ਦੀ ਇੰਸਟ੍ਰਕਟਰ, ਅੱਜ ਮੇਰਾ ਟੌਪਿਕ ਜੋ ਤੁਹਾਡੇ ਲਈ ਹੈਗਾ ਹੈ ਉਹ ਹੈ zigzag machines and embroidery। ਮਤਲਬ ਕਿ zigzag machines ਕੀ ਹੁੰਦੀਆਂ ਹੈ, ਕਿੰਨੇ ਤਰ੍ਹਾਂ ਦੀਆਂ ਹੁੰਦੀਆਂ ਹੈ, ਕਿਸ ਤਰ੍ਹਾਂ ਦਾ ਅਸੀਂ ਉਹਨਾਂ ਤੋਂ ਕੰਮ ਲੈ ਸਕਦੇ ਹਾਂ, ਕਿਹੜਾ ਕਿਹੜਾ ਕੰਮ ਕਰ ਸਕਦੇ ਹਾਂ ਔਰ ਕਿੰਨੇ ਤਰ੍ਹਾਂ ਕਿਵੇਂ ਕਢਾਈ ਨੂੰ ਇਸਤੇਮਾਲ ਕਰ ਸਕਦੇ ਹਾਂ। ਜਿਵੇਂ ਕਿ ਹੁਣ zigzag embroidery machine ਕੀ ਹੈਗੀ ਹੈ? ਮਸ਼ੀਨ ਉਹ ਪ੍ਰਕਿਰਿਆ ਹੈ ਜਿਹਦੇ ਨਾਲ ਅਸੀਂ ਕੱਪੜੇ ਨੂੰ ਸਟਿਚ ਕਰਦੇ ਹਾਂ, ਹੈ ਨਾ। ਮਸ਼ੀਨਸ ਕਾਹਦੇ ਲਈ ਯੂਜ਼ ਹੁੰਦੀਆਂ ਨੇ? zigzag embroidery machine ਕਿਉਂ ਯੂਜ਼ ਹੁੰਦੀਆਂ ਨੇ? ਕਿਉਂਕਿ ਜਿੱਥੇ ਅਸੀਂ ਕੱਪੜਿਆਂ ਦੇ ਉੱਪਰ ਕਢਾਈ ਕਰਦੇ ਹਾਂ, ਹੈ ਨਾ, ਕੋਈ ਪੈਟਰਨ ਬਣਾਉਂਦੇ ਹਾਂ, ਯਾਨੀ ਕਿ ਮਸ਼ੀਨ ਨੂੰ ਪੈਟਰਨ ਬਣਾਉਣ ਦੇ ਲਈ ਅਸੀਂ zigzag machine ਦਾ ਇਸਤੇਮਾਲ ਕਰਦੇ ਹਾਂ। ਠੀਕ ਹੈ, ਕਢਾਈ ਵਾਲੀ ਮਸ਼ੀਨ ਹੁੰਦੀ ਹੈ ਇਹ। ਔਰ ਅਸੀਂ ਅਗਰ zigzag machine by foot ਕਰ ਰਹੇ ਹਾਂ ਤਾਂ ਸਾਨੂੰ ਕਿਸ ਦੀ ਲੋੜ ਹੁੰਦੀ ਹੈ? ਫੁੱਟਸ ਦੀ। ਬਟ ਜੇ ਅਸੀਂ ਉਹਨੂੰ ਐਮਬਰਾਇਡਰੀ ਦੇ ਤੌਰ ਤੇ ਯੂਜ਼ ਕਰ ਰਹੇ ਹਾਂ ਤਾਂ ਸਾਨੂੰ ਕੀ ਯੂਜ਼ ਕਰਨ ਦੀ ਲੋੜ ਪੈਂਦੀ ਹੈ? ਹੂਪਸ। ਹੂਪਸ ਮਤਲਬ ਫਰੇਮ। ਠੀਕ ਹੈ, ਜੇ ਤਾਂ ਅਸੀਂ ਉਹਨੂੰ ਐਮਬਰਾਇਡਰੀ ਮਸ਼ੀਨ ਦੇ ਤੌਰ ਤੇ ਕਢਾਈ ਕਰਨ ਲਈ ਯੂਜ਼ ਕਰ ਰਹੇ ਹਾਂ ਤਾਂ ਅਸੀਂ ਫਰੇਮਿੰਗ ਯੂਜ਼ ਕਰਦੇ ਹਾਂ, ਫਰੇਮ ਵਿੱਚ ਕੱਪੜਾ ਕੱਸ ਕੇ ਤਾਂ ਉਹਦੇ ਉੱਪਰ ਐਮਬਰਾਇਡਰੀ ਕਰਦੇ ਹਾਂ। ਪਰ ਜੇ ਅਸੀਂ ਕੱਪੜੇ ਦੇ ਉੱਪਰ ਡਿਜ਼ਾਈਨਿੰਗ ਤੌਰ ਤੇ zigzag ਦਾ ਕੰਮ ਕਰ ਰਹੇ ਹਾਂ ਤਾਂ ਸਾਨੂੰ ਉਹਦੇ ਫੁੱਟਸ ਚਾਹੀਦੇ ਹੁੰਦੇ ਆ। ਠੀਕ ਹੈ, ਔਰ zigzag ਮਸ਼ੀਨ ਦੇ ਨਾਲ ਅਸੀਂ ਦੋਨੋਂ ਤਰ੍ਹਾਂ ਦਾ ਕੰਮ ਲੈ ਸਕਦੇ ਹਾਂ, ਸਟਿਚਿੰਗ ਦਾ ਵੀ ਲੈ ਸਕਦੇ ਹਾਂ ਔਰ ਕਢਾਈ ਦਾ ਵੀ ਲੈ ਸਕਦੇ ਹਾਂ, ਡੈਕੋਰੇਸ਼ਨ ਦਾ ਵੀ ਲੈ ਸਕਦੇ ਹਾਂ। ਉਸ ਤੋਂ ਬਾਅਦ ਨੈਕਸਟ ਆਉਂਦਾ ਹੈ zigzag ਮਸ਼ੀਨ 'ਚ ਜੋ ਸਮਾਨ ਸਾਡਾ ਵਰਤਿਆ ਜਾਂਦਾ ਹੈ। ਹੁਣ ਕੀ ਵਰਤਿਆ ਜਾਂਦਾ ਹੈ zigzag ਮਸ਼ੀਨ ਦੇ ਵਿੱਚ? ਜਿਵੇਂ ਸਭ ਤੋਂ ਪਹਿਲਾਂ ਸਾਨੂੰ ਚਾਹੀਦੀਆਂ ਮਸ਼ੀਨ ਨੀਡਲਸ, ਮਸ਼ੀਨ ਥ੍ਰੈਡਸ, ਆਇਲ, ਹੈ ਨਾ, ਰੀਲਾਂ, ਮਸ਼ੀਨ ਦੀ ਕਢਾਈ ਦੀਆਂ ਰੀਲਾਂ, ਸਿੰਪਲ ਰੀਲ ਅਲੱਗ ਤੋਂ, ਕਢਾਈ ਰੀਲ ਅਲੱਗ ਤੋਂ, ਬੋਬਿਨ, ਬੋਬਿਨ ਕੇਸ ਯਾਨੀ ਕਿ ਡੱਬੀ ਫਿਰਕੀ, ਕਲੋਥ ਫਰੇਮ, ਓਵਰਲੌਕ ਥ੍ਰੈਡ ਕੋਨ, ਸੀਜ਼ਰ। ਇਹ ਸਾਰਾ ਮਟੀਰੀਅਲ ਸਾਨੂੰ ਕੀ ਹੈ, ਜਦੋਂ ਅਸੀਂ ਐਮਬਰਾਇਡਰੀ ਮਸ਼ੀਨ ਦੇ ਉੱਪਰ ਕੰਮ ਕਰਨਾ ਹੈ ਤਾਂ ਸਾਨੂੰ ਇਹ ਮਸ਼ੀਨ ਤੇ ਸਮਾਨ ਦੀ ਲੋੜ ਪਏਗੀ। ਹੁਣ ਜਿਵੇਂ ਸਭ ਤੋਂ ਪਹਿਲਾਂ ਕਿਹੜਾ ਸਮਾਨ ਵਰਤਿਆ ਜਾਂਦਾ ਹੈ? ਮਸ਼ੀਨ ਦੀਆਂ ਸੂਈਆਂ। ਹੁਣ ਜਦੋਂ ਸੂਈਆਂ ਦੇਖ ਲਓ ਦੋ ਤਰ੍ਹਾਂ ਵਿੱਚ ਆਉਂਦੀਆਂ ਨੇ, ਹੈ ਨਾ। ਕਢਾਈ ਦੀ ਸੂਈ ਅਲੱਗ ਹੁੰਦੀ ਹੈ ਔਰ ਸਿੰਪਲ ਮਸ਼ੀਨ ਦੀ ਸੂਈ ਅਲੱਗ ਹੁੰਦੀ ਹੈ। ਠੀਕ ਹੈ, ਔਰ ਜਦੋਂ ਅਸੀਂ ਸੂਈ ਯੂਜ਼ ਕਰਨੀ ਹੈ ਤਾਂ ਸੂਈ ਹਮੇਸ਼ਾ ਅਸੀਂ ਕੀ ਕਰਨੀ ਹੈ? ਚੰਗੀ ਕੁਆਲਿਟੀ ਦੀ ਯੂਜ਼ ਕਰਨੀ ਹੈ, ਸੂਈ ਹਮੇਸ਼ਾ ਚੰਗੀ ਕੁਆਲਿਟੀ। ਔਰ ਜੋ ਔਰਗਨ ਦੀ ਸੂਈ ਆ ਉਹ ਬੈਸਟ ਹੈ। ਠੀਕ ਹੈ, ਬੇਸ਼ੱਕ ਥੋੜੀ ਮਹਿੰਗੀ ਹੁੰਦੀ ਹੈ ਬਟ ਕੀ ਹੈ, ਜਲਦੀ ਟੁੱਟਦੀ ਨਹੀਂ ਹੈਗੀ ਔਰ ਵਧੀਆ ਹੈ, ਹਰ ਤਰ੍ਹਾਂ ਦਾ ਕੱਪੜੇ ਨੂੰ ਕੈਚ ਕਰਦੀ ਹੈ ਔਰ ਵਧੀਆ ਚੱਲਦੀ ਹੈ। ਇਸ ਕਰਕੇ ਸਾਨੂੰ ਕੀ ਹੈ, ਔਰਗਨ ਦੀ ਸੂਈ ਹਮੇਸ਼ਾ ਇਸਤੇਮਾਲ ਕਰਨੀ ਚਾਹੀਦੀ ਹੈ ਮਸ਼ੀਨ ਦੇ ਕੰਮ ਲਈ। ਉਸ ਤੋਂ ਬਾਅਦ ਨੈਕਸਟ ਆਉਂਦਾ ਹੈ ਸਾਡੇ ਕੋਲ ਸਿਲਾਈ ਮਸ਼ੀਨ ਦਾ ਧਾਗਾ। ਹੁਣ ਸਿਲਾਈ ਮਸ਼ੀਨ ਤੇ ਜਦੋਂ ਅਸੀਂ ਕੰਮ ਕਰਦੇ ਹਾਂ ਤਾਂ ਸਿੰਪਲ ਥ੍ਰੈਡ ਚਲਾਉਂਦੇ ਹਾਂ, ਹੈ ਨਾ, ਸਿੰਪਲ ਥ੍ਰੈਡ ਨਾਲ ਕੰਮ ਕਰਦੇ ਹਾਂ। ਜਦੋਂ ਅਸੀਂ zigzagging ਵੀ ਕਰਦੇ ਹਾਂ ਨਾ, ਅਸੀਂ ਕਿਸੇ ਵੇਲੇ ਜਦੋਂ ਉੱਪਰ ਕੱਪੜਿਆਂ ਦੇ ਵਿੱਚ ਜੋੜ ਪਾ ਰਹੇ ਹਾਂ, ਫਿਗਾਟਿੰਗ ਕਰ ਰਹੇ ਹਾਂ ਜਾਂ ਕੁਝ ਵੀ ਡਿਜ਼ਾਈਨਿੰਗ ਕਰ ਰਹੇ ਹਾਂ, ਪੀਕੋ ਕਰ ਰਹੇ ਹਾਂ ਤਾਂ ਅਸੀਂ ਸਿੰਪਲ ਰੀਲ ਨੂੰ ਇਸਤੇਮਾਲ ਕਰ ਸਕਦੇ ਹਾਂ, ਹੈ ਨਾ। zigzagging ਕਰਦੇ ਸਮੇਂ ਅਸੀਂ ਕੀ ਹੈ, ਸਿੰਪਲ ਰੀਲ ਦਾ ਵੀ ਇਸਤੇਮਾਲ ਕਰ ਸਕਦੇ ਹਾਂ, ਜਿਹਦੇ ਨਾਲ ਕੀ ਹੈ ਅਸੀਂ ਕੱਪੜਿਆਂ ਨੂੰ ਫਿਨਿਸ਼ ਵੀ ਕਰ ਸਕਦੇ ਹਾਂ, ਡਿਜ਼ਾਈਨਿੰਗ ਵੀ ਕਰ ਸਕਦੇ ਹਾਂ। ਉਸ ਤੋਂ ਬਾਅਦ ਨੈਕਸਟ ਆਉਂਦਾ ਹੈ ਮਸ਼ੀਨ ਦਾ ਤੇਲ। ਹੁਣ ਮਸ਼ੀਨ ਦਾ ਤੇਲ ਆਪਾਂ ਨੂੰ ਜਦੋਂ ਵੀ ਹੁਣ ਕੰਮ ਕਰਨਾ ਹੈ ਮਸ਼ੀਨ ਨੂੰ ਤੇਲ ਦੇਣਾ ਪਊਗਾ। ਜੇ ਤੇਲ ਨਹੀਂ ਦਵਾਂਗੇ ਕੀ ਹੋਏਗਾ? ਮਸ਼ੀਨ ਭਾਰੀ ਚੱਲੇਗੀ, ਹੈ ਨਾ। ਭਾਰੀ ਨਾ ਚੱਲੇ ਤਾਂ ਉਹਦੇ ਲਈ ਕੀ ਹੈ, ਸਾਨੂੰ ਉਹਨੂੰ ਤੇਲ ਦੇਣਾ ਪੈਣਾ। ਔਰ ਤੇਲ ਹਮੇਸ਼ਾ ਅਸੀਂ ਕੀ ਕਰਾਂਗੇ? ਤੇਲ ਹਮੇਸ਼ਾ ਚੰਗੀ ਕੁਆਲਿਟੀ ਦਾ ਦੇਣਾ। ਹੋ ਸਕੇ ਜਿਹੜੀ ਕੰਪਨੀ ਦੀ ਮਸ਼ੀਨ ਅਸੀਂ ਯੂਜ਼ ਕਰ ਰਹੇ ਹਾਂ ਨਾ ਉਹ ਕੰਪਨੀ ਦਾ ਤੇਲ ਦੇਣਾ ਚਾਹੀਦਾ। ਅਗਰ ਬਾਈ ਚਾਂਸ ਉਹ ਸਾਡੇ ਕੋਲ ਨਹੀਂ ਅਵੇਲੇਬਲ ਹੈਗਾ ਤਾਂ ਸਿੰਗਲ ਕੰਪਨੀ ਦਾ ਬੈਸਟ ਤੇਲ ਹੈ ਜੋ ਕਿ ਅਸੀਂ ਮਸ਼ੀਨ ਨੂੰ ਦੇ ਸਕਦੇ ਹਾਂ, ਹੈ ਨਾ। ਔਰ ਇੱਕ ਕੀ ਹੈ, ਲੌਂਗ ਟਾਈਮ ਤੱਕ ਮਸ਼ੀਨ ਨੂੰ ਪ੍ਰੋਟੈਕਟ ਕਰਕੇ ਰੱਖਦਾ ਹੈ, ਉਹਦੇ ਪਾਰਟਸ ਕੱਸਦੇ ਨਹੀਂ ਹੈ ਤੇਲ ਦੇਣ ਨਾਲ। ਠੀਕ ਹੈ, ਜਦੋਂ ਮਸ਼ੀਨ ਨੂੰ ਤੇਲ ਦਿੰਦੇ ਆ ਪਾਰਟਸ ਨਹੀਂ ਜਲਦੀ ਕੱਸਦੇ ਆ ਔਰ ਮਸ਼ੀਨ ਦੀ ਜੋ ਉਮਰ ਆ ਵੱਧ ਜਾਂਦੀ ਹੈ। ਉਸ ਤੋਂ ਬਾਅਦ ਆਉਂਦਾ ਹੈ ਥ੍ਰੈਡ, ਜਿਹੜਾ ਮਸ਼ੀਨ ਦੀ ਕਢਾਈ ਵਾਸਤੇ ਅਸੀਂ ਥ੍ਰੈਡ ਵਰਤਦੇ ਹਾਂ। ਹੁਣ ਅਸੀਂ ਮਸ਼ੀਨ ਦੀ ਕਢਾਈ ਕਰ ਰਹੇ ਹਾਂ, ਕਢਾਈ ਲਈ ਤਾਂ ਸਾਨੂੰ ਥ੍ਰੈਡਸ ਚਾਹੀਦੇ ਹੋਣਗੇ, ਹੈ ਨਾ। ਔਰ ਇਹ ਜਿਹੜੇ ਮਸ਼ੀਨ ਦੇ ਉੱਪਰ ਕਢਾਈ ਟਾਈਮ ਥ੍ਰੈਡਸ ਕੰਮ ਕਰਦੇ ਆ ਜਿਨ੍ਹਾਂ ਨਾਲ, ਉਹ ਨਾਈਲੋਨ ਚਾਹੁੰਦੇ ਆ, ਹੈ ਨਾ, ਰਿਓਨ ਚਾਹੁੰਦੇ ਆ, ਪੋਲੀਸਟਰ ਚਾਹੁੰਦੇ ਆ,
ਕਾਟਨ ਚ ਆਉਂਦੇ ਆ, ਈਵਨ ਸਿਲਕ ਵਿੱਚ ਵੀ ਆਉਂਦੇ ਆ। ਮਤਲਬ ਕਿ ਇੰਨੇ ਤਰ੍ਹਾਂ ਦੀ ਵੈਰਾਈਟੀਜ਼ ਦੇ ਵਿੱਚ ਅਸੀਂ ਉੱਪਰ ਕਿਸ ਤਰ੍ਹਾਂ ਦਾ ਧਾਗਾ ਚਲਾਣਾ, ਨਾਇਲੋਨ ਵਾਲਾ ਚਾਹੀਦਾ ਸਾਨੂੰ, ਪੋਲੀਸਟਰ ਵਾਲਾ ਚਾਹੀਦਾ ਕਿ ਸਿਲਕ ਥ੍ਰੈਡ ਚਾਹੀਦਾ ਸਾਨੂੰ, ਕਿਸ ਤਰ੍ਹਾਂ ਦਾ ਥ੍ਰੈਡ ਚਾਹੀਦਾ, ਅਸੀਂ ਕੀ ਹੈ ਉਹਨੂੰ ਇਸਤੇਮਾਲ ਕਰਨਾ ਹੈ ਕੱਪੜੇ ਦੇ ਉੱਪਰ ਕਢਾਈ ਕਰਨ ਲੱਗੇ। ਠੀਕ ਹੈ, ਔਰ ਇਹਦੇ ਬਹੁਤ ਸਾਰੇ ਕਲਰਸ ਸਾਨੂੰ ਮਿਲ ਜਾਂਦੇ ਆ ਮਾਰਕੀਟ ਦੇ ਵਿੱਚੋਂ, ਅਸੀਂ ਕਿਸੇ ਵੀ ਕਲਰ ਦੇ ਨਾਲ ਕੀ ਹੈ ਜ਼ਿਗਜ਼ੈਗ ਤੇ ਕਢਾਈ ਕਰ ਸਕਦੇ ਹਾਂ। ਉਸ ਤੋਂ ਬਾਅਦ ਨੈਕਸਟ ਆਉਂਦਾ ਹੈ ਸਾਡਾ ਡੱਬੀ ਫਿਰਕੀ। ਹੁਣ ਜਿਹਨੂੰ ਕਹਿੰਦੇ ਆ ਅਸੀਂ ਬੋਬਿਨ ਕੇਸ ਔਰ ਬੋਬਿਨ। ਠੀਕ ਹੈ, ਬੋਬਿਨ ਕੇਸ ਕੀ ਹੋ ਜਾਂਦੀ ਹੈ, ਬਾਹਰਲੀ ਡੱਬੀ, ਔਰ ਬੋਬਿਨ ਕੀ ਹੋ ਜਾਂਦਾ ਹੈ, ਫਿਰਕੀ। ਠੀਕ ਹੈ, ਬੋਬਿਨ ਕੇਸ ਡੱਬੀ, ਬੋਬਿਨ ਫਿਰਕੀ। ਤਾਂ ਕੀ ਹੈ ਇਹ ਇਸਤੇਮਾਲ ਜ਼ਰੂਰ ਹੁੰਦੀ ਹੈ ਜਦੋਂ ਆਪਾਂ ਮਸ਼ੀਨ ਦਾ ਕੰਮ ਕਰਦੇ ਹਾਂ, ਤਾਂ ਡੱਬੀ ਫਿਰਕੀ ਇਸਤੇਮਾਲ ਹੋਣਾ ਜ਼ਰੂਰੀ ਹੈ। ਹੁਣ ਕਈ ਇਹੋ ਜਿਹੀਆਂ ਮਸ਼ੀਨਾਂ ਹੁੰਦੀਆਂ ਨੇ ਜਿਨ੍ਹਾਂ ਨਾਲ ਸਪੈਸ਼ਲ ਡੱਬੀ ਫਿਰਕੀ ਲੱਗਦੀ ਹੈ। ਠੀਕ ਹੈ, ਆਮ ਡੱਬੀ ਫਿਰਕੀ ਨਹੀਂ ਲੱਗਦੀ ਉਹਨੂੰ, ਤਾਂ ਅਸੀਂ ਕੀ ਕਰਨਾ ਹੈ ਉਸੇ ਕੰਪਨੀ ਦੀ ਡੱਬੀ ਫਿਰਕੀ ਉਹਨੂੰ ਯੂਜ਼ ਕਰਨੀ ਆ। ਹੁਣ ਸਟਿਚਿੰਗ ਕਰ ਰਹੇ ਹਾਂ ਅਸੀਂ ਤਾਂ ਉਹਦੀ ਡੱਬੀ ਫਿਰਕੀ ਹੋਰ ਹੁੰਦੀ ਆ, ਬਟ ਜਦੋਂ ਐਮਬਰਾਇਡਰੀ ਕਰ ਰਹੇ ਹਾਂ ਉਹਦੀ ਡੱਬੀ ਫਿਰਕੀ ਹੋਰ ਹੁੰਦੀ ਹੈ ਨਾ, ਡੱਬੀ ਦਾ ਸਟਾਈਲ ਹੋਰ ਹੁੰਦਾ। ਇਸ ਕਰਕੇ ਅਸੀਂ ਜਦੋਂ ਜਿਹੜਾ ਕੰਮ ਕਰਨਾ ਉਸਨੂੰ ਉਸੇ ਮਸ਼ੀਨ ਦੀ ਜੋ ਡੱਬੀ ਫਿਰਕੀ ਹੈ ਉਹ ਲਗਾ ਕੇ ਕੰਮ ਕਰਨਾ ਹੈ। ਉਸ ਤੋਂ ਬਾਅਦ ਨੈਕਸਟ ਆ ਜਾਂਦਾ ਹੈ ਸਾਡੇ ਕੋਲ ਕੱਪੜਾ। ਅਸੀਂ ਹੁਣ ਕੱਪੜਾ ਕਿਸੇ ਵੀ ਤਰ੍ਹਾਂ ਦਾ ਲੈ ਸਕਦੇ ਹਾਂ, ਮਸ਼ੀਨ ਤੇ ਕੰਮ ਕਰਨਾ ਹੈ ਤਾਂ ਅਸੀਂ ਕਿਸ ਤਰ੍ਹਾਂ ਦੇ ਵੀ ਕੱਪੜੇ ਉੱਪਰ ਕੰਮ ਕਰ ਸਕਦੇ ਹਾਂ। ਮੈਂ ਤੁਹਾਨੂੰ ਪਿਛਲੇ ਚੈਪਟਰ ਵਿੱਚ ਕਰਵਾਇਆ ਸੀ ਕਿ ਸਾਨੂੰ ਐਮਬਰਾਇਡਰੀ ਲਈ ਕਿਸ ਤਰ੍ਹਾਂ ਦਾ ਕੱਪੜਾ ਚਾਹੀਦਾ ਹੈ, ਕਿਸ ਤਰ੍ਹਾਂ ਦੀਆਂ ਸੂਈਆਂ ਚਾਹੀਦੀਆਂ, ਕਿਸ ਕੱਪੜੇ ਉੱਪਰ ਕਿਹੜੀ ਸੂਈ ਲੱਗਦੀ ਹੈ ਨਾ, ਕਿਹੜੇ ਕੱਪੜੇ ਉੱਪਰ ਕਿਹੜਾ ਥ੍ਰੈਡ ਲੱਗਦਾ ਹੈ, ਕਿਹੜੀ ਸੂਈ ਲੱਗਦੀ ਹੈ, ਕੀ ਕਰ ਸਕਦੇ ਆ, ਉਹ ਤੁਹਾਨੂੰ ਉਹਦੇ ਵਿੱਚ ਦੱਸਿਆ ਸੀ। ਹੁਣ ਜਦੋਂ ਅਸੀਂ ਕੱਪੜਾ ਲੈ ਰਹੇ ਹਾਂ ਤਾਂ ਸਾਨੂੰ ਸੂਈ ਪਤਾ ਹੋਣੀ ਚਾਹੀਦੀ ਹੈ ਕਿ ਕਿਹੜੇ ਉੱਪਰ ਕਿਹੜੀ ਸੂਈ ਲੱਗ ਰਹੀ ਹੈ, ਔਰ ਕੀ ਆ ਉਹ ਆਪਣਾ ਜ਼ਿਗਜ਼ੈਗ ਦਾ ਕੰਮ ਬਹੁਤ ਵਧੀਆ ਕਰ ਦਿੰਦੀ ਹੈ ਵਿਦਆਊਟ ਟਾਂਕਾ ਛੱਡੇ। ਔਰ ਜੇ ਸਾਨੂੰ ਉਹਦੀ ਰੈਨੋਵੇਸ਼ਨ ਪਤਾ ਹੈਗੀ ਹੈ ਕਿ ਅਸੀਂ ਉਹਦੀ ਰੈਨੋਵੇਸ਼ਨ ਕਿੱਦਾਂ ਕਰਨੀ ਹੈ, ਟਾਂਕੇ ਨੂੰ ਕਿੱਦਾਂ ਸੈੱਟ ਕਰਨਾ ਹੈ, ਤਾਂ ਸਾਡੇ ਲਈ ਕੰਮ ਕਰਨਾ ਈਜ਼ੀ ਹੋ ਜਾਂਦਾ ਹੈ। ਉਸ ਤੋਂ ਬਾਅਦ ਨੈਕਸਟ ਸਾਡੇ ਕੋਲ ਆਉਂਦਾ ਹੈ ਫਰੇਮ। ਹੁਣ ਐਮਬਰਾਇਡਰੀ ਅਸੀਂ ਕਰਨੀ ਹੈ, ਜ਼ਿਗਜ਼ੈਗ ਮਸ਼ੀਨ ਨੂੰ ਇਸਤੇਮਾਲ ਕਰਨਾ ਹੈ ਤਾਂ ਸਾਨੂੰ ਹੂਪਸ ਦੀ ਲੋੜ ਪੈਂਦੀ ਹੈ। ਇਹਨਾਂ ਨੂੰ ਕੀ ਬੋਲਦੇ ਆ, ਹੂਪਸ। ਹੂਪਸ ਮਤਲਬ ਫਰੇਮ ਸਾਡੀ। ਔਰ ਫਰੇਮਿੰਗ ਜਿਹੜੀ ਹੈ ਉਹ ਕਈ ਮਸ਼ੀਨਾਂ ਦੇ ਨਾਲ, ਜਿਵੇਂ ਹੁਣ ਅਸੀਂ ਕੰਪਿਊਟਰਾਈਜ਼ਡ ਮਸ਼ੀਨ ਵਰਤ ਰਹੇ ਆ ਤਾਂ ਕੰਪਿਊਟਰਾਈਜ਼ਡ ਮਸ਼ੀਨ ਦੇ ਨਾਲ ਉਹਨਾਂ ਦੇ ਹੂਪਸ ਮਿਲਦੇ ਆ ਸਾਨੂੰ। ਠੀਕ ਹੈ, ਕੰਪਿਊਟਰਾਈਜ਼ਡ ਮਸ਼ੀਨ ਹੈ ਉਹਦੇ ਤੇ ਜ਼ਿਗਜ਼ੈਗ ਐਮਬਰਾਇਡਰੀ ਕਰਨੀ ਹੈ ਤਾਂ ਸਾਨੂੰ ਹੂਪਸ ਮਿਲਦੇ ਆ ਉਹਨਾਂ ਦੇ ਨਾਲ। ਬਟ ਅਗਰ ਸਾਡੇ ਕੋਲ ਹੂਪਸ ਨਹੀਂ ਹੈਗੇ, ਮਸ਼ੀਨ ਦੂਸਰੀ ਯੂਜ਼ ਕਰ ਰਹੇ ਆ, ਸਿੰਪਲ ਮਸ਼ੀਨ ਯੂਜ਼ ਕਰ ਰਹੇ ਆ, ਤਾਂ ਸਾਨੂੰ ਕੀ ਹੈ ਹੂਪ ਮਾਰਕੀਟ ਤੋਂ ਖਰੀਦਨੇ ਪੈਣਗੇ। ਅਲੱਗ-ਅਲੱਗ ਸਾਈਜ਼ ਵਿੱਚ ਆ ਜਾਂਦੇ ਆ, ਹੈਨਾ, 5 ਇੰਚਸ, 4 ਇੰਚਸ, 8 ਇੰਚਸ, 6 ਇੰਚਸ, ਮਤਲਬ ਕਿ ਹਰ ਤਰ੍ਹਾਂ ਦੀ ਫਰੇਮਿੰਗ ਆਉਂਦੀ ਹੈ। ਸਾਨੂੰ ਕਿੰਨੀ ਫਰੇਮਿੰਗ ਚਾਹੀਦੀ ਹੈ, ਕਿੰਨਾ ਕੱਪੜਾ ਹੈ ਸਾਡਾ, ਕਿੰਨਾ ਪੈਟਰਨ ਆ, ਉਹਦੇ ਅਕੋਰਡਿੰਗ ਅਸੀਂ ਫਰੇਮ ਚੂਜ਼ ਕਰਕੇ ਉਹਦੇ ਵਿੱਚ ਕੱਪੜਾ ਟਾਈਟ ਕਰਕੇ ਕੀ ਆ ਉੱਪਰ ਜ਼ਿਗਜ਼ੈਗ ਦਾ ਕੰਮ ਕਰ ਲਾਂਗੇ, ਔਰ ਟਾਂਕੇ ਕਢਾਈ ਜੋ ਕਰਨਾ ਚਾਹੁੰਦੇ ਆ ਕਰ ਲਾਂਗੇ। ਉਸ ਤੋਂ ਬਾਅਦ ਹੈ ਓਵਰਲੌਕ ਮਸ਼ੀਨ ਦੀ ਥ੍ਰੈਡਸ। ਹੁਣ ਜ਼ਿਗਜ਼ੈਗਿੰਗ ਦਾ ਕੰਮ ਹੈ ਤਾਂ ਓਵਰਲੌਕ ਮਸ਼ੀਨ ਕੀ ਹੈ, ਜ਼ਿਗਜ਼ੈਗ ਕਰਦੇ ਹੋਏ ਕਿਨਾਰੇ ਪੱਕੇ ਕਰਦੀ ਹੈ ਨਾ, ਔਰ ਕੀ ਕਰਦੀ ਹੈ, ਕਿਨਾਰਿਆਂ ਨੂੰ ਫਿਨਿਸ਼ ਕਰਦੀ ਹੈ। ਤਾਂ ਉਹਦੇ ਵਾਸਤੇ ਜੋ ਹੈ ਉਹ ਕੋਨ ਲੱਗਦੀ ਹੈ ਨਾ। ਇਹਦੇ ਵਿੱਚ ਦੋ ਤਰ੍ਹਾਂ ਦੀਆਂ ਕੋਨਾਂ ਆਉਂਦੀਆਂ, ਕੱਚੇ ਥ੍ਰੈਡ ਵਾਲੀ ਔਰ ਪੱਕੇ ਥ੍ਰੈਡ ਵਾਲੀ। ਦੋ ਤੇ ਲੱਗਦਾ ਹੈ ਪੱਕਾ ਥ੍ਰੈਡ, ਇੱਕ ਤੇ ਲੱਗਦਾ ਕੱਚਾ ਥ੍ਰੈਡ। ਠੀਕ ਹੈ, ਦੋ ਤੇ ਪੱਕਾ ਥ੍ਰੈਡ ਲਗਾ ਸਕਦੇ ਆ, ਇੱਕ ਤੇ ਕੱਚਾ ਲਗਾ ਸਕਦੇ ਆ। ਬਟ ਜਦੋਂ ਆਪਾਂ ਕੱਚਾ ਥ੍ਰੈਡ ਹੀ ਸਾਰਾ ਯੂਜ਼ ਕਰਦੇ ਆ ਤਾਂ ਕੱਚਾ ਥ੍ਰੈਡ ਜਿਹੜਾ ਉਹ ਜਲਦੀ ਟੁੱਟਦਾ ਰਹਿੰਦਾ ਹੈ। ਇਸ ਕਰਕੇ ਆਪਾਂ ਦੋ ਜਗ੍ਹਾ ਕੱਚੀ ਕੋਨ ਯੂਜ਼ ਕਰ ਸਕਦੇ ਆ। ਅਗਰ ਚਾਹੋ ਤਾਂ ਤਿੰਨੇ ਜਗ੍ਹਾ ਆਪਾਂ ਪੱਕੀਆਂ ਕੋਨਾਂ ਵੀ ਯੂਜ਼ ਕਰਦੇ ਆ, ਇਹ ਸਾਡੇ ਤੇ ਡਿਪੈਂਡ ਕਰਦਾ ਹੈ। ਕੋਨ ਦਾ ਧਾਗਾ ਬਾਰ-ਬਾਰ, ਕਿਉਂਕਿ ਇਹਨਾਂ ਮਸ਼ੀਨਾਂ ਨੂੰ ਧਾਗਾ ਪਾਣਾ ਥੋੜਾ ਔਖਾ ਹੁੰਦਾ ਕਰਕੇ ਕੋਨ ਲਗਾਉਂਦੇ ਆ, ਜਿਹੜਾ ਧਾਗਾ ਜਲਦੀ ਖਤਮ ਨਹੀਂ ਹੁੰਦਾ, ਟੁੱਟਦਾ ਨਹੀਂ, ਔਰ ਕੀ ਹੈ ਲੰਬੇ ਟਾਈਮ ਤੱਕ ਅਸੀਂ ਉਹਨਾਂ ਤੇ ਕੰਮ ਕਰ ਸਕਦੇ ਹਾਂ। ਉਸ ਤੋਂ ਬਾਅਦ ਨੈਕਸਟ ਸਾਡੇ ਕੋਲ ਆਉਂਦਾ ਹੈ ਕੈਂਚੀ, ਸੀਜ਼ਰ। ਹੁਣ ਜਦੋਂ ਅਸੀਂ ਕਢਾਈ ਕਰਨੀ ਹੈ, ਅਸੀਂ ਕੀ ਹੈ ਧਾਗੇ ਕੱਟਨੇ ਆ, ਇਹ ਧਾਗਾ ਖਿੱਚ ਕੇ ਕੱਟ ਦੇਵਾਂਗੇ ਨਾ, ਅਸੀਂ ਖਿੱਚ ਕੇ ਤੋੜਾਂਗੇ ਤਾਂ ਕੀ ਹੋਏਗਾ, ਉਹਦੇ ਨਾਲ ਐਮਬਰਾਇਡਰੀ ਦਾ ਟਾਂਕਾ ਖਰਾਬ ਹੋ ਜਾਏਗਾ। ਜੋ ਉਹਨੇ ਜ਼ਿਗਜ਼ੈਗਿੰਗ ਟਾਂਕਾ ਕੀਤਾ ਉਹ ਖਿੱਚਣ ਦੇ ਨਾਲ ਉਹ ਟਾਂਕਾ ਖਰਾਬ ਹੋ ਜਾਂਦਾ। ਤੇ ਸਾਨੂੰ ਕੀ ਹੈ ਉਹਨੂੰ ਕੱਟਣ ਵਾਸਤੇ, ਧਾਗਿਆਂ ਨੂੰ ਕੱਟਣ ਵਾਸਤੇ ਜਾਂ ਤਾਂ ਸਾਨੂੰ ਛੋਟੀ ਸਮਾਲ ਕੈਂਚੀ ਚਾਹੀਦੀ ਹੈ ਜਾਂ ਸਾਨੂੰ ਕਟਰ ਚਾਹੀਦਾ ਹੈ। ਠੀਕ ਹੈ, ਇਹ ਥ੍ਰੈਡ ਕਟਰ ਜਾਂ ਕੈਂਚੀ, ਇਹ ਦੋਨੋਂ ਚੀਜ਼ਾਂ ਸਾਨੂੰ ਚਾਹੀਦੀਆਂ ਨੇ ਧਾਗੇ ਕੱਟਣ ਲਈ, ਤਾਂ ਜੋ ਉਹਨੂੰ ਖਿੱਚ ਕੇ ਅਸੀਂ ਉਹਦਾ ਟਾਂਕਾ ਖਰਾਬ ਨਾ ਕਰ ਦਈਏ। ਉਸ ਤੋਂ ਬਾਅਦ ਨੈਕਸਟ ਆ ਜਾਂਦੇ ਆ ਸਾਡੇ ਕੋਲ ਜ਼ਿਗਜ਼ੈਗ ਮਸ਼ੀਨ।
है ना एम्ब्रॉयडरी मशीन zigzag मशीन ਹੁਣ ਤੁਹਾਡੇ ਕੋਲ ਚਾਰ ਤਰ੍ਹਾਂ ਦੀਆਂ zigzag ਮਸ਼ੀਨ ਦਿਖ ਰਹੀਆਂ ਨੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਉੱਪਰ ਜੋ ਵਾਈਟ ਬਾਡੀ ਵਾਲੀ ਮਸ਼ੀਨ ਦਿਖ ਰਹੀ ਹੈ ਉਹ ਕੀ ਹੈ ਸਿੰਪਲ ਐਲੀਓਰ ਜੈਨੋਮ ਦੀ ਮਸ਼ੀਨ ਇਹ ਹੈ ਜਾਪਾਨ ਦੀਆਂ ਕੰਪਨੀ ਦੀਆਂ ਮਸ਼ੀਨਸ ਨੇ ਇਹਦੇ ਉੱਪਰ ਆਪਾਂ 50 ਟਾਂਕੇ 25 ਟਾਂਕੇ है ना ਏਦਾਂ ਇਹਦੇ ਟਾਂਕੇ ਔਰ ਕੁਆਲਿਟੀ ਆਂਦੀ ਹੈ ਅਲੱਗ-ਅਲੱਗ ਮਤਲਬ ਕਿ ਇਹਦੇ ਫੀਚਰਸ ਹੁੰਦੇ ਨੇ ਜਿਹੜੀਆਂ ਮਸ਼ੀਨਾਂ ਇਹ ਆਉਂਦੀਆਂ ਨੇ ਔਰ ਇਹਨਾਂ ਉੱਪਰ ਆਪਾਂ ਅਲੱਗ-ਅਲੱਗ ਟਾਂਕੇ ਪਾ ਕੇ ਕੀ ਹੈ ਡੈਕੋਰੇਸ਼ਨ ਦਾ ਕੰਮ ਜਿਹੜਾ zigzagging ਦਾ ਕੰਮ ਇਹਨਾਂ ਤੋਂ ਲੈ ਸਕਦੇ ਆ ਸੈਕਿੰਡ ਆਂਦੀ ਹੈ ਕੰਪਿਊਟਰਾਈਜ਼ਡ ਮਸ਼ੀਨ ਥਰਡ ਆਂਦੀ ਹੈ ਸਿੰਪਲ ਜਿਹੜੀ ਐਮਬ੍ਰੋਇਡਰੀ ਮਸ਼ੀਨ ਜਿਹੜੇ ਆਮ ਕਢਾਈ ਜਿਹੜੇ ਕਰਦੇ ਆ ਮਾਰਕੀਟ ਦੇ ਵਿੱਚ ਉਹਨਾਂ ਕੋਲ ਜਿਹੜੀ ਮਸ਼ੀਨ ਹੁੰਦੀ ਹੈ ਉਸ ਤੋਂ ਬਾਅਦ ਚੌਥੇ ਨੰਬਰ ਤੇ ਆ ਜਾਂਦੀ ਹੈ ਇੰਡਸਟਰੀਅਲ ਮਾਡਲ ਜਿਹੜਾ ਇੰਡਸਟਰੀ ਵਿੱਚ ਕਢਾਈ ਦਾ ਕੰਮ ਕਰਨ ਲਈ ਪੈਚਸ ਬਣਾਉਣ ਦੇ ਲਈ ਇਸਤੇਮਾਲ ਕੀਤਾ ਜਾਂਦਾ ਹੈ ਠੀਕ ਹੈ ਇਹ ਚਾਰ ਜੋ ਮਸ਼ੀਨਾਂ ਨੇ ਇਹ ਤੁਹਾਡੇ ਵਾਸਤੇ ਇਹਦੇ ਵਿੱਚ ਦੱਸੀਆਂ ਨੇ ਸਭ ਤੋਂ ਪਹਿਲਾਂ ਆ ਜਾਂਦੀ ਹੈ ਕੰਪਿਊਟਰਾਈਜ਼ਡ ਕਢਾਈ ਮਸ਼ੀਨ ਹੁਣ ਕੰਪਿਊਟਰਾਈਜ਼ਡ ਕਢਾਈ ਮਸ਼ੀਨ ਕੀ ਹੈ ਕੰਪਿਊਟਰਾਈਜ਼ਡ ਮਸ਼ੀਨ ਹੈ ਕਿ ਇਹਦੇ ਉੱਪਰ ਡਿਸਕ ਲੱਗੀ ਹੁੰਦੀ ਹੈ ਹੈਨਾ ਇੱਕ ਉਹਦੇ ਵਿੱਚ ਸੌਫਟਵੇਅਰ ਹੁੰਦਾ ਸਕਰੀਨ ਲੱਗੀ ਹੁੰਦੀ ਸੌਫਟਵੇਅਰ ਹੁੰਦਾ ਜਿਹਦੇ ਵਿੱਚ ਡਿਜ਼ਾਈਨਿੰਗ ਪਹਿਲਾਂ ਹੀ ਫੀਡ ਕੀਤੇ ਹੁੰਦੇ ਨੇ ਬਸ ਅਸੀਂ ਉਹਨਾਂ ਦੀ ਸੈਟਿੰਗ ਕਰਨੀ ਹੁੰਦੀ ਹੈ ਔਰ ਉਹਨੂੰ ਕਮਾਂਡ ਕਰਨੀ ਹੁੰਦੀ ਹੈ ਤਾਂ ਉਹ ਕੀ ਹੈ ਆਪਣਾ ਪੈਟਰਨ ਬਣਾਉਣਾ ਫਰੇਮ ਦੇ ਉੱਪਰ ਸ਼ੁਰੂ ਕਰ ਦਿੰਦਾ ਹੈ ਨਾ ਉਹਨੂੰ ਬੋਲਦੇ ਆ ਅਸੀਂ ਕੰਪਿਊਟਰਾਈਜ਼ਡ ਮਸ਼ੀਨ ਇਹਦੇ ਨਾਲ ਕੀ ਹੈ ਕੰਮ ਫਾਸਟ ਹੋ ਜਾਂਦਾ ਹੈ ਜਲਦੀ ਹੋ ਜਾਂਦਾ ਇਹਦੇ ਵਿੱਚ ਵੀ ਸਾਨੂੰ ਕੀ ਹੈ ਪੈਟਰਨਸ ਮਿਲ ਜਾਂਦੇ ਨੇ ਜਿਹੜੇ ਉਹਦੇ ਵਿੱਚ ਫੀਡ ਕੀਤੇ ਹੁੰਦੇ ਨੇ ਅਸੀਂ ਉਹੀ ਪੈਟਰਨਸ ਜਿਹੜੇ ਆ ਡਿਜ਼ਾਈਨਰ ਕਮਾਂਡ ਨੂੰ ਦਿੱਤੇ ਹੋਏ ਅਸੀਂ ਆਪਣਾ ਕੰਮ ਉਹਨਾਂ ਤੋਂ ਲੈ ਸਕਦੇ ਹਾਂ ਉਸ ਤੋਂ ਬਾਅਦ ਨੈਕਸਟ ਆ ਜਾਂਦੀ ਹੈ ਸਾਡੇ ਕੋਲ ਕੰਪਿਊਟਰਾਈਜ਼ਡ ਮਸ਼ੀਨ ਹੁਣ ਮਾਡਲਸ है ना ਹੁਣ ਦੇਖੋ ਕੰਪਿਊਟਰਾਈਜ਼ਡ ਮਸ਼ੀਨ ਦੀ ਅਲੱਗ-ਅਲੱਗ ਤੁਹਾਡੇ ਕੋਲ ਪਿਕਚਰਸ ਦਿਖ ਰਹੀਆਂ ਨੇ ਮਤਲਬ ਕਿ ਅਲੱਗ-ਅਲੱਗ ਕੰਮ ਕਰਦੇ ਹੋਏ ਠੀਕ ਹੈ ਇੱਕ ਕੋਈ ਕੰਮ ਕਰ ਰਹੀ ਹੈ ਕੋਈ ਕੰਮ ਕਰ ਰਹੀ ਹੈ ਤੀਸਰਾ ਕੋਈ ਕਰ ਰਹੀ ਹੈ ਚੌਥਾ ਕੋਈ ਮਤਲਬ ਕਿ ਸਭ ਦੇ ਵਿੱਚ ਮਾਡਲਿੰਗ ਅਲੱਗ का डिजाइनिंग फीडिंग अलग है और डिजाइन अलग अलग बना रहे ने इस तो इलावा कंप्यूटराइज्ड मशीन जो ज्यादा जिथे प्रोडक्शन दा काम हुंदा उत्थे यूज हुंदी है वो है मल्टी हेड कंप्यूटराइज्ड मशीन यानी कि ओदे मल्टी हेड्स हुंदे ने किन्ने सारे हेड लगे हुंदे ने और वो हेड ते अलग अलग कमांड दिंदे होए ਆਪਾਂ ਇੱਕ ਟਾਈਮ ਤੇ ਕਿੰਨੇ ਸਾਰੇ ਕਢਾਈ ਦੇ ਪੈਟਰਨ ਕੱਢ ਸਕਦੇ ਆ ਇਹ ਉੱਥੇ ਇਸਤੇਮਾਲ ਹੁੰਦਾ ਹੈ ਜਿੱਥੇ ਅਸੀਂ ਜ਼ਿਆਦਾ ਕਢਾਈ ਦਾ ਕੰਮ ਲੈ ਰਹੇ ਹਾਂ ਜ਼ਿਆਦਾ zigzagging ਦਾ ਕੰਮ ਲੈ ਰਹੇ ਹਾਂ ਉਹਨਾਂ ਇੰਡਸਟਰੀਜ਼ ਦੇ ਵਿੱਚ ਮਲਟੀ ਹੈਡ ਕੰਪਿਊਟਰਾਈਜ਼ਡ ਮਸ਼ੀਨ ਦਾ ਇਸਤੇਮਾਲ ਹੁੰਦਾ ਹੈ ਹੁਣ ਉਸ ਤੋਂ ਬਾਅਦ ਨੈਕਸਟ ਆਪਣੇ ਕੋਲ ਮਸ਼ੀਨ ਆ ਰਹੀ ਹੈ ਘਰੇਲੂ ਸਿਲਾਈ ਮਸ਼ੀਨ ਹੁਣ ਸਿੰਪਲ ਸੀਵਿੰਗ ਮਸ਼ੀਨ ਹੁਣ ਦੇਖੋ ਘਰੇਲੂ ਸਿਲਾਈ ਮਸ਼ੀਨ ਆਪਾਂ ਘਰ ਵੀ ਤਿਆਰ ਕਰ ਸਕਦੇ ਆ ਕਢਾਈ ਦੀ ਮਸ਼ੀਨ ਆਪਾਂ ਘਰ ਤਿਆਰ ਕਰ ਸਕਦੇ ਆ ਕਿਵੇਂ ਤਿਆਰ ਕਰਦੇ ਆ ਜਦੋਂ ਅਸੀਂ ਉਹਦੇ ਦੰਦਰਾਲ ਕੱਢ ਦਿੰਦੇ ਆ ਔਰ ਉੱਥੇ ਕੀ ਹੈ ਜੋ ਨੀਚੇ ਪਲੇਟ ਹੁੰਦੀ ਹੈ ਉੱਥੇ ਅਸੀਂ ਐਮਬ੍ਰੋਇਡਰੀ ਪਲੇਟ ਲਗਾ ਦਿੰਦੇ ਆ ਔਰ ਉਹਦੇ ਫੁੱਟ ਕੱਢ ਦਿੰਦੇ ਆ ਹੈਨਾ ਪੈਰ ਕੱਢ ਦਿੰਦੇ ਆ ਫਿਰ ਕੀ ਆ ਅਸੀਂ ਫਰੇਮ ਨੂੰ ਹਿਲਾਉਂਦੇ ਹੋਏ ਅਸੀਂ ਸਾਟਨ ਰਨਿੰਗ ਕਾਰਡ ਜੋ ਮਰਜ਼ੀ ਕੰਮ ਉਹਦੇ ਉੱਪਰ ਕਰ ਸਕਦੇ ਆ ਇੰਨੀ ਕੁ ਬਸ ਸੈਟਿੰਗ ਸਾਨੂੰ ਮਸ਼ੀਨ ਤੇ ਕਰਨੀ ਹੁੰਦੀ ਹੈ ਸਿੰਪਲ ਮਸ਼ੀਨ ਦੀ और ਅਸੀਂ ਉਹਦੇ ਉੱਪਰ ਆਪਣਾ ਸਿਲਾਈ ਦਾ ਔਰ ਕਢਾਈ ਦਾ ਕੰਮ ਉਹਦੇ ਤੇ ਕਰ ਸਕਦੇ ਆ ਬਟ ਸਿੰਪਲ ਕਢਾਈ ਵਿੱਚ ਵੀ ਮਸ਼ੀਨਾਂ ਆਉਂਦੀਆਂ ਨੇ ਹੁਣ ਇਹ ਜਿਹੜੀ ਤੁਹਾਡੇ ਕੋਲ ਮਸ਼ੀਨ ਹੈ ਕਢਾਈ ਵਿੱਚ ਤਿਆਰ ਹੋਈ ਹੋਈ ਹੈ ਇਹਦੇ ਅੱਗੇ ਤੁਹਾਨੂੰ ਇੱਕ ਚੱਕਰ ਜਿਹਾ ਦਿਖ ਰਿਹਾ ਜਿਹਦੇ ਉੱਪਰ ਟਾਂਕੇ ਛੋਟੇ ਤੋਂ ਵੱਡਾ ਕਰਨ ਤੱਕ ਦਾ ਨਿਸ਼ਾਨ ਹੁੰਦਾ ਹੈ यानी कि 0 ਤੋਂ ਲੈ ਕੇ 4 ਤੱਕ ਅਸੀਂ ਕੀ ਹੈ ਸਾਟਨ ਦੀ ਸੈਟਿੰਗ ਕਰ ਸਕਦੇ ਆ ਸਾਟਨ ਕਿੰਨਾ ਵੱਡਾ ਪਾਣਾ ਹੈ ਉਹ ਸੈਟਿੰਗ 0 ਤੋਂ 4 ਦੇ ਨੰਬਰ ਦੇ ਵਿੱਚ ਡਿਸਾਈਡ ਕਰਦੀ ਹੈ ਔਰ ਇਹਦੇ ਨਾਲ ਅਸੀਂ ਕਈ ਤਰ੍ਹਾਂ ਦੇ ਪੈਟਰਨ ਲੀਫ ਪੈਟਰਨ ਸਾਟਨ ਪੈਟਰਨ ਕਈ ਤਰ੍ਹਾਂ ਦੇ ਪੈਟਰਨ ਇਹਦੇ ਨਾਲ ਬਣਾ ਸਕਦੇ ਆ ਉਸ ਤੋਂ ਬਾਅਦ ਨੈਕਸਟ ਆਉਂਦਾ ਹੈ ਸਾਡੇ ਕੋਲ ਜਿਹੜੀ ਇਹ ਕੰਮ ਕਰਦੀਆਂ ਮਸ਼ੀਨਾਂ ਹੈ ਨਾ ਹੁਣ ਨੈਕਸਟ ਆਪਣੇ ਕੋਲ ਜਿਹੜੀਆਂ ਤੁਹਾਨੂੰ ਪਿਕਚਰ ਦਿਖ ਰਹੀ ਹੈ ਇਹਦੇ ਉੱਪਰ ਇਸ ਮਸ਼ੀਨ ਦੇ ਨਾਲ ਸਿੰਪਲ ਸਿਲਾਈ ਮਸ਼ੀਨ ਦੇ ਨਾਲ ਦੇਖੋ ਕੰਮ ਕਰਦੇ ਹੋਏ ਦਿਖਾਇਆ ਕਿ ਕਿਵੇਂ ਰਨਿੰਗ ਦਾ ਟਾਂਕਾ ਪਾ ਰਹੀ ਹੈ ਕਿਵੇਂ ਸਾਟਨ ਦਾ ਟਾਂਕਾ ਪਾ ਰਹੀ ਹੈ ਔਰ ਕੀ ਹੈ ਪੈਟਰਨ ਬਣ ਰਹੇ ਨੇ ਯਾਨੀ ਕਿ ਕਢਾਈ ਦੇ ਪੈਟਰਨ ਬਣ ਰਹੇ ਨੇ ਕਢਾਈ ਦੇ ਸੂਟ ਦੇ ਗਲੇ ਬਣ ਜਾਂਦੇ ਆ ਤਿਆਰ ਹੋ ਜਾਂਦੇ ਆ ਦੇਖੋ ਕਾਫੀ ਸਾਰੇ ਤੁਹਾਡੇ ਕੋਲ ਡਿਜ਼ਾਈਨਿੰਗ ਵੀ ਦਿਖ ਰਹੀ ਹੈ ਔਰ ਕੰਮ ਕਰਦੇ ਵੀ ਤੁਹਾਨੂੰ ਦਿਖਾਇਆ ਹੋਇਆ ਕਿ ਇਹਦੇ ਨਾਲ ਅਸੀਂ ਇੰਨਾ ਕਢਾਈ ਦਾ ਕੰਮ ਲੈ ਸਕਦੇ ਹਾਂ ਔਰ ਬਹੁਤ ਆਸਾਨ ਹੈ ਚਲਾਣਾ ਉਸ ਤੋਂ ਬਾਅਦ ਨੈਕਸਟ ਆਂਦਾ ਹੈ ਵੰਡਰ ਸਟਿਚ ਮਸ਼ੀਨ ਹੁਣ ਵੰਡਰ ਸਟਿਚ ਮਸ਼ੀਨ ਇਹਦੇ ਕਈ ਸਾਰੇ ਮਾਡਲ ਆਂਦੇ ਆ ਵੰਡਰ ਸਟਿਚ ਜੈਨਮ ਦੇ ਹੈ ਨਾ ਐਲਿਓਰ ਮਾਡਲ
मतलब कि स्टिच मैजिक मॉन्स्टर, ਇਹਦੇ ਕਿੰਨੇ ਤਰ੍ਹਾਂ ਦੇ ਮਾਡਲ ਜਿਹੜੇ ਆ ਮਾਰਕੀਟ ਵਿੱਚ ਆਉਂਦੇ ਆ, ਔਰ ਤੁਸੀਂ ਕਿਸ ਤਰ੍ਹਾਂ ਦਾ ਮਾਡਲ ਲੈ ਰਹੇ ਹੋ ਉਹਦੇ ਤੇ ਡਿਪੈਂਡ ਕਰਦਾ ਕਿ ਉਹਦੇ ਉੱਪਰ ਕਿੰਨੇ ਟਾਂਕੇ ਪੈ ਰਹੇ ਆ। ਠੀਕ ਹੈ, 25 ਪੈ ਰਿਹਾ, 50 ਪੈ ਰਿਹਾ, 43 ਪੈ ਰਿਹਾ, ਜਿਨੇ ਉਹਦੇ ਵਿੱਚ ਉਹਦੇ ਫੰਕਸ਼ਨਸ ਉਹਨੂੰ ਦਿੱਤੇ ਹੋਏ ਨੇ ਉਹਦੇ ਅਕੋਰਡਿੰਗ ਕੀ ਆ ਅਸੀਂ ਵੰਡਰ ਸਟਿਚ ਮਸ਼ੀਨ ਤੋਂ ਜ਼ਿਗਜ਼ੈਗਿੰਗ ਦਾ ਕੰਮ ਲੈ ਸਕਦੇ ਹਾਂ। ਔਰ ਜਦੋਂ ਵੀ ਅਸੀਂ ਜ਼ਿਗਜ਼ੈਗਿੰਗ ਦਾ ਕੰਮ ਲੈਂਦੇ ਆ ਇਹਦੇ ਨਾਲ ਜਿਹੜੀ ਅਸੀਂ ਕਮਾਂਡ ਦਵਾਂਗੇ ਔਰ ਸੈਟਿੰਗ ਕਰਾਂਗੇ, ਅਗਰ ਨੇੜੇ ਦੀ ਸੈਟਿੰਗ ਕਰਾਂਗੇ ਤੇ ਟਾਂਕੇ ਉਹ ਡਿਜ਼ਾਈਨਰ ਪਾਉਂਦਾ ਨੇੜੇ ਨੇੜੇ ਪਾਉਂਦਾ ਆਏਗਾ, ਅਗਰ ਅਸੀਂ ਉਹਦੀ ਦੂਰ ਦੀ ਸੈਟਿੰਗ ਕਰਾਂਗੇ ਤਾਂ ਥੋੜੀ ਜੀ ਦੂਰੀ ਤੇ ਉਹ ਟਾਂਕੇ ਪਾਉਂਦਾ ਆਏਗਾ। ਮਤਲਬ ਕਿ ਸਾਡੇ ਸਟਿਚ ਲੈਂਥ ਤੇ ਡਿਪੈਂਡ ਕਰਦਾ ਹੈ ਅਸੀਂ ਉਹਨੂੰ ਕਿਸ ਤਰ੍ਹਾਂ ਦੀ ਸੈਟਿੰਗ ਦੇ ਰਹੇ ਹਾਂ। ਔਰ ਉਸ ਤੋਂ ਬਾਅਦ ਇਹਦੇ ਉੱਪਰ ਕੀਤਾ ਜਾਣ ਵਾਲਾ ਕੰਮ, ਠੀਕ ਹੈ, ਹੁਣ ਸਟਿਚ ਮੈਜਿਕ ਮੌਨਸਟਰ ਜਿਹੜੀ ਮਸ਼ੀਨ ਹੈ ਉਹਦੇ ਉੱਪਰ ਜੋ ਵੰਡਰ ਸਟਿਚ ਦੇ ਉੱਪਰ ਜੋ ਵੀ ਟਾਂਕੇ ਬਣਦੇ ਨੇ, ਇਹਨਾਂ ਮਸ਼ੀਨਾਂ ਉੱਪਰ ਜਿੰਨੇ ਵੀ ਟਾਂਕੇ ਬਣਦੇ ਨੇ ਸਾਰੇ ਤੁਹਾਨੂੰ ਟਾਂਕੇ ਦਿਖਾਏ ਹੋਏ ਨੇ ਕਿ ਇਹ ਇਹਨਾਂ ਤਰੀਕਿਆਂ ਨਾਲ ਡਿਜ਼ਾਈਨਿੰਗ ਕਰਦੇ ਹੋਏ ਕੱਪੜੇ ਨੂੰ ਡੈਕੋਰੇਟ ਕਰਦੀਆਂ ਨੇ, ਔਰ ਇੰਨੇ ਤਰੀਕਿਆਂ ਨਾਲ ਜਿਹੜਾ ਇਹਨਾਂ ਉੱਪਰ ਟਾਂਕਿਆਂ ਦਾ ਕੰਮ ਲਿੱਤਾ ਜਾ ਸਕਦਾ ਹੈ, ਚਾਹੇ ਉਹ ਜ਼ਿਗਜ਼ੈਗਿੰਗ ਕਰਨ, ਚਾਹੇ ਉਹ ਸਾਟਨ ਪਾਣ, ਚਾਹੇ ਉਹ ਕੁਝ ਵੀ ਕਰਨ, ਮਤਲਬ ਕਿ ਕਾਫੀ ਸਾਰਾ ਕੰਮ ਅਸੀਂ ਇਸ ਮਸ਼ੀਨ ਦੇ ਨਾਲ ਲੈ ਸਕਦੇ ਹਾਂ। ਉਸ ਤੋਂ ਬਾਅਦ ਆਂਦਾ ਇੰਡਸਟਰੀਅਲ ਮਾਡਲ ਮਸ਼ੀਨ। ਹੁਣ ਇੰਡਸਟਰੀ ਦੇ ਵਿੱਚ ਕੰਮ ਹੋ ਰਿਹਾ ਹੈ ਤਾਂ ਲੰਬੇ ਟਾਈਮ ਤੱਕ ਚੱਲਣ ਵਾਲੀਆਂ ਮਸ਼ੀਨਾਂ ਦੀ ਲੋੜ ਹੁੰਦੀ ਹੈ। ਉਹ ਜਿਹੜਾ ਮਾਡਲ ਹੈ ਮੈਜਿਕ ਸਟਿਚ ਮੌਨਸਟਰ ਔਰ ਊਸ਼ਾ ਜੈਨਮ ਦੇ ਜਿਹੜੇ ਮਾਡਲ ਹੈਗੇ ਆ ਉਹ ਅਸੀਂ ਘਰ ਇਸਤੇਮਾਲ ਕਰ ਸਕਦੇ ਆ। ਠੀਕ ਹੈ, ਲਾਈਟ ਵੇਟ ਮਾਡਲ ਹੁੰਦੇ ਆ, ਘਰ ਵਿੱਚ ਕੰਮ ਕਰਨ ਲਈ ਵਧੀਆ ਹੁੰਦੇ ਆ, ਬਟ ਜਦੋਂ ਅਸੀਂ ਇੰਡਸਟਰੀ ਵਿੱਚ ਕੰਮ ਕਰ ਰਹੇ ਆ ਨਾ ਉੱਥੇ ਹੈਵੀ ਮਾਡਲ ਮਸ਼ੀਨ ਚਾਹੀਦੀ ਹੁੰਦੀ ਹੈ, ਔਰ ਜਿਹਦੇ ਕੋਲੋਂ ਉਹਨਾਂ ਨੇ ਕਾਫੀ ਲੰਬੇ ਸਮੇਂ ਤੱਕ ਪ੍ਰੋਡਕਸ਼ਨ ਲੈਣੀ ਹੁੰਦੀ ਹੈ ਨਾ, ਤੇ ਇਸ ਕਰਕੇ ਉੱਥੇ ਕੀ ਹੈ ਲੌਂਗ ਟਰਮ ਚੱਲਣ ਵਾਲੀ ਮਸ਼ੀਨ ਜੋ ਹੈ ਉਹ ਇਸਤੇਮਾਲ ਕੀਤੀ ਜਾਂਦੀ ਹੈ। ਹੁਣ ਇੱਥੇ ਦੇਖੋ ਜਿਹੜੀ ਤੁਹਾਡੇ ਕੋਲ ਮਸ਼ੀਨ ਦਿਖ ਰਹੀ ਹੈ ਨਾ, ਜ਼ਿਆਦਾਤਰ ਇੰਡਸਟਰੀ ਦੇ ਵਿੱਚ ਇਹ ਵਾਲੇ ਮਾਡਲ ਦੀਆਂ ਮਸ਼ੀਨਸ ਇਸਤੇਮਾਲ ਹੁੰਦੀਆਂ ਨੇ ਜ਼ਿਗਜ਼ੈਗਿੰਗ ਦਾ ਕੰਮ ਕਰਨ ਲਈ, ਕਢਾਈ ਦਾ ਕੰਮ ਕਰਨ ਲਈ, ਸਟਿਚਿੰਗ ਲਈ ਵੀ ਏਦਾਂ ਦੀਆਂ ਮਸ਼ੀਨਾਂ ਇਸਤੇਮਾਲ ਹੁੰਦੀਆਂ ਨੇ, ਕਿਉਂਕਿ ਇਹਨਾਂ ਦੇ ਕੰਮ ਕਰਨ ਦੀ ਕੈਪੈਸਿਟੀ ਬਹੁਤ ਜ਼ਿਆਦਾ ਤੇਜ਼ ਹੁੰਦੀ ਹੈ, ਸਪੀਡ ਤੇਜ਼ ਹੁੰਦੀ ਹੈ, ਔਰ ਲੰਬੇ ਸਮੇਂ ਤੱਕ ਇਹਨਾਂ ਤੋਂ ਕੰਮ ਲਿਆ ਜਾ ਸਕਦਾ ਹੈ, ਜਲਦੀ ਇਹਨਾਂ 'ਚ ਕੋਈ ਖਰਾਬੀ ਨਹੀਂ ਆਉਂਦੀ। ਠੀਕ ਹੈ, ਇਸ ਕਰਕੇ ਇਹਨਾਂ ਨੂੰ ਇੰਡਸਟਰੀਅਲ ਮਾਡਲ ਮਸ਼ੀਨ ਬੋਲਦੇ ਆ ਜੋ ਇੰਡਸਟਰੀ ਦੇ ਵਿੱਚ ਇਸਤੇਮਾਲ ਹੁੰਦੀਆਂ ਨੇ। ਉਸ ਤੋਂ ਬਾਅਦ ਇਹਨਾਂ ਮਸ਼ੀਨਾਂ ਤੋਂ ਦੇਖੋ ਕਿਸ ਤਰ੍ਹਾਂ ਦਾ ਕੰਮ ਲਿਆ ਜਾ ਰਿਹਾ, ਜਿਵੇਂ ਕੁਇਲਟਿੰਗ ਦੀਆਂ ਰਜਾਈਆਂ ਬਣਦੀਆਂ ਨੇ ਹੈ ਨਾ, ਆਪਣੇ ਕੋਲ ਰੈਡੀਮੇਡ ਕੁਇਲਟਿੰਗ ਦੀਆਂ ਕੁਸ਼ਨਸ ਆਉਂਦੇ ਨੇ, ਸਰਾਣੇ ਆਉਂਦੇ ਨੇ, ਸੋਫਾ ਕਵਰਸ ਆਉਂਦੇ ਨੇ, ਜਾਂ ਫਿਰ ਸਾਡੇ ਕੋਲ ਬੈੱਡ ਸ਼ੀਟਸ ਆਉਂਦੀਆਂ ਨੇ, ਤਾਂ ਉਹਨਾਂ ਉੱਪਰ ਐਮਬਰਾਇਡਰੀ ਕੀਤੀ ਹੁੰਦੀ ਆ। ਐਮਬਰਾਇਡਰੀ ਕਿਹਨਾਂ ਤੇ ਕੀਤੀ ਹੁੰਦੀ ਆ? ਉਹ ਐਮਬਰਾਇਡਰੀ ਇਹਨਾਂ ਮਸ਼ੀਨਾਂ ਦੇ ਉੱਪਰ ਕਰਕੇ ਕੀ ਹੈ ਡੈਕੋਰੇਟ ਕਰਦੇ ਹੋਏ ਚੀਜ਼ਾਂ ਨੂੰ ਤਿਆਰ ਕੀਤਾ ਹੁੰਦਾ। ਹੁਣ ਉਸ ਤੋਂ ਬਾਅਦ ਨੈਕਸਟ ਸਾਡੇ ਕੋਲ ਆ ਰਿਹਾ ਹੈ ਓਵਰਲੌਕ ਮਸ਼ੀਨ। ਹੁਣ ਓਵਰਲੌਕ ਮਸ਼ੀਨ ਤੁਹਾਨੂੰ ਵੀ ਪਤਾ ਹੈ ਕਿ ਓਵਰਲੌਕ ਮਸ਼ੀਨ ਹਮੇਸ਼ਾ ਫਿਨਿਸ਼ਿੰਗ ਲਈ ਵਰਤਿਆ ਜਾਂਦਾ ਹੈ ਨਾ, ਓਵਰਲੌਕ ਮਸ਼ੀਨ ਨੂੰ ਕੀ ਹੈ ਕੱਪੜੇ ਦੀ ਫਿਨਿਸ਼ਿੰਗ ਲਈ ਵਰਤਿਆ ਜਾਂਦਾ। ਹੁਣ ਫਿਨਿਸ਼ਿੰਗ ਇਹਦੇ ਵਿੱਚ 3 ਕੋਨਾਂ ਵੀ ਚਲਦੀਆਂ ਨੇ, 4 ਵੀ ਚਲਦੀਆਂ ਨੇ। ਠੀਕ ਹੈ, 3 ਕੋਨਾਂ ਵਾਲੀ ਮਸ਼ੀਨ ਵੀ ਆਉਂਦੀ ਹੈ ਓਵਰਲੌਕ, 4 ਕੋਨਾਂ ਵਾਲੀ ਮਸ਼ੀਨ ਵੀ ਆਉਂਦੀ ਹੈ, ਬਟ ਜੋ ਜ਼ਿਆਦਾਤਰ ਯੂਜ਼ ਹੁੰਦੀ ਹੈ ਉਹ 3 ਥ੍ਰੈਡ ਮਸ਼ੀਨ ਯੂਜ਼ ਹੁੰਦੀ ਹੈ। ਆਪਾਂ ਘਰਾਂ ਵਿੱਚ ਵੀ 3 ਥ੍ਰੈਡ ਮਸ਼ੀਨ, ਦਰਜੀਆਂ ਕੋਲ ਵੀ ਦੇਖਦੇ ਹਾਂ 3 ਥ੍ਰੈਡ ਮਸ਼ੀਨ ਜਿਹੜੀ ਓਵਰਲੌਕ ਦੀ ਹੁੰਦੀ ਹੈ, ਔਰ ਇਹਦੇ ਨਾਲ ਕੀ ਹੈ, ਇਹਦੇ ਨਾਲ ਗਾਰਮੈਂਟ ਦੀ ਫਿਨਿਸ਼ਿੰਗ ਆ ਜਾਂਦੀ ਹੈ, ਬਹੁਤ ਵਧੀਆ ਫਿਨਿਸ਼ਿੰਗ ਲੱਗਦੀ ਹੈ, ਬੈਕ ਸਾਈਡ ਤੋਂ ਵੀ ਦੇਖਣ ਤੋਂ ਵੀ, ਫਰੰਟ ਤੋਂ ਵੀ ਦੇਖਣ ਤੋਂ ਵੀ ਏਦਾਂ ਲੱਗਦਾ ਹੈ ਕਿ ਹਾਂਜੀ ਕੱਪੜਾ ਬਹੁਤ ਵਧੀਆ ਤਿਆਰ ਹੋਇਆ। ਤਾਂ ਇਹਨੂੰ ਕੀ ਹੈ ਅਸੀਂ ਨਾਰਮਲੀ ਘਰਾਂ ਵਿੱਚ ਵੀ ਇਸਤੇਮਾਲ ਕਰ ਸਕਦੇ ਹਾਂ। ਨੈਕਸਟ ਸਾਡੇ ਕੋਲ ਆ ਰਿਹਾ ਹੈ ਯੂਜ਼ ਆਫ ਜ਼ਿਗਜ਼ੈਗ ਮਸ਼ੀਨ। ਹੁਣ ਕੀ ਯੂਜ਼ ਹੈ ਜ਼ਿਗਜ਼ੈਗ ਮਸ਼ੀਨ ਦਾ? ਇਹ ਕੱਪੜੇ ਦੇ ਕਿਨਾਰਿਆਂ ਨੂੰ ਫਿਨਿਸ਼ ਕਰਦੀ ਆ। ਹੁਣ ਤੁਹਾਡੇ ਕੋਲ 3 ਥ੍ਰੈਡ ਓਵਰਲੌਕ ਮਸ਼ੀਨ ਦਾ ਸਟਿਚ ਨਜ਼ਰ ਆ ਰਿਹਾ ਪਿਕਚਰ ਦੇ ਵਿੱਚ, ਜੋ 3 ਥ੍ਰੈਡ ਵਾਲਾ ਮਸ਼ੀਨ ਦਾ ਟਾਂਕਾ ਹੈ ਉਹ ਤੁਹਾਨੂੰ ਪਿਕਚਰ ਦੇ ਵਿੱਚ ਦਿਖਾਇਆ ਹੋਇਆ ਹੈ ਕਿ ਜੇ 3 ਕੋਨਾ ਬਣਦੇ ਆ ਤਾਂ ਉਹਦੀ ਫਿਨਿਸ਼ਿੰਗ ਇਸ ਹਿਸਾਬ ਨਾਲ ਆਉਂਦੀ ਹੈ, ਯਾਨੀ ਕਿ ਕੀ ਹੈ ਜ਼ਿਗਜ਼ੈਗਿੰਗ, ਦੋਨੋਂ ਸਾਈਡ ਤੇ ਧਾਗੇ ਦੀ ਜ਼ਿਗਜ਼ੈਗਿੰਗ ਚੱਲ ਰਹੀ ਆ ਔਰ ਕੀ ਹੋ ਗਿਆ ਕਿਨਾਰਾ ਫਿਨਿਸ਼ ਹੋ ਗਿਆ। ਉਸ ਤੋਂ ਬਾਅਦ ਨੈਕਸਟ ਆ ਰਿਹਾ ਸਾਡੇ ਕੋਲ ਜ਼ਿਗਜ਼ੈਗ ਟਾਂਕਾ। ਹੁਣ ਜ਼ਿਗਜ਼ੈਗ ਮਸ਼ੀਨ ਹੈ ਤਾਂ ਸਭ ਤੋਂ ਪਹਿਲਾਂ ਉਹਦਾ ਜੋ ਸਟੈਪ ਹੈ ਉਹ ਹੈਗਾ ਇਹ ਵਾਲਾ ਜ਼ਿਗਜ਼ੈਗ ਦਾ ਟਾਂਕਾ। ਠੀਕ ਹੈ, ਫਰਸਟ ਸਟੈਪ ਜ਼ਿਗਜ਼ੈਗ ਟਾਂਕਾ। ਇਹ ਕੀ ਕਰਦਾ? ਟਾਂਕਾ ਜ਼ਿਗਜ਼ੈਗਿੰਗ ਕਰਦਾ ਜਾ ਰਿਹਾ ਹੈ ਨਾ, ਸਟਿਚ ਕੀ ਕਰਦਾ ਜਾ ਰਿਹਾ? ਜ਼ਿਗਜ਼ੈਗਿੰਗ ਕਰਦਾ ਜਾ ਰਿਹਾ, ਜ਼ਿਗਜ਼ੈਗ ਕਰਦਾ ਜਾ ਰਿਹਾ,
और ਇਹਦੀ zigzagging ਇਸ ਤਰ੍ਹਾਂ waves ਦੀ ਤਰ੍ਹਾਂ ਇਸ ਤਰ੍ਹਾਂ zigzagging ਚੱਲ ਰਹੀ ਹੈ ਔਰ ਇਹਦੇ ਨਾਲ ਕਿਆ ਹੈ ਅਸੀਂ ਬਹੁਤ ਸਾਰੇ ਕੰਮ ਲੈ ਸਕਦੇ ਹਾਂ ਠੀਕ ਹੈ ਹੁਣ ਇੱਕ ਇੱਕ ਕਰਕੇ ਉਹਨਾਂ ਦੇ ਬਾਅਦ ਚ ਕੰਮ ਵੀ ਦੱਸੂਗੀ ਕਿ zigzag ਟਾਂਕਿਆਂ ਨਾਲ ਕਿਹੜੇ ਕੰਮ ਹੁੰਦੇ ਨੇ ਉਸ ਤੋਂ ਬਾਅਦ ਹੈ ਸਾਟਨ ਸਟਿਚ ਇਸ ਮਸ਼ੀਨ ਦੇ ਨਾਲ ਅਗਰ zigzagging ਦਾ ਜੋ ਟਾਂਕਾ ਹੈ ਜੋ ਪਹਿਲਾਂ ਅਸੀਂ ਦੂਰ ਪਾਇਆ ਉਹਨੂੰ ਜਦੋਂ ਕਮਾਂਡ ਦਵਾਂਗੇ ਜਾਂ ਉਹਨੂੰ ਸੈਟਿੰਗ ਕਰਾਂਗੇ ਤਾਂ ਉਹਦੇ ਨਾਲ ਅਸੀਂ ਕੀ ਹੈ ਕਲੋਜ਼ਲੀ ਸਾਟਨ ਵੀ ਪਾ ਦਾਂਗੇ ਠੀਕ ਹੈ ਕਲੋਜ਼ ਸਾਟਨ ਸਟਿਚ ਵੀ ਉਹਦੇ ਨਾਲ ਪਾਇਆ ਜਾ ਸਕਦਾ ਹੈ ਇਹਨਾਂ ਮਸ਼ੀਨਾਂ ਦੇ ਨਾਲ ਸਾਟਨ ਸਟਿਚ ਵੀ ਦੇਖੋ ਤੁਹਾਡੇ ਕੋਲ ਪਿਕਚਰ ਚ ਕਲੀਅਰ ਦਿਖ ਰਿਹਾ ਹੈ ਕਿ ਮਸ਼ੀਨ ਦਾ ਫੁੱਟ ਲੱਗਾ ਹੋਇਆ ਹੈ ਔਰ ਇਹਦੇ ਲਈ ਕਿਹੜਾ ਫੁੱਟ ਲੱਗਦਾ ਸਾਟਨ ਫੁੱਟ ਲੱਗਦਾ ਔਰ ਕੀ ਹੈ ਸਾਟਨ ਦਾ ਟਾਂਕਾ ਜਿੰਨਾ ਤੁਸੀਂ ਕਮਾਂਡ ਦੋਗੇ ਚੌੜਾ ਜਿੰਨਾ ਤੁਸੀਂ ਕਮਾਂਡ ਦੋਗੇ ਘੱਟ ਸਾਟਨ ਦਾ ਸਟਿਚ ਬਿਲਕੁਲ ਨਾਲ ਕਰਦੇ ਪੈਂਦਾ ਆ ਰਿਹਾ ਹੈ ਉਸ ਤੋਂ ਬਾਅਦ ਨੈਕਸਟ ਆਂਦਾ ਹੈ ਸਾਡੇ ਕੋਲ ਕਵਰ ਸਟਿਚ ਹੁਣ ਕਵਰ ਸਟਿਚ ਕੀ ਹੁੰਦਾ ਹੁਣ ਤੁਹਾਡੇ ਕੋਲ ਦੇਖ ਲਓ ਮੈਂ ਬੈਕ ਔਰ ਫਰੰਟ ਦੋਨੋਂ ਹੀ ਪਿਕਚਰਸ ਦਿਖਾਈ ਹੋਈ ਹੈ ਠੀਕ ਹੈ ਕੱਪੜੇ ਦੀ ਬੈਕ ਕੀ ਹੈ ਕੱਪੜੇ ਦੀ ਫਰੰਟ ਕੀ ਹੈ ਫਰੰਟ ਤੇ ਜਦੋਂ ਅਸੀਂ ਕਵਰ ਸਟਿਚ ਕਰਦੇ ਆ ਫਰੰਟ ਤੇ ਦੋ ਲਾਈਨਾਂ ਨਜ਼ਰ ਆਉਂਦੀਆਂ ਨੇ ਬੱਖੀਏ ਦੀਆਂ ਦੋ ਲਾਈਨਾਂ ਬਟ ਜਦੋਂ ਬੈਕ ਸਾਈਡ ਤੋਂ ਦੇਖਦੇ ਆ ਤਾਂ ਉਹ ਕੀ ਬਣਦਾ ਹੈ zigzag ਟਾਂਕਾ ਬਣਦਾ ਹੈ ਠੀਕ ਹੈ ਬੈਕ ਤੋਂ ਬਣਦਾ zigzag ਫਰੰਟ ਤੋਂ ਬਣਦਾ ਦੋ ਲਾਈਨਾਂ ਹੈ ਨਾ ਔਰ ਇਹਨੂੰ ਕਵਰ ਸਟਿਚ ਹਮੇਸ਼ਾ ਡਬਲ ਨੀਡਲ ਦੇ ਨਾਲ ਹੁੰਦਾ ਠੀਕ ਹੈ ਡਬਲ ਨੀਡਲ ਯੂਜ਼ ਹੁੰਦੀ ਹੈ ਕਵਰ ਸਟਿਚ ਕਰਨ ਦੇ ਲਈ ਔਰ ਇਹ ਕਿੱਥੇ ਕੀਤਾ ਜਾਂਦਾ ਹੈ ਇਹਨਾਂ ਮਸ਼ੀਨਾਂ ਨੂੰ ਉੱਥੇ ਯੂਜ਼ ਕੀਤਾ ਜਾਂਦਾ ਹੈ ਜਿੱਥੇ ਆਪਾਂ ਕੋਈ ਫਿਨਿਸ਼ਿੰਗ ਦਾ ਕੰਮ ਕਰ ਰਹੇ ਹਾਂ ਜਿਵੇਂ ਅਸੀਂ ਰੈਡੀਮੇਡ ਟੀ-ਸ਼ਰਟਾਂ ਦੇਖਦੇ ਹਾਂ ਉੱਥੇ ਕੀ ਹੈ ਫਰੰਟ ਤੇ ਦੋ ਲਾਈਨਾਂ ਨਜ਼ਰ ਆਉਂਦੀਆਂ ਨੇ ਪਜਾਮੇ ਦੀਆਂ ਮੋਰੀਆਂ ਹੈ ਉੱਥੇ ਦੋ ਲਾਈਨਾਂ ਫਰੰਟ ਤੋਂ ਨਜ਼ਰ ਆਉਂਦੀਆਂ ਨੇ ਔਰ ਬੈਕ ਸਾਈਡ ਤੋਂ ਕੀ ਹੈ ਦਾ zigzag ਦਾ ਟਾਂਕਾ ਸਟ੍ਰੈਚੇਬਲ ਫੈਬਰਿਕ ਦੇ ਉੱਪਰ ਇਹਨਾਂ ਨੂੰ ਇਸਤੇਮਾਲ ਕੀਤਾ ਜਾਂਦਾ ਹੈ ਕਿਉਂਕਿ ਕਪੜਾ ਸਟ੍ਰੈਚ ਹੋਣ ਕਰਕੇ ਖੁੱਲ ਜਾਂਦਾ ਹੈ zigzagging ਹੋਣ ਕਰਕੇ ਖੁੱਲ ਜਾਂਦਾ ਜਿੰਨਾ ਸਟ੍ਰੈਚ ਹੋਏਗਾ ਸੀਨਾ ਦੀਆਂ ਟੁੱਟਣਗੀਆਂ ਨਹੀਂ ਇਸ ਕਰਕੇ ਕਵਰ ਸਟਿਚ ਦਾ ਇਸਤੇਮਾਲ ਸਟ੍ਰੈਚੇਬਲ ਕੱਪੜਿਆਂ ਉੱਪਰ ਜ਼ਿਆਦਾ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਨੈਕਸਟ ਸਾਡੇ ਕੋਲ ਆ ਰਿਹਾ ਹੈ ਨਿਊ ਲੇਡੀ ਯਾਨੀ ਕਿ ਬਲਾਈਂਡ ਹੈਮ ਹੁਣ ਦੇਖੋ ਤੁਹਾਡੇ ਕੋਲ ਪਿਕਚਰ ਦੇ ਵਿੱਚ ਦਿਖ ਰਿਹਾ ਬਲਾਈਂਡਿੰਗ ਹੈਮ ਕਿਸ ਤਰ੍ਹਾਂ ਹੋ ਰਹੀ ਹੈ ਵੀ ਕੱਪੜੇ ਨੂੰ ਮੋੜਿਆ ਹੋਇਆ ਉਹਦੇ ਉੱਪਰ ਸਿਰਫ ਹਲਕਾ ਜਿਹਾ ਕਾਰਨਰ ਦਾ ਟਾਂਕਾ ਜਾ ਰਿਹਾ ਹੈ ਨਾ ਕਾਰਨਰ ਟੱਚ ਹੋ ਰਿਹਾ ਜਿਹੜਾ ਅਸੀਂ zigzagging ਟਾਂਕਾ ਪਾਉਂਦੇ ਜਾ ਰਹੇ ਹਾਂ ਨਾ ਉਹਦਾ ਸਿਰਫ ਹਲਕੀ ਜੀ ਨੋਕ ਜਿਹੜੀ ਹੈ ਉਹ ਮੁੜੇ ਹੋਏ ਕੱਪੜੇ ਉੱਪਰ ਟੱਚ ਹੋ ਰਹੀ ਹੈ ਯਾਨੀ ਕਿ ਸਾਨੂੰ ਕੀ ਹੈ ਹੈਮਿੰਗ ਮਿਲ ਰਹੀ ਹੈ ਜਦੋਂ ਅਸੀਂ ਇਹਨੂੰ ਸਿੱਧੇ ਪਾਸੇ ਦੇਖਾਂਗੇ ਨਾ ਬਰੀਕ ਬਰੀਕ ਛੋਟੇ ਟਾਂਕੇ ਨਜ਼ਰ ਆਣਗੇ ਹੈ ਨਾ ਔਰ ਇਹਨੂੰ ਕੀ ਬੋਲਦੇ ਆ ਅਸੀਂ ਬਲਾਈਂਡ ਹੈਮ ਬੋਲਦੇ ਆ ਔਰ ਪੌਂਚਿਆਂ ਤੇ ਪਜਾਮਿਆਂ ਤੇ ਪੈਂਟਾਂ ਦੀਆਂ ਮੋਰੀਆਂ ਤੇ ਰੈਡੀਮੇਡ ਜ਼ਿਆਦਾਤਰ ਇਹ ਵਾਲਾ ਸਟਿਚ ਪਾਉਂਦੇ ਹੋਏ ਕੀ ਹੈ ਹੈਮਿੰਗ ਸਟਿਚ ਕੀਤਾ ਹੁੰਦਾ ਹੈ ਔਰ ਜਿਹਦੇ ਨਾਲ ਕੀ ਹੈ ਕੱਪੜਿਆਂ ਦੇ ਨੀਚੋਂ ਮੋਰੀਆਂ ਜਿਹੜੀਆਂ ਆਸਾਨੀ ਨਾਲ ਫੋਲਡ ਹੋ ਜਾਂਦੀਆਂ ਉਸ ਤੋਂ ਬਾਅਦ ਅਸੀਂ ਕੀ ਕਰ ਸਕਦੇ ਹਾਂ zigzag ਦੇ ਨਾਲ ਕਟਾਂ ਪਾ ਸਕਦੇ ਹਾਂ ਯਾਨੀ ਕਿ ਸਕੈਲੋਪ ਠੀਕ ਹੈ ਸਕੈਲੋਪ ਕਟਾਂ ਅਸੀਂ zigzag ਮਸ਼ੀਨ ਦੇ ਨਾਲ ਕਟਾਂ ਬੜੇ ਸੋਹਣੇ ਪਾ ਸਕਦੇ ਆ ਸਾਟਨ ਸਟਿਚ ਦਾ ਜਾਂ ਕਟਾਂ ਦੀ ਆਪਸ਼ਨ ਹੁੰਦੀ ਆ ਉਹਦੇ ਵਿੱਚ ਜਿਹਨਾਂ ਮਸ਼ੀਨਾਂ ਨੂੰ zigzag ਮਸ਼ੀਨਾਂ ਨੂੰ ਅਸੀਂ ਲੈ ਰਹੇ ਆ ਨਾ ਉਹਦੇ ਵਿੱਚ ਇੱਕ ਆਪਸ਼ਨ ਵੀ ਹੁੰਦੀ ਹੈ ਕਟਾਂ ਵਾਲੀ ਉਹ ਆਟੋਮੈਟਿਕ ਇੱਕੋ ਜਿਹੇ ਕਟਾਂ ਪਾਉਂਦਾ ਜਾ ਰਿਹਾ ਠੀਕ ਹੈ ਬਾਅਦ ਚੋਂ ਕੀ ਹੈ ਅਸੀਂ ਕੱਪੜੇ ਨੂੰ ਕਟਿੰਗ ਕਰ ਲੈਂਦੇ ਆ ਕਟਾਂ ਦੇ ਨਾਲੋਂ ਕੱਪੜੇ ਦੀ ਕਟਿੰਗ ਕਰਦੇ ਹੋਏ ਅਸੀਂ ਕੀ ਕਰਦੇ ਆ ਕਟਾਂ ਨੂੰ ਫਿਨਿਸ਼ਿੰਗ ਕਰ ਦਿੰਦੇ ਆ ਔਰ ਉਹ ਕੀ ਕਰਦਾ ਆਪਣੇ ਸਾਟਨ ਟਾਂਕੇ ਦੀ ਵਰਤੋਂ ਕਰਦਾ ਹੋਇਆ ਕਟਾਂ ਪਾ ਦਿੰਦਾ ਯਾਨੀ ਕਿ zigzag ਮਸ਼ੀਨ ਦੇ ਨਾਲ ਸਕੈਲਪਸ ਦਾ ਵੀ ਕੰਮ ਲਿਆ ਜਾ ਸਕਦਾ ਉਸ ਤੋਂ ਬਾਅਦ ਨੈਕਸਟ ਸਾਡੇ ਕੋਲ ਆ ਰਿਹਾ ਹੈ ਸ਼ੈਲ ਟਾਂਕਾ ਹੁਣ ਸ਼ੈਲ ਟਕ ਕੀ ਹੁੰਦਾ ਸ਼ੈਲਸ ਹੁੰਦਾ ਸ਼ੈਲਸ ਦੀ ਤਰ੍ਹਾਂ ਵੇਵਸ ਬਣਦੀਆਂ ਹੋਈਆਂ ਸ਼ੈਲਸ ਜਿਹਨਾਂ ਨੂੰ ਅਸੀਂ ਸ਼ੈਲ ਟਕ ਬੋਲਦੇ ਹਾਂ ਤੁਸੀਂ ਸ਼ਾਇਦ ਹੱਥ ਵਿੱਚ ਸੈਂਪਲ ਬਣਾਇਆ ਹੋਵੇ ਸ਼ੈਲ ਟਕ ਜਿਹੜੇ ਸਿਲਾਈ ਵਾਲੇ ਬੱਚੇ ਆ ਉਹਨਾਂ ਨੂੰ ਮੈਡਮ ਸ਼ੈਲ ਟਕ ਦਾ ਸੈਂਪਲ ਬਣਵਾਉਂਦੇ ਆ ਔਰ ਸ਼ੈਲਸ ਏਦਾਂ ਬਣਦੀਆਂ ਨੇ ਜਿਵੇਂ ਸਮੁੰਦਰ ਦੀ ਸਿੱਪੀ ਹੁੰਦੀ ਆ ਉਹਦੇ ਉੱਪਰ ਕੀ ਏਦਾਂ ਕਰਕੇ ਵੇਵਸ ਬਣੀਆਂ ਹੁੰਦੀਆਂ ਨਾ ਸਿੱਪੀ ਦੇ ਉੱਪਰ ਇਸੇ ਕਰਕੇ ਇਹਨੂੰ ਸ਼ੈਲ ਟਕਸ ਬੋਲਦੇ ਨੇ ਔਰ ਇਹ ਕੱਪੜੇ ਨੂੰ ਫੋਲਡ ਕਰਕੇ ਕੀ ਆ ਉਹਦੇ ਉੱਪਰ zigzagging ਏਦਾਂ ਸ਼ੈਲ ਬਣਾਉਂਦੇ ਹੋਏ ਟਕਸ ਪਾਉਂਦਾ ਹੈ ਠੀਕ ਹੈ ਸ਼ੈਲਸ ਬਣਾ ਰਿਹਾ ਉਹਦੇ ਉੱਪਰ zigzagging ਕਰ ਰਿਹਾ ਔਰ ਇਹਦੇ ਨਾਲ ਕੀ ਹੈ ਅਸੀਂ ਬੜੇ ਆਰਾਮ ਨਾਲ ਸ਼ੈਲ ਟਕਸ ਬਣਾ ਸਕਦੇ ਹਾਂ ਔਰ ਤੁਹਾਡੇ ਕੋਲ ਪਿਕਚਰ 'ਚ ਦਿਖ ਰਿਹਾ ਕਿ ਕਿੰਨੇ ਸੋਹਣੇ ਤਰੀਕੇ ਨਾਲ ਇੱਕੋ ਜਿਹੇ ਟਾਂਗੇ ਲੈਂਦੇ ਹੋਏ ਉਹਨੇ ਇੱਕ ਬਰਾਬਰ ਕੀ ਹੈ ਸ਼ੈਲ ਟਕਸ ਪਾਏ ਹੋਏ ਨੇ ਚਾਹੇ ਅਸੀਂ ਇਹਨਾਂ ਟਾਂਕੀ ਦੀ ਵਰਤੋਂ ਨੂੰ ਪੌਂਚਿਆਂ ਉੱਪਰ ਵੀ ਕਰ ਸਕਦੇ ਹਾਂ ਕਿਉਂਕਿ ਪੌਂਚਿਆਂ ਉੱਪਰ ਵੀ ਅਸੀਂ zigzag ਬਣਾਉਂਦੇ ਆ ਨਾ ਸਕਰੋਲ ਬਣਾਉਂਦੇ ਆ ਔਰ zigzag ਮਸ਼ੀਨ ਦੇ ਉੱਪਰ ਅਗਰ ਇਹ ਫੰਕਸ਼ਨ ਹੈ ਤਾਂ ਅਸੀਂ ਕੀ ਆ ਉਹਦੇ ਤੋਂ ਪੌਂਚਿਆਂ ਦੇ ਉੱਪਰ ਸਕਰੋਲ ਪਾਉਣ ਦਾ ਵੀ ਕੰਮ ਲੈ ਸਕਦੇ ਹਾਂ
ਉਸ ਤੋਂ ਬਾਅਦ ਨੈਕਸਟ ਸਾਡੇ ਕੋਲ ਆ ਰਿਹਾ ਓਵਰਕਾਸਟ ਟਾਂਕਾ। ਹੁਣ ਓਵਰਕਾਸਟ ਦਾ ਮਤਲਬ ਕੀ ਹੁੰਦਾ, ਆਪਾਂ ਹੱਥ ਵਿੱਚ ਓਵਰਕਾਸਟ ਟਾਂਕਾ ਪਾਉਂਦੇ ਆ ਤਾਂ ਅਸੀਂ ਬਟਨ ਹੋਲ ਪਾਉਂਦੇ ਆ, ਹੈਨਾ। ਬਟਨ ਹੋਲ ਪਾਉਂਦੇ ਹੋਏ ਅਸੀਂ ਕਿਨਾਰਿਆਂ ਨੂੰ ਫਿਨਿਸ਼ ਕਰਦੇ ਆ। ਹੁਣ ਓਵਰਕਾਸਟ ਸਟਿਚ ਦੀ ਵਰਤੋਂ ਮਸ਼ੀਨ ਵਿੱਚ ਵੀ ਉਹੀ ਕੀਤੀ ਜਾਂਦੀ ਹੈ, ਯਾਨੀ ਕਿ ਕਿਨਾਰਿਆਂ ਦੀ ਫਿਨਿਸ਼ਿੰਗ ਕੀਤੀ ਜਾਂਦੀ ਹੈ। ਔਰ ਟਾਂਗਾ ਕਿਸ ਤਰ੍ਹਾਂ ਦਾ ਨਜ਼ਰ ਆਂਦਾ, ਜਿਹੋ ਜਿਹਾ ਅਸੀਂ ਹੱਥ ਵਿੱਚ ਬਟਨ ਹੋਲ ਪਾ ਰਹੇ ਹਾਂ ਉਸੇ ਤਰ੍ਹਾਂ ਹੀ ਸੇਮ ਮਸ਼ੀਨ ਬਟਨ ਹੋਲ ਪਾ ਰਹੀ ਹੈ ਔਰ ਕੀ ਕਰ ਰਹੀ ਹੈ, ਕਿਨਾਰਿਆਂ ਨੂੰ ਫਿਨਿਸ਼ ਕਰ ਰਹੀ ਹੈ। ਜਦੋਂ ਸਾਡੇ ਕੋਲ ਓਵਰਲੌਕ ਮਸ਼ੀਨ ਦੀ ਆਪਸ਼ਨ ਨਹੀਂ ਹੁੰਦੀ ਹੈ ਨਾ, ਓਵਰਲੌਕ ਮਸ਼ੀਨ ਦੀ ਸਾਡੇ ਕੋਲ ਆਪਸ਼ਨ ਨਹੀਂ ਹੈਗੀ ਤਾਂ ਅਸੀਂ ਕਿਸ ਤਰ੍ਹਾਂ ਕਰ ਸਕਦੇ ਹਾਂ, ਓਵਰਕਾਸਟ ਸਟਿਚ ਨੂੰ ਯੂਜ਼ ਕਰਕੇ ਕਿਨਾਰਿਆਂ ਨੂੰ ਫਿਨਿਸ਼ ਕਰ ਸਕਦੇ ਹਾਂ। ਉਸ ਤੋਂ ਬਾਅਦ ਨੈਕਸਟ ਸਾਡੇ ਕੋਲ ਆ ਰਿਹਾ ਹੈ ਫੈਗੋਟਿੰਗ ਸਿਲਾਈ। ਹੁਣ ਫੈਗੋਟਿੰਗ ਜੋ ਸਟਿਚ ਹੈ, ਫੈਗੋਟਿੰਗ ਹੈ ਸਜਾਵਟੀ ਸਿਲਾਈ। ਜਦੋਂ ਦੋ ਪੀਸਿਸ ਨੂੰ ਜੋ ਆਪਸ ਵਿੱਚ ਜੋੜਨ ਲਈ ਉਹਦੇ ਉੱਪਰ ਡਿਜ਼ਾਈਨਰ ਸਟਿਚ ਪਾ ਦਿੰਦੇ ਆ, ਉਹ ਸਾਡੀ ਹੋ ਜਾਂਦੀ ਹੈ ਫੈਗੋਟਿੰਗ ਸਟਿਚ। ਹੁਣ ਫੈਗੋਟਿੰਗ ਸਟਿਚ ਕਈ ਤਰ੍ਹਾਂ ਨਾਲ ਆਉਂਦੇ ਆ, ਇਹਦੇ ਵਿੱਚ ਬਹੁਤ ਸਾਰੇ ਡਿਜ਼ਾਈਨ ਨੇ। ਤੁਸੀਂ ਕਿਸੇ ਵੀ ਡਿਜ਼ਾਈਨ ਨੂੰ ਫੈਗੋਟਿੰਗ ਸਟਿਚ ਬਣਾ ਸਕਦੇ ਹੋ, ਕਿਸੇ ਵੀ ਡਿਜ਼ਾਈਨ ਨੂੰ, ਠੀਕ ਹੈ। ਕੀ ਕਰਨਾ ਤੁਸੀਂ ਦੇਖੋ, ਤੁਹਾਡੇ ਕੋਲ ਪਿਕਚਰ ਦਿਖ ਰਹੀ ਹੈ, ਦੋ ਕੱਪੜੇ ਨੇ, ਦੋ ਕੱਪੜਿਆਂ ਨੂੰ ਆਪਸ ਵਿੱਚ ਇਕੱਠਾ ਰੱਖਦੇ ਹੋਏ ਦੋਨਾਂ ਦੇ ਉੱਪਰ ਇੱਕੋ ਜਿਹੇ ਡਿਜ਼ਾਈਨ ਬਣਾ ਦਿੱਤੇ ਹੋ। ਇੱਕ ਤਾਂ ਉਹ ਦੋਨੋਂ ਆਪਸ ਵਿੱਚ ਜੁੜ ਗਏ, ਜੋੜ ਵੀ ਪੈ ਗਿਆ ਔਰ ਉਹਦੇ ਉੱਪਰ ਕੀ ਹੋ ਗਈ, ਡਿਜ਼ਾਈਨਿੰਗ ਵੀ ਹੋ ਗਈ। ਏਦਾਂ ਦੀ ਇਹ ਡਿਜ਼ਾਈਨਿੰਗ ਤੁਸੀਂ ਕੱਪੜਿਆਂ ਦੇ ਉੱਪਰ ਜਿੱਦਾਂ ਬਾਹਾਂ ਤੇ ਜੋੜ ਪੈ ਰਿਹਾ ਸੈਂਟਰ 'ਚ, ਅਗਰ ਨਹੀਂ ਵੀ ਪੈ ਰਿਹਾ, ਅਗਰ ਡਿਜ਼ਾਈਨਿੰਗ ਕਰਨਾ ਚਾਹੁੰਦੇ ਆ ਤਾਂ ਉੱਥੇ ਕੀ ਆ, ਅਸੀਂ ਫੈਗੋਟਿੰਗ ਸਟਿਚ ਦਾ ਇਸਤੇਮਾਲ ਕਰਦੇ ਹੋਏ ਕੱਪੜਿਆਂ ਨੂੰ ਡੈਕੋਰੇਟ ਕਰ ਸਕਦੇ ਹਾਂ। ਘੇਰੇ ਆਪਣੇ ਲੈਂਥ ਘਟ ਜਾਂਦੀ ਹੈ, ਸੂਟਾਂ ਦੀ ਲੈਂਥ ਘਟ ਜਾਂਦੀ ਆ, ਉਹਦੇ ਉੱਪਰ ਕੀ ਆ, ਨੀਚੇ ਪੀਸ ਜੋੜਨਾ ਹੈ। ਅਸੀਂ ਕੀ ਕਰਦੇ ਆ, ਵੈਸੇ ਤਾਂ ਲੈਸਾਂ ਲੂਸਾਂ ਦਾ ਇਸਤੇਮਾਲ ਕਰਦੇ ਆ, ਪਰ ਜੇ ਅਸੀਂ ਲੈਸ ਦਾ ਇਸਤੇਮਾਲ ਨਹੀਂ ਕਰਨਾ ਤਾਂ ਅਸੀਂ ਫੈਗੋਟਿੰਗ ਸਟਿਚ ਦੇ ਨਾਲ ਕੀ ਆ, ਉਹਦੀ ਲੈਂਥ ਨੂੰ ਲੰਬਾ ਕਰਦੇ ਹੋਏ ਡਿਜ਼ਾਈਨਿੰਗ ਵੀ ਕਰ ਲਾਂਗੇ ਔਰ ਕੀ ਕਰ ਲਾਂਗੇ, ਲੈਂਥ ਲੰਬੀ ਵੀ ਕਰ ਲਾਂਗੇ। ਉਸ ਤੋਂ ਬਾਅਦ ਨੈਕਸਟ ਸਾਡੇ ਕੋਲ ਆਉਂਦਾ ਹੈ ਲੈਡਰ ਸਟਿਚ। ਹੁਣ ਲੈਡਰ ਸਟਿਚ ਕੀ ਹੈ, ਲੈਡਰ ਸਟਿਚ ਦੇ ਨਾਲ ਅਸੀਂ ਰਿਬਨ ਲਗਾਉਂਦੇ ਆ, ਠੀਕ ਹੈ। ਲੈਡਰ ਸਟਿਚ ਤੁਹਾਡੇ ਕੋਲ ਪਿਕਚਰ ਦੇ ਵਿੱਚ ਲੈਡਰ ਟਾਂਕਾ ਦਿਖ ਰਿਹਾ ਹੈ ਨਾ, ਟੁੱਟਵਾਂ ਟੁੱਟਵਾਂ ਟਾਂਕਾ, ਔਰ ਇਹਦੇ ਨਾਲ ਕੀ ਹੈ, ਅਸੀਂ ਰਿਬਨਸ ਨੂੰ ਲਗਾਉਂਦੇ ਆ। ਟੁੱਟਵਾਂ ਟਾਂਕਾ ਹੁੰਦਾ ਇਸ ਕਰਕੇ ਉਹ ਟੁੱਟਦਾ ਹੀ ਨਹੀਂ ਹੈ, ਕਿਉਂਕਿ ਪਹਿਲਾਂ ਹੀ ਇਹਦੀ ਸਟਿਚਿੰਗ ਏਦਾਂ ਟੁੱਟ ਟੁੱਟ ਕੇ ਆ ਰਹੀ ਹੈ ਔਰ ਇਹਦੇ ਕਰਕੇ ਕੀ ਹੈ, ਇਹ ਰਿਬਨਸ ਦੇ ਉੱਪਰ ਵਧੀਆ ਲੱਗ ਜਾਂਦਾ। ਔਰ ਇਹਨੂੰ ਕਿਹੜਾ ਟਾਂਕਾ ਕਹਿੰਦੇ ਆ, ਰੈਂਪਾਰਟ। ਇਸ ਟਾਂਕੇ ਨੂੰ ਰੈਂਪਾਰਟ ਸਟਿਚ ਵੀ ਕਹਿੰਦੇ ਹਨ, ਠੀਕ ਹੈ। ਇਹ ਧਿਆਨ ਰੱਖਣਾ ਤੁਸੀਂ, ਲੈਡਰ ਸਟਿਚ, ਰੈਂਪਾਰਟ ਸਟਿਚ, ਔਰ ਇਹ ਜ਼ਿਆਦਾਤਰ ਰਿਬਨਸ ਦੇ ਉੱਪਰ ਇਸਤੇਮਾਲ। ਉਸ ਤੋਂ ਬਾਅਦ ਨੈਕਸਟ ਸਾਡੇ ਕੋਲ ਆ ਜਾਂਦਾ ਹੈ uses of zigzag machine। ਹੁਣ ਅਸੀਂ zigzag machine ਦਾ use ਕਿੱਥੇ ਕਿੱਥੇ ਕਰ ਸਕਦੇ ਹਾਂ, ਕਿਸ ਕਿਸ ਕੰਮ ਲਈ zigzag machine ਦਾ ਇਸਤੇਮਾਲ ਕਰ ਸਕਦੇ ਆ, ਉਹ ਮੈਂ ਤੁਹਾਨੂੰ ਦੱਸਦੀ ਹਾਂ ਕਿ ਇੱਥੇ ਨਾ zigzag machine ਨੂੰ ਕਿੱਥੇ ਇਸਤੇਮਾਲ ਹੁੰਦਾ। ਫੈਬਰਿਕ ਦੇ ਕਿਨਾਰਿਆਂ ਨੂੰ ਪੱਕਾ ਕਰਨ ਲਈ, ਜਿਹੜੇ ਫੈਬਰਿਕ ਦੇ ਕਿਨਾਰੇ ਆ ਫਿਨਿਸ਼ਡ ਨਹੀਂ ਹੈਗੇ, ਹੈ ਨਾ, ਖਿਲਰ ਰਿਹਾ, ਉਹਨਾਂ ਨੂੰ ਪੱਕਾ ਕਰਨ ਦੇ ਲਈ zigzag ਟਾਂਕੇ ਦਾ ਇਸਤੇਮਾਲ ਕੀਤਾ ਜਾਂਦਾ ਹੈ। ਤੁਹਾਡੇ ਕੋਲ ਪਿਕਚਰ ਦਿਖ ਰਹੀ ਹੈ ਕਿ ਸਾਡੇ ਕੋਲ ਫੈਬਰਿਕ ਸੀਗਾ, ਉਹਦੇ ਕਿਨਾਰੇ ਫਿਨਿਸ਼ਡ ਨਹੀਂ ਸੀ, ਉਹਦੇ ਉੱਪਰ ਕੀ ਕੀਤਾ, ਉਹਨੂੰ ਫਿਨਿਸ਼ਿੰਗ ਦੇਣ ਵਾਸਤੇ zigzag ਦਾ ਟਾਂਕਾ ਕਰ ਦਿੱਤਾ, ਜਿਹਦੇ ਨਾਲ ਉਹਦੀ ਫਿਨਿਸ਼ਿੰਗ ਵੀ ਹੋਗੀ ਔਰ ਕੀ ਆ, ਉਹਦੀ ਡੈਕੋਰੇਸ਼ਨ ਵੀ ਹੋਗੀ। ਉਸ ਤੋਂ ਬਾਅਦ ਨੈਕਸਟ ਸਾਡੇ ਕੋਲ ਆ ਰਿਹਾ ਹੈ ਬਣੇ ਹੋਏ ਤਣਾਅ ਵਾਲੇ ਫੈਬਰਿਕ ਵਿੱਚ ਸੀਮ ਲਗਾਉਣਾ। ਹੁਣ ਤਣਾਅ ਵਾਲਾ ਫੈਬਰਿਕ ਕਿਹਨੂੰ ਬੋਲਦੇ ਆ, ਜਿਹੜੇ ਸਟ੍ਰੈਚੇਬਲ ਫੈਬਰਿਕ ਹੁੰਦੇ ਆ, ਜਦੋਂ ਉਹਨਾਂ ਨੂੰ ਅਸੀਂ ਮੋੜ ਕੇ ਸਿਲਾਈ ਲਗਾਉਂਦੇ ਆ, ਉਹਨਾਂ ਦੀ ਫਿਨਿਸ਼ਿੰਗ ਕਰਦੇ ਹੋਏ, ਮੋੜਦੇ ਹੋਏ ਸਿਲਾਈ zigzagging ਟਾਂਕੇ ਦਾ ਇਸਤੇਮਾਲ ਕਰਦੇ ਆ, ਕਿਉਂਕਿ ਜਦੋਂ ਅਸੀਂ ਸਟ੍ਰੈਚੇਬਲ ਕੱਪੜੇ ਉੱਪਰ ਸਿੱਧੀ ਸਿਲਾਈ ਲਗਾਉਂਦੇ ਆ ਨਾ, ਜਦੋਂ ਅਸੀਂ ਉਹਨੂੰ ਖਿੱਚਦੇ ਆ ਉਹ ਟੁੱਟ ਜਾਂਦੀ ਹੈ ਨਾ। ਅਸੀਂ ਕਈ ਵਾਰ ਦੇਖਿਆ ਹੋਣਾ ਕਿ ਸਟ੍ਰੈਚੇਬਲ ਕੱਪੜੇ ਤੇ ਸਿਲਾਈ ਲਗਾ ਰਹੇ ਆ, ਬਟ ਮਾੜਾ ਜਿਹਾ ਸਟ੍ਰੈਚ ਹੋਇਆ ਨਹੀਂ ਤਾਂ ਉਹ ਸੀਨ ਟੁੱਟ ਜਾਂਦੀ ਹੈ। ਬਟ ਜਦੋਂ ਅਸੀਂ ਉਸ ਸਟ੍ਰੈਚੇਬਲ ਕੱਪੜੇ ਉੱਪਰ zigzag ਦਾ ਟਾਂਗਾ ਪਾਉਂਦੇ ਆ ਨਾ, ਫਿਰ ਉਹ ਸਿਲਾਈ ਟੁੱਟਦੀ ਨਹੀਂ ਹੈ। ਉਹ ਕੀ ਹੈ, zigzag ਉਹਨੂੰ ਕੀ ਹੈ, ਸਟ੍ਰੈਚ ਹੋਣ ਵਿੱਚ ਹੈਲਪ ਕਰਦਾ। ਤਾਂ ਜ਼ਿਆਦਾਤਰ ਕੀ ਹੈ, ਸਟ੍ਰੈਚੇਬਲ ਕੱਪੜਿਆਂ ਦੇ ਉੱਪਰ ਕੀ ਹੈ, ਇਹਨਾਂ ਸਟਿਚਸ ਦੀ ਵਰਤੋਂ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਨੈਕਸਟ ਸਾਡੇ ਕੋਲ ਆਉਂਦਾ ਹੈ ਟਾਂਕਿਆਂ ਦੀ ਮੁਰੰਮਤ। ਟਾਂਕਿਆਂ ਦੀ ਮੁਰੰਮਤ ਅਤੇ ਸੁਧਾਰ ਕਰਨ ਲਈ। ਹੁਣ ਟਾਂਕਿਆਂ, ਜਿਵੇਂ ਤੁਹਾਡੇ ਕੋਲ ਪਿਕਚਰ ਦਿਖ ਰਹੀ ਹੈ ਕਿ ਸਾਡੇ ਕੋਲ ਇੱਕ ਕੱਪੜੇ ਦੇ ਉੱਪਰ ਟਕ ਲੱਗ ਗਿਆ ਹੈ ਨਾ, ਲੰਬਾ ਸਾਰਾ ਟਕ ਲੱਗ ਗਿਆ, ਅਸੀਂ ਉਹਨੂੰ ਕੀ ਕਰਨਾ, zigzagging ਦੇ ਨਾਲ ਕਵਰ ਕਰ ਸਕਦੇ ਹਾਂ, ਠੀਕ ਹੈ। zigzagging ਸਟਿਚ ਦੇ ਨਾਲ, ਚਾਹੇ ਅਸੀਂ ਸਾਟਨ ਸਟਿਚ ਯੂਜ਼ ਕਰ ਲਈਏ, ਚਾਹੇ ਅਸੀਂ ਦੂਰ ਦੂਰ ਵਾਲਾ zigzag ਯੂਜ਼ ਕਰ ਦਈਏ, ਅਸੀਂ ਕੀ ਕਰਨਾ, ਉਹਨਾਂ ਦੇ ਉੱਪਰ ਕੀ ਹੈ, ਟਕ ਦੇ ਉੱਪਰ zigzagging ਕਰਦੇ ਹੋਏ ਉਹਨਾਂ ਦੀ ਰਿਪੇਅਰ ਕਰ ਸਕਦੇ ਹਾਂ, ਠੀਕ ਹੈ। ਮਸ਼ੀਨ ਦਾ ਇਸਤੇਮਾਲ ਇਹਦੇ ਲਈ ਵੀ ਕੀਤਾ ਜਾ ਸਕਦਾ। ਉਸ ਤੋਂ ਬਾਅਦ ਨੈਕਸਟ ਸਾਡੇ ਕੋਲ ਆ ਰਿਹਾ ਹੈ
ਉਲੇੜੀ ਕਰਨ ਲਈ। ਹੁਣ ਕੱਪੜੇ ਦੀ ਉਲੇੜੀ ਕਰਨਾ, ਉਲੇੜੀ ਫਿਨਿਸ਼ਿੰਗ ਹੈ ਨਾ, ਕੱਪੜੇ ਨੂੰ ਮੋੜਨਾ। ਉਲੇੜੀ ਤੁਹਾਨੂੰ ਪਿੱਛੇ ਹੈਮ ਸਟਿਚ ਦੱਸਿਆ ਸੀ, ਇੱਥੇ ਤੁਹਾਨੂੰ ਉਲੇੜੀ ਦੱਸੂਗੀ। ਇਹ ਜਿਹੜੀ ਤੁਹਾਡੇ ਕੋਲ ਪੀਕੂ ਦਿਖ ਰਹੀ ਹੋਣੀ, ਪੀਕੂ ਕੀ ਹੈ? ਉਲੇੜੀ ਟਾਂਕਾ ਤੁਹਾਡਾ। ਹੁਣ ਇਹਨੂੰ ਪੀਕੂ ਨੂੰ ਜਦੋਂ ਅਸੀਂ ਕਰਦੇ ਆ, ਕਾਦੇ ਲਈ ਕਰਦੇ ਆ? ਕੱਪੜੇ ਦੀ ਕਿਨਾਰੀ ਨੂੰ ਫਿਨਿਸ਼ ਕਰਨ ਲਈ। ਰਾਉਂਡ ਹੁੰਦਾ ਇਹ ਬਿਲਕੁਲ ਰਾਉਂਡ ਦੇ ਵਿੱਚ, ਔਰ ਇਹਦੇ ਉੱਪਰ ਕਿਹੜਾ ਟਾਂਕਾ ਚੱਲਦਾ ਹੁੰਦਾ? zigzagging ਟਾਂਕਾ। ਠੀਕ ਹੈ, zigzag ਸਟਿਚ ਚੱਲ ਰਿਹਾ, ਕੱਪੜਾ ਰਾਉਂਡ ਹੋ ਰਿਹਾ, ਔਰ ਕੀ ਹੋਈ ਜਾ ਰਹੀ ਹੈ? ਕੱਪੜੇ ਦੀ ਉਲੇੜੀ ਹੋਈ ਜਾ ਰਹੀ ਹੈ, ਯਾਨੀ ਕਿ ਕੱਪੜੇ ਦੀ ਫਿਨਿਸ਼ਿੰਗ ਹੋ ਜਾ ਰਹੀ ਹੈ। ਯਾਨੀ ਕਿ ਇਹਨੂੰ ਅਸੀਂ ਜਾਂ ਤਾਂ ਪੀਕੋ ਸਟਿਚ ਵੀ ਕਹਿ ਸਕਦੇ ਆ, ਔਰ ਇਹਦੇ ਉੱਪਰ ਸਟਿਚ ਕਿਹੜਾ ਇਸਤੇਮਾਲ ਹੁੰਦਾ? ਇਹਦੇ ਉੱਪਰ ਸਟਿਚ zigzagging ਇਸਤੇਮਾਲ ਹੋ ਰਿਹਾ। ਉਸ ਤੋਂ ਬਾਅਦ ਨੈਕਸਟ ਸਾਡੇ ਕੋਲ ਆ ਰਿਹਾ ਹੈ ਬਟਨ ਹੋਲ ਸਿਲਾਈ। ਹੁਣ ਬਟਨ ਹੋਲ ਕਰਨ ਲਈ zigzag ਟਾਂਕਾ ਯੂਜ਼ ਹੁੰਦਾ ਹੈ। ਜਦੋਂ ਆਪਾਂ ਮਸ਼ੀਨੀ ਕਾਜ ਕਰਵਾਉਂਦੇ ਆ ਤਾਂ ਉਹ ਜੋ ਕਾਜ ਕਰ ਰਿਹਾ ਉਹ ਕਿਸ ਸਟਿਚ ਨੂੰ ਯੂਜ਼ ਕਰ ਰਿਹਾ ਹੈ ਕਾਜ ਕਰਨ ਲੱਗੇ? zigzag ਨੂੰ। ਠੀਕ ਹੈ, ਔਰ ਕਿਹੜਾ ਯੂਜ਼ ਕਰ ਰਿਹਾ? ਸਾਟਨ ਸਟਿਚ। ਜਦੋਂ zigzagging ਸਾਟਨ ਦੀ ਤਰ੍ਹਾਂ ਪਾਉਂਦੀ ਆ ਰਹੀ ਹੈ ਤਾਂ ਅਸੀਂ ਉਹਦੇ ਨਾਲ ਬਟਨ ਹੋਲ ਦਾ ਕੰਮ ਲੈ ਸਕਦੇ ਹਾਂ, ਯਾਨੀ ਕਿ ਉਹਦੇ ਨਾਲ ਕਾਜ ਦਾ ਕੰਮ ਵੀ ਲੈ ਸਕਦੇ ਹਾਂ। ਕਾਜ ਕਰ ਸਕਦਾ ਹੈ। ਦੇਖੋ ਤੁਹਾਡੇ ਕੋਲ ਪਿਕਚਰ ਦੇ ਵਿੱਚ ਦਿਖ ਰਿਹਾ, ਜਿਹੜੇ ਜੀਨ ਆਉਂਦੀਆਂ, ਰੈਡੀਮੇਡ ਕੱਪੜੇ ਆਉਂਦੇ ਆ, ਉਹਨਾਂ ਦੇ ਉੱਪਰ ਜਿਹੜੇ ਮਸ਼ੀਨ ਨਾਲ ਕਾਜ ਕੀਤੇ ਹੁੰਦੇ ਨੇ, ਹੱਥ ਨਾਲ ਤਾਂ ਆਪਾਂ ਘਰ ਵਿੱਚ ਕਰ ਸਕਦੇ ਆ, ਬਟ ਜਦੋਂ ਰੈਡੀਮੇਡ ਕੱਪੜੇ ਆ ਰਹੇ ਨੇ ਤਾਂ ਉੱਥੇ ਕੀ ਹੈ? zigzagging ਸਟਿਚ ਦੇ ਨਾਲ ਅਸੀਂ ਕੀ ਆ ਕੱਪੜੇ ਦੇ ਉੱਪਰ ਕਾਜ ਕਰ ਸਕਦੇ ਆ। ਠੀਕ ਹੈ, ਔਰ ਸਟਿਚ ਕਿਹੜਾ ਇਸਤੇਮਾਲ ਹੋ ਰਿਹਾ? ਸਟਿਚ ਇਸਤੇਮਾਲ ਹੋ ਰਿਹਾ zigzag। ਉਸ ਤੋਂ ਬਾਅਦ ਹੈ ਮਸ਼ੀਨ ਦੁਆਰਾ ਬਟਨ ਲਗਾਉਣਾ। ਹੁਣ zigzag ਦੇ ਟੈਕਨੀਕ ਦੇ ਨਾਲ ਮਸ਼ੀਨ ਬਟਨ ਵੀ ਲਗਾ ਰਹੀ ਹੈ। zigzag ਟਾਂਕਾ ਪਾ ਰਹੀ ਹੈ ਹੋਲਸ ਦੇ ਵਿੱਚ, ਹੋਲ ਦੇ ਉੱਪਰ ਸੈਟਿੰਗ ਕਰਨੀ ਹੁੰਦੀ ਹੈ ਕਿ ਕਿੰਨਾ ਹੋਲ ਹੈ, ਕਿੰਨਾ ਲੈਂਥ ਹੈ ਹੋਲ ਦੀ, ਔਰ ਉਹਦੇ ਉੱਪਰ ਕੀ ਹੈ? ਉਹ ਮਸ਼ੀਨ zigzag ਦੇ ਟਾਂਕੇ ਪਾ ਰਹੀ ਹੈ ਔਰ ਕੀ ਹੈ? ਬਟਨ ਅਟੈਚ ਕਰ ਰਹੀ ਹੈ। ਸਟਿਚ ਕਿਹੜਾ ਯੂਜ਼ ਹੋ ਰਿਹਾ? zigzag, ਕਿਉਂਕਿ ਉਹ ਕਦੇ ਇੱਕ ਹੋਲ ਵਿੱਚ ਜਾ ਰਿਹਾ ਹੈ zigzag ਕਰਦਾ, ਕਦੇ ਦੂਸਰੇ ਹੋਲ 'ਚ, ਔਰ ਕੀ ਹੈ? ਬਟਨ ਆਪਾਂ ਰੈਡੀਮੇਡ ਆਪਣੇ ਜਿੰਨੇ ਕੱਪੜੇ ਆਉਂਦੇ ਆ ਉਹਦੇ ਉੱਪਰ zigzag ਮਸ਼ੀਨ ਦੇ ਨਾਲ ਕੀ ਹੈ? ਬਟਨ ਦਾ ਕੰਮ ਕੀਤਾ ਹੁੰਦਾ, ਯਾਨੀ ਕਿ ਬਟਨ ਲੱਗੇ ਹੁੰਦੇ ਨੇ। ਉਸ ਤੋਂ ਬਾਅਦ ਸਾਡੇ ਕੋਲ ਨੈਕਸਟ ਆ ਰਿਹਾ ਹੈ ਸਜਾਵਟੀ ਸਿਲਾਈ। ਹੁਣ ਸਜਾਵਟੀ ਸਿਲਾਈ ਕੀ ਹੈ? ਜਦੋਂ ਅਸੀਂ zigzag ਮਸ਼ੀਨ ਦੀ ਵਰਤੋਂ ਸਜਾਵਟ ਲਈ ਕਰਦੇ ਆ, ਡਿਜ਼ਾਈਨਿੰਗ ਲਈ ਕਰਦੇ ਆ, ਡੈਕੋਰੇਸ਼ਨ ਲਈ ਕਰਦੇ ਆ, ਕੋਈ ਫਲਾਵਰ ਪੈਟਰਨ ਬਣਾਉਣ ਲਈ ਕਰਦੇ ਆ, ਪੈਚ ਬਣਾਉਣ ਲਈ ਕਰਦੇ ਆ, ਹੈ ਨਾ, ਪਰ ਕਰ ਰਹੇ ਹਾਂ ਅਸੀਂ ਕਿਹੜੇ? ਸਾਟਨ ਸਟਿਚ ਦੀ ਯੂਜ਼ ਕਰ ਰਹੇ ਆ, ਤਾਂ ਅਸੀਂ ਕੀ ਹੈ? zigzag ਟਾਂਕਾ ਯੂਜ਼ ਕਰ ਰਹੇ ਆ, ਔਰ ਕੀ ਕਰ ਰਹੇ ਆ? ਸਜਾਵਟ ਕਰ ਰਹੇ ਆ ਕੱਪੜਿਆਂ ਦੀ। ਕੋਈ ਜਿਵੇਂ ਤੁਹਾਡੇ ਕੋਲ ਪਿਕਚਰ ਦੇ ਵਿੱਚ ਦਿਖ ਰਿਹਾ ਕਿ zigzag ਟਾਂਕੇ ਦਾ ਇਸਤੇਮਾਲ ਕਰਦੇ ਹੋਏ, ਸਾਟਨ ਸਟਿਚ ਦਾ ਯੂਜ਼ ਕਰਦੇ ਹੋਏ ਕੀ ਹੈ? ਕੱਪੜੇ ਦੇ ਉੱਪਰ ਡੈਕੋਰੇਸ਼ਨ ਦੇ ਲਈ ਕੀ ਬਣਾਇਆ? ਫਲਾਵਰ ਬਣਾਇਆ ਹੋਇਆ ਹੈ ਨਾ, ਔਰ zigzag ਮਸ਼ੀਨ ਦਾ ਕੀ ਹੈ? ਇਸਤੇਮਾਲ ਡਿਜ਼ਾਈਨਿੰਗ ਲਈ, ਸਜਾਵਟ ਲਈ ਅਸੀਂ ਕਰ ਲਿਆ। ਉਸ ਤੋਂ ਬਾਅਦ ਨੈਕਸਟ ਸਾਡੇ ਕੋਲ ਆ ਰਿਹਾ ਹੈ ਐਪਲਿਕ ਕਢਾਈ। ਹੁਣ ਐਪਲਿਕਸ ਜੋੜਨ ਲਈ zigzag ਮਸ਼ੀਨ ਦਾ ਇਸਤੇਮਾਲ ਹੁੰਦਾ। ਐਪਲਿਕ ਹੱਥ ਨਾਲ ਵੀ ਅਸੀਂ ਕਰ ਸਕਦੇ ਆ, ਬਟ ਜਦੋਂ ਅਸੀਂ ਮਸ਼ੀਨ ਨਾਲ ਐਪਲਿਕ ਕਰ ਰਹੇ ਆ ਤਾਂ ਅਸੀਂ ਐਪਲਿਕ ਜਦੋਂ ਜੋੜਦੇ ਆ ਉਹਦੇ ਵਾਸਤੇ ਸਾਟਨ ਸਟਿਚ ਦਾ ਇਸਤੇਮਾਲ ਕਰਦੇ ਆ। ਠੀਕ ਹੈ, ਸਾਟਨ ਸਟਿਚ ਦਾ ਇਸਤੇਮਾਲ ਕਰਦੇ ਹੋਏ ਉਹਦੇ ਕਿਨਾਰੇ ਫਿਨਿਸ਼ ਕਰਦੇ ਹੋਏ ਅਸੀਂ ਕੀ ਆ? ਐਪਲਿਕ ਦਾ ਬੜਾ ਸੋਹਣਾ ਪੈਟਰਨ ਬਣਾ ਸਕਦੇ ਆ, ਔਰ ਮਸ਼ੀਨ ਦੇ ਨਾਲ ਈਜ਼ੀਲੀ ਕੀ ਹੈ? ਐਪਲਿਕ ਬਣ ਜਾਂਦਾ ਹੈ। ਅਸੀਂ ਐਪਲਿਕ ਨੂੰ ਕੀ ਕਰਨਾ ਹੈ? ਕੱਚਾ ਕਰਨਾ, ਜਾਂ ਫਿਰ ਪਿੰਨ ਦੇ ਨਾਲ ਐਪਲਿਕ ਨੂੰ ਉਹਦੇ ਉੱਪਰ ਸਟਿਲ ਕਰ ਦੇਣਾ ਕਿ ਉਹ ਹਿੱਲੇ ਨਹੀਂ, ਔਰ ਫਿਰ ਕੀ ਕਰਨਾ? ਸਾਈਡਾਂ ਤੇ ਸਾਟਨ ਸਟਿਚ ਪਾਉਂਦੇ ਹੋਏ ਉਹਦੇ ਕਿਨਾਰੇ ਫਿਨਿਸ਼ ਕਰਨੇ ਨੇ, ਔਰ ਐਪਲਿਕ ਨੂੰ ਕੱਪੜੇ ਉੱਪਰ ਜੋੜ ਦੇਣਾ। ਉਸ ਤੋਂ ਬਾਅਦ ਨੈਕਸਟ ਸਾਡੇ ਕੋਲ ਆ ਰਿਹਾ ਟ੍ਰਿਮ ਲਗਾਉਣ ਲਈ। ਹੁਣ ਟ੍ਰਿਮ ਕੀ ਹੁੰਦੇ ਆ? ਟ੍ਰਿਮਿੰਗ ਮਟੀਰੀਅਲਸ ਕੀ ਹੁੰਦੇ ਆ? ਜੋ ਅਸੀਂ ਸਜਾਵਟੀ ਕਿਨਾਰਿਆਂ ਨੂੰ ਫਿਨਿਸ਼ ਕਰਨ ਲਈ ਯੂਜ਼ ਕਰ ਰਹੇ ਆ, ਜਿਵੇਂ ਲੈਸ ਵਗੈਰਾ ਯੂਜ਼ ਕਰ ਰਹੇ ਆ, ਤਾਂ ਉਹ ਕੀ ਹੋ ਜਾਂਦੇ? ਸਾਡੇ ਟ੍ਰਿਮਿੰਗ ਮਟੀਰੀਅਲ। ਹੁਣ ਟ੍ਰਿਮ ਅਸੀਂ zigzagging ਦੇ ਨਾਲ ਜਦੋਂ ਅਸੀਂ ਲੈਸ ਵਗੈਰਾ ਦਾ ਕੰਮ ਕਰ ਰਹੇ ਆ ਤਾਂ ਉਹ ਜਲਦੀ ਉਧੜੇਗੀ ਨਹੀਂ, ਹੈ ਨਾ। zigzagging ਦੇ ਨਾਲ ਦੇਖੋ ਤੁਹਾਡੇ ਕੋਲ ਮਸ਼ੀਨ ਦੀ ਪਿਕਚਰ ਦਿਖਾਈ ਹੋਈ ਹੈ ਕਿ ਲੈਸ ਦਾ ਕੰਮ ਕਿਵੇਂ ਲਿਆ ਜਾਂਦਾ ਹੈ। zigzagging ਮਸ਼ੀਨ ਦਾ ਟਾਂਕਾ ਪਾਉਂਦੇ ਹੋਏ ਲੈਸ ਨੂੰ ਕੀ ਹੈ? ਟ੍ਰਿਮ ਨੂੰ ਕੱਪੜੇ ਦੇ ਉੱਪਰ ਅਟੈਚ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਨੈਕਸਟ ਸਾਡਾ ਆ ਰਿਹਾ ਹੈ ਚੋਣਾ ਇਕੱਠਾ ਕਰਨਾ। ਹੁਣ ਜਦੋਂ ਗੈਦਰਸ ਇਕੱਠਾ ਕਰਨੀਆਂ ਹੈ, ਕਿਉਂਕਿ ਸਿੰਪਲ ਜਦੋਂ ਅਸੀਂ ਸਿਲਾਈ ਦੇ ਨਾਲ ਗੈਦਰਸ ਨੂੰ ਇਕੱਠਾ ਕਰਦੇ ਹਾਂ ਤਾਂ ਉਹ ਜਿਹੜੀ ਹੈ ਸਿਲਾਈ ਦਾ ਟਾਂਕਾ ਖਿੱਚਣ ਲੱਗੇ ਟੁੱਟ ਸਕਦਾ, ਪਰ ਜਦੋਂ ਆਪਾਂ zigzagging ਸਟਿਚ, ਦੂਰ ਦੂਰ ਵਾਲਾ zigzagging ਸਟਿਚ ਯੂਜ਼ ਕਰਕੇ ਉਹਨੂੰ ਧਾਗੇ ਨੂੰ ਸਟ੍ਰੈਚ ਕਰਦੇ ਆ ਔਰ ਅਸੀਂ ਗੈਦਰਸ ਇਕੱਠੀਆਂ ਕਰਦੇ ਆ ਤਾਂ ਉਹਦੇ ਨਾਲ ਗੈਦਰਸ ਇਕਸਾਰ ਇਕੱਠੀਆਂ ਹੋ ਜਾਂਦੀਆਂ ਨੇ ਔਰ ਬਹੁਤ ਵਧੀਆ ਇਕੱਠੀਆਂ ਹੁੰਦੀਆਂ ਨੇ।
ਉਸ ਤੋਂ ਬਾਅਦ ਨੈਕਸਟ ਜਿਸ ਕੰਮ ਲਈ ਅਸੀਂ zigzag ਮਸ਼ੀਨ ਦਾ ਯੂਜ਼ ਕਰ ਰਹੇ ਹਾਂ ਉਹ ਹੈਗਾ ਫੈਬਰਿਕ ਸਟ੍ਰਿਪਸ, ਟੁਕੜਿਆਂ ਨੂੰ ਇਕੱਠੇ ਜੋੜਨਾ। ਹੁਣ ਤੁਹਾਡੇ ਕੋਲ ਸਟ੍ਰਿਪਸ ਦਿਖ ਰਹੀਆਂ ਨੇ, ਕੋਈ 1.5 ਇੰਚ ਦੀ ਹੈ, ਕੋਈ 2 ਇੰਚ ਦੀ ਹੈ, ਕੋਈ 2 ਸੈਂਟੀਮੀਟਰ ਦੀ ਹੈ, ਮਤਲਬ ਕਿ ਅਲੱਗ-ਅਲੱਗ ਸਟ੍ਰਿਪਸ ਹੁੰਦੀਆਂ, ਪਤਲੀਆਂ ਪਤਲੀਆਂ ਲੰਮੀਆਂ ਲੰਮੀਆਂ ਤਣੀਆਂ। ਜਦੋਂ ਅਸੀਂ ਇਹਨਾਂ ਨੂੰ ਆਪਸ ਵਿੱਚ ਏਦਾਂ ਜੋੜਨਾ, ਠੀਕ ਹੈ, ਜਦੋਂ ਅਸੀਂ ਇਹਨਾਂ ਨੂੰ ਆਪਸ ਵਿੱਚ ਜੋੜਨਾ ਹੈ ਤਾਂ ਅਸੀਂ ਕੀ ਸਟਿਚ ਯੂਜ਼ ਕਰਨਾ ਹੈ, zigzagging। zigzagging ਦੇ ਨਾਲ ਕੀ ਹੈ, ਇਹ ਸਟ੍ਰਿਪਸ ਆਪਸ ਵਿੱਚ ਆਸਾਨੀ ਨਾਲ ਜੁੜ ਜਾਂਦੀਆਂ ਨੇ ਔਰ ਕੀ ਹੋ ਜਾਂਦੀ ਹੈ, ਇਹਨਾਂ ਦੀ ਮਜ਼ਬੂਤੀ ਵੀ ਬਣ ਜਾਂਦੀ ਹੈ ਔਰ ਇਹਨਾਂ ਨਾਲ ਅਸੀਂ ਕੀ ਹੈ ਕੱਪੜੇ ਨੂੰ ਡੈਕੋਰੇਟ ਕਰ ਸਕਦੇ ਹਾਂ। ਉਸ ਤੋਂ ਬਾਅਦ ਨੈਕਸਟ ਸਾਡੇ ਕੋਲ ਆ ਰਿਹਾ ਹੈ ਕੋਚਿੰਗ। ਹੁਣ ਕੋਚਿੰਗ ਕੀ ਹੈ, ਕੋਚਿੰਗ ਹੁੰਦਾ ਹੈ ਜਦੋਂ ਤੁਹਾਡੇ ਕੋਲ ਕੋਡ ਹੁੰਦੀ ਆ ਔਰ ਕੋਡ ਨੂੰ ਤੁਸੀਂ ਯੂਜ਼ ਕਰਦੇ ਹੋ ਕਢਾਈ ਵਿੱਚ। ਦੇਖੋ ਤੁਹਾਡੇ ਕੋਲ ਪਿਕਚਰ ਦਿਖ ਰਹੀ ਹੈ, ਪਿਕਚਰ ਦੇ ਵਿੱਚ ਕੀ ਹੈ, ਕੋਡ ਲਗਾਈ ਹੈ, ਪਹਿਲਾਂ ਕੋਡ ਨੂੰ ਡਿਜ਼ਾਈਨ ਦੇ ਉੱਪਰ ਕੱਚਾ ਕਰ ਦਿੱਤਾ ਹੈ। ਕੱਚਾ ਕਰਨ ਤੋਂ ਬਾਅਦ ਕੀ ਆ, ਉਸ ਕੋਡ ਨੂੰ ਕਵਰ ਕਰਦੇ ਹੋਏ ਸਾਟਨ ਸਟਿਚ, ਯਾਨੀ ਕਿ ਸਾਟਨ ਸਟਿਚ ਕਿਹਦੇ ਨਾਲ ਪੈ ਰਿਹਾ ਹੈ, zigzag ਦੇ ਨਾਲ, ਠੀਕ ਹੈ। zigzag ਦੇ ਨਾਲ ਕਲੋਜ਼ਲੀ ਸਾਟਨ ਬਣਾਉਂਦੇ ਹੋਏ ਡੋਰੀ ਨੂੰ ਕੀ ਆ ਉੱਪਰ ਉਹਦੀ ਕਵਰ ਕਰ ਦਿੱਤਾ, ਉਹ ਸਾਡਾ ਕੀ ਬਣ ਗਿਆ, ਕੋਚਿੰਗ, ਠੀਕ ਹੈ। ਕੋਚਿੰਗ ਕਰ ਦਿੱਤੀ ਅਸੀਂ, ਕੋਡ ਦੇ ਉੱਪਰ ਕੋਚਿੰਗ ਕਰ ਦਿੱਤੀ ਹੈ ਔਰ ਕੀ ਕਰ ਦਿੱਤਾ, ਕੋਡ ਨੂੰ ਕੱਪੜੇ ਉੱਪਰ ਜੋੜ ਦਿੱਤਾ ਹੈ। ਉਸ ਤੋਂ ਬਾਅਦ ਨੈਕਸਟ ਸਾਡੇ ਕੋਲ ਆ ਜਾਂਦਾ ਹੈ ਕਢਾਈ ਵਿੱਚ। ਹੁਣ ਕਢਾਈ ਵਿੱਚ ਮਸ਼ੀਨ ਦਾ ਇਸਤੇਮਾਲ ਕਿਵੇਂ ਹੁੰਦਾ, ਹੁਣ ਅਸੀਂ ਕੋਈ ਗਲਾ ਕੱਟਣਾ ਹੈ, ਕੋਈ ਕੁਝ ਹੋਰ ਘੇਰਾ ਕੱਢਣਾ ਹੈ, ਬਾਹਾਂ ਕੱਢਣੀਆਂ ਨੇ, ਤਾਂ ਅਸੀਂ ਕੀ ਹੈ zigzag ਮਸ਼ੀਨ ਦਾ ਇਸਤੇਮਾਲ ਕਰ ਸਕਦੇ ਹਾਂ। ਅਲੱਗ-ਅਲੱਗ ਪੈਟਰਨ, ਅਲੱਗ-ਅਲੱਗ ਡਿਜ਼ਾਈਨਿੰਗ, ਅਗਰ ਸਾਨੂੰ ਮਸ਼ੀਨ ਨੂੰ ਚਲਾਉਣ ਦੀ ਜਾਚ ਹੈਗੀ ਹੈ, ਸਾਨੂੰ ਉਹਦੀ ਸਾਰੀ ਟੈਕਨੀਕ ਆਉਂਦੀ ਹੈ, ਅਸੀਂ ਆਪਣਾ ਮਤਲਬ ਕਿ ਦਿਮਾਗ ਲਗਾਉਂਦੇ ਹੋਏ ਉਸ ਟੈਕਨੀਕ ਨੂੰ ਇਸਤੇਮਾਲ ਕੀਤਾ ਹੋਇਆ, ਤਾਂ ਅਸੀਂ ਕੀ ਕਰਾਂਗੇ, ਕਢਾਈ ਦਾ ਕੰਮ ਕੀ ਹੈ zigzag ਮਸ਼ੀਨ ਦੇ ਉੱਪਰ ਲੈ ਸਕਦੇ ਆ। ਸਾਨੂੰ ਅਗਰ ਸਾਰੇ ਫੰਕਸ਼ਨਸ ਉਹਦੇ ਆਂਦੇ ਆ, ਰਨਿੰਗ ਪਾਣੀ, ਸਾਟਨ ਪਾਣੀ, ਠੀਕ ਹੈ, ਛੋਟੀ ਪੱਤੀ ਪਾਣੀ, ਗੋਲ ਪੱਤੀ ਪਾਣੀ, ਤਾਂ ਅਸੀਂ ਕੀ ਕਰਾਂਗੇ, zigzag ਮਸ਼ੀਨ ਦਾ ਇਸਤੇਮਾਲ ਕਢਾਈ ਵਾਸਤੇ ਕਰ ਸਕਦੇ ਹਾਂ। ਉਸ ਤੋਂ ਬਾਅਦ ਨੈਕਸਟ ਸਾਡੇ ਕੋਲ ਆ ਰਿਹਾ ਹੈ ਇਲਾਸਟਿਕ ਨੂੰ ਜੋੜਨ ਲਈ। ਹੁਣ ਜਦੋਂ ਰੈਡੀਮੇਡਸ ਸਾਡੇ ਕੋਲ ਅੰਡਰ ਗਾਰਮੈਂਟਸ ਆਉਂਦੀਆਂ ਜਾਂ ਕੋਈ ਇਸ ਤਰ੍ਹਾਂ ਦੇ ਗਾਰਮੈਂਟਸ ਆਉਂਦੇ ਆ ਜਿਨ੍ਹਾਂ ਉੱਪਰ ਇਲਾਸਟਿਕ ਦਾ ਕੰਮ ਕੀਤਾ ਹੁੰਦਾ, ਤਾਂ ਤੁਸੀਂ ਧਿਆਨ ਕੀਤਾ ਹੋਣਾ ਕਿ ਉਹਨਾਂ ਦੇ ਉੱਪਰ zigzagging ਸਟਿਚ ਕੀਤਾ ਹੁੰਦਾ, ਕਿਉਂਕਿ ਇਲਾਸਟਿਕ ਔਰ zigzag ਸਟਿਚ ਦੋਨੋਂ ਹੀ ਸਟ੍ਰੈਚੇਬਲ ਆ, ਹੈ ਨਾ। zigzagging ਸਟਿਚ ਵੀ ਸਟ੍ਰੈਚੇਬਲ ਆ, ਇਲਾਸਟਿਕ ਵੀ ਸਟ੍ਰੈਚੇਬਲ ਆ, ਦੋਨੋਂ ਚੀਜ਼ਾਂ ਇਸਤੇਮਾਲ ਹੋ ਰਹੀਆਂ। ਇਲਾਸਟਿਕ ਨੂੰ ਵੀ ਖਿੱਚਣ ਨੂੰ ਟਾਈਮ ਜਗ੍ਹਾ ਮਿਲ ਰਹੀ ਹੈ, zigzag ਉਹਨੂੰ ਖਿੱਚਣ ਨੂੰ ਪ੍ਰੋਪਰ ਜਗ੍ਹਾ ਦੇ ਰਹੀ ਹੈ। ਤਾਂ ਕੀ ਹੈ, ਇਸ ਸਟਿਚ ਦਾ ਯੂਜ਼ ਜੋ ਹੈ ਇਲਾਸਟਿਕ ਜੋੜਨ ਲਈ ਵੀ ਕੀਤਾ ਜਾ ਸਕਦਾ, ਠੀਕ ਹੈ। ਇਲਾਸਟਿਕ ਦੇ ਉੱਪਰ ਜਦੋਂ zigzag ਦਾ ਟਾਂਕਾ ਕਰਦੇ ਆ ਤਾਂ ਉਹ ਇਲਾਸਟਿਕ ਇੱਕ ਤਾਂ ਲੰਬੇ ਸਮੇਂ ਤੱਕ ਟਿਕੀ ਰਹਿੰਦੀ ਹੈ, ਇੱਕ ਇਲਾਸਟਿਕ ਨੂੰ ਵੀ ਸਟ੍ਰੈਚ ਹੋਣ ਨੂੰ ਜਗ੍ਹਾ ਦਿੰਦੀ ਹੈ। ਉਸ ਤੋਂ ਬਾਅਦ ਨੈਕਸਟ ਜੋ ਸਾਡੇ ਕੋਲ ਆ ਰਿਹਾ ਹੈ ਉਹ ਹੈਗਾ ਬਾਰਟੈਕਸ ਸਿਲਾਈ ਬਣਾਉਣ ਲਈ। ਹੁਣ ਬਾਰਟੈਕਸ ਸਿਲਾਈ ਕੀ ਹੈ, ਤੁਹਾਡੇ ਕੋਲ ਪਿਕਚਰ ਦਿਖ ਰਹੀ ਹੈ, ਬਾਰਟੈਕ ਹੁੰਦਾ ਹੈ ਜਦੋਂ ਕਿਸੇ ਪਾਕਟ ਨੂੰ ਜਾਂ ਕੋਈ ਕਿਨਾਰੇ ਐਸੇ ਹੁੰਦੇ ਆ ਜਿਨ੍ਹਾਂ ਨੂੰ ਉੱਪਰ ਦੀ ਪੱਕਾ ਕੀਤਾ ਜਾਂਦਾ, ਜਿਨ੍ਹਾਂ ਨੂੰ ਉੱਪਰੋਂ ਮਜ਼ਬੂਤ ਕੀਤਾ ਜਾਂਦਾ, ਥੋੜਾ ਸਖਤ ਬਣਾਇਆ ਜਾਂਦਾ, ਜਿਵੇਂ ਜੀਨਸ ਦੀਆਂ ਪੈਂਟਾਂ ਦੀ ਪਾਕਟ ਹੁੰਦੀਆਂ ਨੇ, ਉਹਨਾਂ ਦੇ ਉੱਪਰ ਕੀ ਹੈ ਬਾਰਟੈਕ ਬਣਿਆ ਹੁੰਦਾ ਹੈ ਨਾ, ਸਖਤ ਜਿਹਾ ਕਰਕੇ ਸਾਟਨ ਪਾਈ ਹੁੰਦੀ ਹੈ ਕਿ ਪਾਕਟ ਉਧੜੇ ਨਹੀਂ, ਔਰ ਜ਼ਿਆਦਾਤਰ ਇਹ ਪਾਕਟਸ ਦੇ ਉੱਪਰ ਕੀਤਾ ਹੁੰਦਾ, ਪਾਕਟ ਉਧੜੇ ਨਾ, ਉਹਦੇ ਕਰਕੇ ਕੀ ਆ ਉਹਦੇ ਉੱਪਰ ਬਾਰਟੈਕ ਬਣਾਇਆ ਹੁੰਦਾ ਹੈ ਨਾ, ਔਰ zigzag ਸਟਿਚ ਦੀ ਵਰਤੋਂ ਕਰਦੇ ਹੋਏ ਬਾਰਟੈਕ ਬਣਾਇਆ ਜਾਂਦਾ। ਉਸ ਤੋਂ ਬਾਅਦ ਨੈਕਸਟ ਆ ਰਿਹਾ ਹੈ ਪੈਚ ਵਰਕ। ਹੁਣ ਪੈਚ ਵਰਕ ਕੀ ਹੈ, ਐਪਲਿਕ ਵਰਕ ਹੁੰਦਾ ਕੱਪੜੇ ਨੂੰ ਅਪਲਾਈ ਕਰਨਾ। ਪੈਚ ਹੁੰਦਾ ਜਦੋਂ ਅਸੀਂ ਕੋਈ ਸਾਡੇ ਕੋਲ ਪੈਟਰਨ ਹੈਗਾ, ਪੈਚ ਪਹਿਲੇ ਹੀ ਬਣਿਆ ਹੋਇਆ ਹੈਗਾ ਔਰ ਅਸੀਂ ਉਹਨੂੰ ਕੱਪੜੇ ਉੱਪਰ ਅਟੈਚ ਕਰਨਾ, ਉਹਨੂੰ ਜਦੋਂ ਕੱਪੜੇ ਉੱਪਰ ਅਟੈਚ ਕਰਨਾ ਤਾਂ ਅਸੀਂ ਕੀ ਯੂਜ਼ ਕਰਨਾ, zigzag ਦਾ ਟਾਂਕਾ। ਇੱਕ ਤਾਂ ਕੀ ਹੈ zigzag ਉਹਨੂੰ ਕੀ ਹੈ ਮਜ਼ਬੂਤੀ ਦੇ ਦੇਗਾ ਉਹਦੇ ਕਿਨਾਰਿਆਂ ਨੂੰ, ਤੇ ਉਹਨੂੰ ਜੋੜ ਵੀ ਦੇਗਾ, ਡੈਕੋਰੇਸ਼ਨ ਵੀ ਦੇਗਾ, ਯਾਨੀ ਕਿ ਜਦੋਂ ਅਸੀਂ ਕਿਸੇ ਪੈਚ ਨੂੰ ਕਿਸੇ ਕੱਪੜੇ ਉੱਪਰ ਅਪਲਾਈ ਕਰਨਾ ਹੈ ਤਾਂ ਅਸੀਂ zigzag ਦਾ ਮਸ਼ੀਨ ਦੇ ਟਾਂਕੇ ਦਾ ਇਸਤੇਮਾਲ ਕਰ ਸਕਦੇ ਹਾਂ। ਉਸ ਤੋਂ ਬਾਅਦ ਨੈਕਸਟ ਸਾਡੇ ਕੋਲ ਆ ਰਿਹਾ ਹੈ zigzag ਵਿੱਚ ਵਰਤੇ ਜਾਣ ਵਾਲੇ ਪੈਰ। ਹੁਣ ਫੁੱਟ ਕਿੰਨੇ ਤਰ੍ਹਾਂ ਦੇ ਨੇ ਜਿਹੜੇ ਅਸੀਂ zigzagging ਦਾ ਕੰਮ ਕਰਦੇ ਹੋਏ ਇਸਤੇਮਾਲ ਕਰ ਰਹੇ ਆ। ਹੁਣ ਤੁਹਾਨੂੰ ਮੈਂ ਫੁੱਟਸ ਦੱਸੂਗੀ ਕਿ ਕਿਹੜਾ ਫੁੱਟ ਬਦਲਦੇ ਹੋਏ ਕਿਹੜਾ ਕੰਮ zigzag ਮਸ਼ੀਨ ਤੋਂ ਲਿਆ ਜਾਂਦਾ, ਕਿਉਂਕਿ ਇਹ ਅਟੈਚਮੈਂਟਸ ਹੁੰਦੀਆਂ ਨੇ, ਫੁੱਟ ਜਿਹੜੇ ਆ ਉਹ ਤੁਹਾਡੇ ਅਟੈਚਮੈਂਟਸ ਨੇ ਜੋ ਤੁਸੀਂ ਅਟੈਚ ਕਰਦੇ ਹੋ ਔਰ ਅਲੱਗ-ਅਲੱਗ ਕੰਮ ਲੈਂਦੇ ਹੋ। ਜ਼ਿਪਰ ਫੁੱਟ, ਹੁਣ ਸਭ ਤੋਂ ਪਹਿਲਾਂ ਆਉਂਦਾ ਜ਼ਿਪਰ ਫੁੱਟ। ਜ਼ਿਪਰ ਫੁੱਟ ਕੀ ਹੈ,
ਜਿਪਰ ਫੁੱਟ ਹੈ ਜਦੋਂ ਅਸੀਂ ਜਿਪ ਲਗਾਉਂਦੇ ਆ। ਹੁਣ ਦੇਖੋ ਇਹ ਤੁਹਾਡੇ ਕੋਲ ਫੁੱਟ ਦਿਖ ਰਿਹਾ, ਇਹਦਾ ਇੱਕ ਪੈਰ ਹੁੰਦਾ, ਇੱਕ ਨਹੀਂ ਹੁੰਦਾ, ਮਤਲਬ ਕਿ ਇੱਕ ਸਾਈਡ ਦਾ ਪੈਰ ਹੁੰਦਾ, ਇੱਕ ਸਾਈਡ ਦਾ ਨਹੀਂ ਹੁੰਦਾ। ਵੈਸੇ ਤਾਂ ਆਪਣੇ ਕੋਲ ਦੋ ਪੈਰਾਂ ਵਾਲਾ ਪੈਰ ਹੁੰਦਾ ਨਾਰਮਲੀ ਜਿਹੜਾ ਅਸੀਂ ਯੂਜ਼ ਕਰਦੇ ਆ, ਬਟ ਜਦੋਂ ਜਿਪ ਲਈ ਯੂਜ਼ ਕਰਦੇ ਆ ਉਹ ਹਾਫ ਪੈਰ ਹੁੰਦਾ ਔਰ ਨੀਡਲ ਜਾਂਦੀ ਹੁੰਦੀ ਹੈ। ਇਹ ਇਸ ਲਈ ਹੁੰਦਾ ਹੈ ਕਿ ਜਿਪ ਦੇ ਨਾਲ ਨਾਲ ਅਸੀਂ ਸਿਲਾਈ ਲਗਾ ਸਕੀਏ, ਠੀਕ ਹੈ, ਉਹਨੂੰ ਬੋਲਦੇ ਆ ਜਿਪਰ ਫੁੱਟ। ਹੁਣ ਦੇਖੋ ਤੁਹਾਡੇ ਕੋਲ ਜਿਪਰ ਫੁੱਟ ਦਿਖਾਇਆ ਹੋਇਆ, ਜਿਪਰ ਫੁੱਟ ਦੇ ਨਾਲ ਦੇਖੋ ਜਿਪਰ ਫੁੱਟ ਦੀ ਸੂਈ ਦੇਖੋ ਤੁਸੀਂ ਕਿੱਥੇ ਚੱਲ ਰਹੀ ਹੈ ਔਰ ਜਿਪਰ ਫੁੱਟ ਦਾ ਪੈਰ ਕਿੱਥੇ ਚੱਲ ਰਿਹਾ, ਯਾਨੀ ਕਿ ਜਿਪ ਦੇ ਉੱਪਰ ਪੈਰ ਬਿਲਕੁਲ ਨਹੀਂ ਆ ਰਿਹਾ। ਪੈਰ ਦੀ ਬਣਾਵਟ ਇਸ ਤਰ੍ਹਾਂ ਨਾਲ ਹੁੰਦੀ ਹੈ ਕਿ ਜਿਹੜੀ ਸੂਈ ਹੈ ਬਿਲਕੁਲ ਜਿਪ ਦੇ ਨਾਲ ਚਲਦੀ ਆ ਰਹੀ ਆ, ਇਸ ਕਰਕੇ ਇਹਨੂੰ ਜਿਪਰ ਫੁੱਟ ਬੋਲਦੇ ਆ, ਕਿਉਂਕਿ ਜਿਪ ਵਾਸਤੇ ਇਹ ਫੁੱਟ ਬੈਸਟ ਹੁੰਦਾ। ਨਹੀਂ ਤਾਂ ਆਪਾਂ ਦੂਸਰੀ ਅਗਰ ਆਮ ਸਿਲਾਈ ਮਸ਼ੀਨ ਦੇ ਵਿੱਚ ਜਿਪਰ ਫੁੱਟ ਜਿਪ ਲਗਾ ਰਹੇ ਆ ਨਾ, ਤਾਂ ਸਾਡੀ ਸਿਲਾਈ ਕੀ ਹੈ, ਜਿਪ ਤੋਂ ਨੀਚੇ ਉਤਰਦੀ ਰਹਿੰਦੀ ਹੈ, ਟੇਢੀ ਮੇਢੀ ਆਉਂਦੀ ਰਹਿੰਦੀ ਹੈ। ਬਟ ਜਿਪਰ ਫੁੱਟ ਜਦੋਂ ਯੂਜ਼ ਕਰਦੇ ਆ ਤਾਂ ਕੀ ਹੈ, ਅਸੀਂ ਜਿਪ ਜਿਹੜੀ ਹੈ ਆਸਾਨੀ ਨਾਲ ਲਗਾ ਲੈਂਦੇ ਆ। ਉਸ ਤੋਂ ਬਾਅਦ ਨੈਕਸਟ ਸਾਡੇ ਕੋਲ ਆ ਰਿਹਾ ਹੈ ਅਧਿਕ ਜਿਪਰ ਪੈਰ। ਹੁਣ ਜਿਹੜਾ ਇਨਵਿਜ਼ੀਬਲ ਜਿਪਰ ਪੈਰ, ਹੁਣ ਇਹਦੇ ਨੀਚੇ ਇਹਨੂੰ ਇਨਵਿਜ਼ੀਬਲ ਪੈਰ ਤਾਂ ਕਹਿੰਦੇ ਆ ਕਿ ਇਹਦੇ ਨੀਚੇ ਜਿਪ ਨੂੰ ਨਿਕਲਣ ਦੀ ਜਗ੍ਹਾ ਹੁੰਦੀ ਹੈ। ਨੈਕਸਟ ਪਿਕਚਰ ਦੇ ਵਿੱਚ ਤੁਹਾਨੂੰ ਦਿਖਾਉਂਦੀ ਆ ਇਹਦਾ ਕੰਮ ਕਿ ਇਹਦੇ ਵਿੱਚ ਦੇਖੋ ਤੁਹਾਡੇ ਕੋਲ ਜਿਪਰ ਫੁੱਟ ਹੈਗਾ, ਜਿਪਰ ਫੁੱਟ ਦੇ ਨੀਚੇ ਜੋ ਹੈ ਜਿਪ ਜਾ ਰਹੀ ਹੈ ਨਾ, ਸਪੇਸ ਬਣੀ ਹੋਈ ਹੈ ਟਨਲ ਟਾਈਪ ਏਦਾਂ ਬਣਿਆ ਹੋਇਆ, ਔਰ ਉਹਦੇ ਵਿੱਚੋਂ ਜਿਵੇਂ ਟਨਲ ਦੇ ਵਿੱਚੋਂ ਟ੍ਰੇਨ ਨਿਕਲਦੀ ਹੈ, ਸੇਮ ਇਸੇ ਤਰ੍ਹਾਂ ਜਿਪ ਜਿਹੜੀ ਹੈ ਪੈਰ ਦੇ ਨੀਚੋਂ ਜੋ ਨਿਕਲ ਰਹੀ ਹੈ ਔਰ ਜਿਹੜੀ ਸੂਈ ਹੈ ਬਿਲਕੁਲ ਜਿਪ ਦੇ ਨਾਲ ਨਾਲ ਸਿਲਾਈ ਕਰਦੀ ਆ ਰਹੀ ਹੈ, ਜਿਸ ਕਰਕੇ ਇਹਨੂੰ ਕੀ ਬੋਲਦੇ ਆ, ਅਧਿਕ ਜਿਪਰ ਪੈਰ, ਯਾਨੀ ਕਿ ਇਨਵਿਜ਼ੀਬਲ ਜਿਪਰ ਫੁੱਟ, ਕਿਉਂਕਿ ਇਹ ਇਨਵਿਜ਼ੀਬਲ ਸਿਲਾਈ ਲਗਾ ਰਹੀ ਹੈ ਜੋ ਕਿ ਜਿਪ ਦੇ ਨਾਲ ਲੱਗ ਰਹੀ ਹੈ, ਸਾਨੂੰ ਕਿਤੋਂ ਵੀ ਨਜ਼ਰ ਨਹੀਂ ਆ ਰਹੀ। ਹੁਣ ਉਸ ਤੋਂ ਬਾਅਦ ਹੈ ਹੈਮਰ ਫੁੱਟ। ਹੈਮਰ ਫੁੱਟ ਹੁੰਦਾ ਹੈ ਉਲੇੜੀ ਕਰਨ ਲਈ। ਹੁਣ ਹੈਮਰ ਫੁੱਟ ਪੀਕੂ ਦਾ ਪੈਰ, ਠੀਕ ਹੈ, ਪੀਕੂ ਦਾ ਪੈਰ ਦੇਖੋ ਤੁਸੀਂ, ਇਹਦਾ ਰਾਉਂਡ ਮੁੜਿਆ ਹੋਇਆ, ਅੱਗੋਂ ਦੀ ਉਹ ਸੈਂਟਰ ਵਿੱਚੋਂ ਰਾਉਂਡ ਮੁੜਿਆ ਹੁੰਦਾ ਜੋ ਕੱਪੜੇ ਨੂੰ ਰਾਉਂਡ ਕਰਦਾ ਜਾਂਦਾ ਔਰ ਜ਼ਿਗਜ਼ੈਗ ਚਲਾਉਂਦਾ ਜਾਂਦਾ ਹੈ, ਔਰ ਕੀ ਹੈ, ਬੜੀ ਸੋਹਣੀ ਸਾਡੀ ਪੀਕੂ ਕਰੀ ਜਾ ਰਿਹਾ। ਦੇਖੋ ਤੁਹਾਡੇ ਕੋਲ ਪਿਕਚਰ ਦਿਖ ਰਹੀ ਹੈ, ਇਹਦੇ ਵਿੱਚ ਕੀ ਹੈ, ਕੱਪੜਾ ਮੁੜ ਰਿਹਾ ਹੈ, ਰਾਉਂਡ ਵਿੱਚ ਮੁੜ ਰਿਹਾ, ਔਰ ਉਹਦੇ ਉੱਪਰ ਕੀ ਹੋ ਰਹੀ ਹੈ, ਜ਼ਿਗਜ਼ੈਗਿੰਗ ਦਾ ਟਾਂਕਾ ਹੋ ਰਿਹਾ, ਔਰ ਕੀ ਕਰ ਰਿਹਾ, ਹੈਮਿੰਗ ਕਰ ਰਿਹਾ, ਯਾਨੀ ਕਿ ਕੱਪੜਿਆਂ ਦੀ ਉਲੇੜੀ ਕਰ ਰਿਹਾ। ਨੈਕਸਟ ਸਾਡੇ ਕੋਲ ਆ ਰਿਹਾ ਹੈ ਬਟਨ ਫੁੱਟ। ਹੁਣ ਬਟਨ ਫੁੱਟ ਕੀ ਹੈ, ਦੇਖੋ ਤੁਹਾਡੇ ਕੋਲ ਫੁੱਟ ਦਿਖ ਰਿਹਾ ਹੈ, ਇਹ ਜੋ ਫੁੱਟ ਹੈ ਇਹਦੇ ਵਿੱਚ ਕਾਜ ਕੀਤਾ ਜਾਂਦਾ ਹੈ। ਨੈਕਸਟ ਪਿਕਚਰ ਦੇ ਵਿੱਚ ਤੁਸੀਂ ਆਸਾਨੀ ਨਾਲ ਵੇਖ ਸਕਦੇ ਹੋ ਕਿ ਕਾਜ ਹੋ ਰਿਹਾ, ਦੇਖੋ ਤੁਹਾਡੇ ਕੋਲ ਜ਼ਿਪਰ ਫੁੱਟ ਲੱਗਾ ਹੋਇਆ ਔਰ ਕੀ ਕਰ ਰਿਹਾ, ਉਹ ਕਾਜ ਕਰ ਰਿਹਾ ਹੈ ਨਾ, ਕਾਜ ਕਰਦਾ ਪਿਆ ਔਰ ਬੜੇ ਸਫਾਈ ਦੇ ਨਾਲ ਕਾਜ ਹੋ ਰਿਹਾ, ਔਰ ਜਿੰਨਾ ਵਿੱਚ ਗੈਪ ਹੈ ਬੜੇ ਆਸਾਨੀ ਨਾਲ ਉਸ ਗੈਪ ਦੇ ਵਿੱਚ ਕਾਜ ਕੀਤਾ ਜਾ ਰਿਹਾ ਹੈ, ਜਿਹਨੂੰ ਅਸੀਂ ਬੋਲਦੇ ਹਾਂ ਬਟਨ ਹੋਲ ਫੁੱਟ, ਯਾਨੀ ਕਿ ਬਟਨ ਹੋਲ ਦਾ ਟਾਂਕਾ ਪਾਉਂਦਿਆ ਹੈ। ਉਸ ਤੋਂ ਬਾਅਦ ਨੈਕਸਟ ਸਾਡੇ ਕੋਲ ਆ ਰਿਹਾ ਹੈ ਬਟਨ ਸਿਲਾਈ ਪੈਰ, ਬਟਨ ਸਿਵਿੰਗ ਫੁੱਟ। ਹੁਣ ਇਹ ਜੋ ਤੁਹਾਡੇ ਕੋਲ ਫੁੱਟ ਹੈ, ਇਸ ਫੁੱਟ ਦੇ ਨੀਚੇ ਬਟਨ ਰੱਖਿਆ ਜਾਂਦਾ ਹੈ ਔਰ ਇਹ ਬਟਨ ਨੂੰ ਅਟੈਚ ਕਰ ਦਿੰਦਾ ਹੈ। ਨੈਕਸਟ ਪਿਕਚਰ ਦੇ ਵਿੱਚ ਤੁਹਾਡੀ ਕਲੀਅਰ ਹੋ ਜਾਣੀ ਹੈ ਸਾਰੀ ਚੀਜ਼। ਦੇਖੋ ਬਟਨ ਦੇ ਉੱਪਰ ਫੁੱਟ ਪਿਆ ਹੋਇਆ, ਬਟਨ ਫੁੱਟ ਰੱਖਿਆ ਹੋਇਆ ਔਰ ਬਟਨ ਨੂੰ ਨੀਚੇ ਪੈਰਾਂ ਵਿੱਚ ਜਗੜਿਆ ਹੋਇਆ, ਔਰ ਕੀ ਹੋ ਰਿਹਾ, ਉਹਦੇ ਉੱਪਰ ਉਹ ਜ਼ਿਗਜ਼ੈਗਿੰਗ ਦਾ ਟਾਂਕਾ ਕਰਦੇ ਹੋਏ ਕੀ ਕਰ ਰਿਹਾ, ਬਟਨ ਲਗਾ ਰਿਹਾ ਹੈ ਨਾ, ਜ਼ਿਗਜ਼ੈਗਿੰਗ ਦਾ ਸਟਿਚ ਵਰਤਦੇ ਹੋਏ ਬਟਨ ਲਗਾ ਰਿਹਾ, ਯਾਨੀ ਬਟਨ ਫੁੱਟ ਦੀ ਵਰਤੋਂ ਕੀਤੀ ਜਾਂਦੀ ਹੈ ਬਟਨ ਲਗਾਉਣ ਲਈ। ਉਸ ਤੋਂ ਬਾਅਦ ਨੈਕਸਟ ਸਾਡੇ ਕੋਲ ਆ ਰਿਹਾ ਹੈ ਕੁਇਲਟਿੰਗ ਪੈਰ। ਹੁਣ ਕੁਇਲਟਿੰਗ ਪੈਰ ਕੀ ਹੈ, ਕੁਇਲਟਿੰਗ 1/4 ਇੰਚ ਔਰ 1/8 ਇੰਚ ਤੇ ਕੀਤੀ ਜਾਂਦੀ ਹੈ। ਹੁਣ ਦੇਖੋ ਕਿਸ ਤਰ੍ਹਾਂ ਕੀਤੀ ਜਾ ਰਹੀ ਹੈ ਕੁਇਲਟਿੰਗ, ਤੁਹਾਡੇ ਕੋਲ ਆ ਦੇਖੋ ਪਿਕਚਰ ਹੈ ਔਰ ਕੁਇਲਟਿੰਗ ਦਾ ਫੁੱਟ ਹੈ, ਦੇਖੋ ਫੁੱਟ ਲੱਗਾ ਹੋਇਆ, ਉਹਨੇ ਤੁਹਾਨੂੰ ਗਾਈਡੈਂਸ ਦਿੱਤੀ ਹੋਈ ਹੈ, ਤੁਸੀਂ 1/4 ਦੀ ਸੈਟਿੰਗ ਕਰ ਸਕਦੇ ਹੋ ਹੈ ਨਾ, ਔਰ 1/2 ਦੀ ਕਰ ਸਕਦੇ ਹੋ ਸੈਟਿੰਗ। ਤੁਸੀਂ ਇਹਦੀ ਸੈਟਿੰਗ ਕਰਦੇ ਹੋਏ ਕੀ ਹੈ, ਕੁਇਲਟਿੰਗ ਜਿਹੜੀ ਹੈ ਆਸਾਨੀ ਨਾਲ ਕਰ ਸਕਦੇ ਹੋ। ਕੁਇਲਟਿੰਗ ਹੁੰਦਾ ਜਦੋਂ ਦੋ ਤਹਾਂ ਦੇ ਵਿਚਕਾਰ ਕੁਝ ਪੇਸਟਿੰਗ ਜਾਂ ਕੁਝ ਫਾਰਮ ਟਾਈਪ ਰੱਖ ਕੇ ਅਸੀਂ ਉਹਦੇ ਉੱਪਰ ਕੀ ਕਰਦੇ ਆ, ਇੱਕੋ ਜੀਆਂ ਸਲਾਈਆਂ ਲਗਾਣੀਆਂ ਹੁੰਦੀਆਂ ਨੇ, ਅਸੀਂ ਇੱਕੋ ਜੀਆਂ ਲੰਬੀਆਂ ਲੰਬੀਆਂ ਸਲਾਈਆਂ ਲਗਾਣੀਆਂ ਨੇ, ਤਾਂ ਅਸੀਂ ਉਸ ਫੁੱਟ ਦੀ ਸੈਟਿੰਗ ਕਰਦੇ ਹੋਏ ਅਸੀਂ ਕੁਇਲਟਿੰਗ ਦੀ ਇੱਕੋ ਜਿਹੀ ਸਲਾਈ ਲੈ ਸਕਦੇ ਆ। ਉਸ ਤੋਂ ਬਾਅਦ ਨੈਕਸਟ ਸਾਡੇ ਕੋਲ ਆ ਰਿਹਾ ਹੈ ਗੈਦਰਸ ਪੈਰ। ਹੁਣ ਤੁਹਾਡੇ ਕੋਲ ਫੁੱਟ ਦਿਖ ਰਿਹਾ ਹੈ ਗੈਦਰ ਫੁੱਟ, ਇਹ ਕੀ ਕਰਦਾ, ਚੋਣਾਂ ਪਾਉਣ ਲਈ, ਗੈਦਰਸ ਪਾਉਣ ਲਈ ਇਸਤੇਮਾਲ ਕੀਤਾ ਜਾਂਦਾ ਹੈ। ਨੈਕਸਟ ਪਿਕਚਰ ਦੇ ਵਿੱਚ ਤੁਸੀਂ ਦੇਖੋਗੇ ਇਹਦਾ ਕੰਮ ਕਿਵੇਂ ਹੋ ਰਿਹਾ, ਦੇਖੋ ਫੁੱਟ ਲੱਗਾ ਹੋਇਆ, ਗੈਦਰ ਫੁੱਟ ਕਪੜਾ ਹੈਗਾ ਔਰ ਇਹ ਫੁੱਟ ਕੀ ਹੈ, ਚੋਣਾਂ ਇਕੱਠੀਆਂ ਕਰੀਆਂ ਜਾ ਰਿਹਾ ਹੈ ਨਾ, ਗੈਦਰਸ ਇਕੱਠਾ ਕਰ ਰਿਹਾ, ਦੇਖੋ ਇੱਕੋ ਜੀਆਂ ਗੈਦਰਸ ਉਹਨੇ ਇਕੱਠੀਆਂ ਕਰ ਦਿੱਤੀਆਂ, ਯਾਨੀ ਕਿ ਗੈਦਰ ਫੁੱਟ ਦੇ ਨਾਲ ਅਸੀਂ ਕੀ ਹੈ,
ਚੋਣਾਂ ਇਕੱਠੀਆਂ ਕਰ ਸਕਦੇ ਹਾਂ, ਗੈਦਰਸ ਇਕੱਠੀਆਂ ਕਰ ਸਕਦੇ ਹਾਂ, ਇੱਕੋ ਜਿਹੀਆਂ ਕਰ ਸਕਦੇ ਹਾਂ। ਉਸ ਤੋਂ ਬਾਅਦ ਨੈਕਸਟ ਸਾਡਾ ਫੁੱਟ ਆ ਰਿਹਾ ਡਾਰਨਿੰਗ ਪੈਰ। ਹੁਣ ਡਾਰਨਿੰਗ ਪੈਰ ਦੇਖੋ, ਤੁਹਾਡੇ ਕੋਲ ਪੈਰ ਦਿਖ ਰਿਹਾ ਡਾਰਨਿੰਗ ਫੁੱਟ, यानी कि क्विल्टिंग, फ्री मोशन क्विल्टिंग ਕਰਨ ਲਈ ਕੰਮ ਆਂਦਾ ਹੈ। ਉਹਨਾਂ ਨੈਕਸਟ ਪਿਕਚਰ ਦੇ ਵਿੱਚ ਤੁਹਾਡੀ ਕਲੀਅਰੈਂਸ ਹੋ ਜਾਏਗੀ ਕਿ ਕਿਸ ਕੰਮ ਆਂਦਾ। ਦੇਖੋ ਡਾਰਨਿੰਗ ਦਾ ਪੈਰ ਲੱਗਾ ਹੋਇਆ, ਡਾਰਨਿੰਗ ਫੁੱਟ ਲੱਗਾ ਹੋਇਆ ਔਰ ਕੁਇਲਟਿੰਗ ਚੱਲ ਰਹੀ ਹੈ, ਫ੍ਰੀ ਮੋਸ਼ਨ, ਯਾਨੀ ਕਿ ਤੁਹਾਨੂੰ ਆਲੇ ਦੁਆਲੇ ਕੱਪੜਾ ਕਿੱਥੇ ਕਿੱਥੇ ਕਿਹੜੇ ਕਿਹੜਾ ਡਿਜ਼ਾਈਨ ਹੈ, ਅਗਰ ਤੁਸੀਂ ਟ੍ਰੇਸ ਕੀਤਾ ਹੋਇਆ ਜਾਂ ਟ੍ਰੇਸ ਨਹੀਂ ਵੀ ਕੀਤਾ ਹੋਇਆ, ਤੁਸੀਂ ਕੁਇਲਟਿੰਗ ਕਰਨੀ ਹੈ ਤਾਂ ਤੁਹਾਨੂੰ ਮੋਰੇ ਡਿਜ਼ਾਈਨਿੰਗ ਨਜ਼ਰ ਆ ਰਹੀ ਹੈ ਕਿ ਮੈਂ ਪੈਰ ਕਿੱਥੇ ਕਿੱਥੇ ਚਲਾਣਾ ਹੈ। ਔਰ ਕੱਪੜੇ ਉੱਪਰ ਦਬਾਵ ਵੀ ਬਣਿਆ ਹੋਇਆ ਹੈ ਨਾ, ਕੱਪੜੇ ਨੂੰ ਉਹਨੇ ਪ੍ਰੈਸ ਵੀ ਕਰ ਰੱਖਿਆ ਔਰ ਤੁਹਾਨੂੰ ਨਜ਼ਰ ਵੀ ਆ ਰਿਹਾ, ਜਿਹਨੂੰ ਅਸੀਂ ਫ੍ਰੀ ਫੁੱਟ ਬੋਲਦੇ ਆ, ਹੈ ਨਾ, ਫ੍ਰੀ ਡਾਰਨਿੰਗ ਫੁੱਟ, ਯਾਨੀ ਕਿ ਅਸੀਂ ਫ੍ਰੀਲੀ ਉਹਦੇ ਉੱਪਰ ਕੁਇਲਟਿੰਗ ਦਾ ਕੰਮ ਕਰ ਸਕਦੇ ਹਾਂ। ਨੈਕਸਟ ਸਾਡੇ ਕੋਲ ਪਿਕਚਰ ਆ ਰਹੀ ਹੈ, ਉਹ ਆ ਰਹੀ ਹੈ ਸਾਟਨ ਸਲਾਈ ਪੈਰ। ਹੁਣ ਸਾਟਨ ਸਟਿਚ ਫੁੱਟ, ਜਦੋਂ ਅਸੀਂ ਸਾਟਨ ਸਟਿਚ ਫੁੱਟ ਦੀ ਯੂਜ਼ ਕਰਦੇ ਆ ਨਾ, ਉਹ ਫੁੱਟ ਚੌੜਾ ਹੁੰਦਾ। ਦੇਖੋ ਤੁਹਾਡੇ ਕੋਲ ਪਿਕਚਰ ਦਿਖ ਰਹੀ ਹੈ, ਸਾਟਨ ਦਾ ਪੈਰ ਚੌੜਾ ਹੈ। ਹੁਣ ਨੈਕਸਟ ਪਿਕਚਰ ਦੇ ਵਿੱਚ ਤੁਹਾਨੂੰ ਦਿਖੇਗਾ ਕਿ ਦੇਖੋ ਚੌੜੀ ਚੌੜੀ ਤਰ੍ਹਾਂ ਦੀ ਜੋ ਸਾਟਨ ਦਾ ਕੰਮ ਲੈ ਰਹੇ ਆ ਜਾਂ ਅਸੀਂ ਫੈਗੋਟਿੰਗ ਸਲਾਈ ਕਰ ਰਹੇ ਆ ਜਿਹਦੇ ਵਿੱਚ ਚੌੜਾ ਚੌੜਾ ਸਟੈਪ ਹੈਗਾ, ਤਾਂ ਅਸੀਂ ਸਾਟਨ ਪੈਰ ਨੂੰ ਇਸਤੇਮਾਲ ਕਰਦੇ ਹੋਏ ਇਹ ਕੰਮ ਕਰ ਸਕਦੇ ਆ ਜਿਹਦੇ ਵਿੱਚ ਉਹਦੀ ਚੌੜਾਈ ਹੈ ਨਾ, ਤਾਂ ਜੋ ਪੈਰ ਨੀਚੇ ਨਾ ਆਵੇ ਸੂਈ ਦੇ ਔਰ ਸੂਈ ਆਪਣਾ ਪ੍ਰੋਪਰ ਕੰਮ ਕਰੀ ਚੱਲੇ। ਤਾਂ ਆਪਾਂ ਸਾਟਨ ਪੈਰ ਦੀ ਵਰਤੋਂ ਕਾਫੀ ਸਾਰੇ ਸਟਿਚਸ ਵਿੱਚ ਕਰ ਸਕਦੇ ਹਾਂ। ਉਸ ਤੋਂ ਬਾਅਦ ਨੈਕਸਟ ਸਾਡੇ ਕੋਲ ਆ ਰਿਹਾ ਹੈ ਸਿਲਾਈ ਗਾਈਡ, ਯਾਨੀ ਕਿ ਗਾਈਡ ਕਰਨਾ ਸਿਲਾਈ ਦੀ। ਦੇਖੋ ਤੁਹਾਡੇ ਕੋਲ ਫੁੱਟ ਨਜ਼ਰ ਆ ਰਿਹਾ, ਉਹਦੇ ਉੱਪਰ ਮਾਰਕਸ ਬਣੇ ਹੋਏ ਆ, ਹੈ ਨਾ, ਨਿਸ਼ਾਨ ਬਣੇ ਹੋਏ ਆ, ਔਰ ਇਹ ਸਾਨੂੰ ਗਾਈਡ ਕਰਦੇ ਆ ਕਿ ਅਸੀਂ ਕਿੰਨੀ ਦੂਰ ਸਿਲਾਈ ਲੈਣੀ ਹੈ। ਦੇਖੋ ਨੈਕਸਟ ਪਿਕਚਰ ਦੇ ਵਿੱਚ ਵੀ ਸਿਲਾਈ ਅਸੀਂ ਕਿੰਨੇ ਪੁਆਇੰਟ ਦੀ ਦੂਰੀ ਤੇ ਲੈਣੀ ਹੈ, ਉਹ ਸਾਨੂੰ ਗਾਈਡ ਕਰਦੀ ਹੈ ਕਿ ਇਸ ਦੇ ਉੱਪਰ ਹੀ ਸਿਲਾਈ ਰੱਖਣੀ ਹੈ ਔਰ ਉਹ 19 ਡਿਸਟੈਂਸ ਦੇ ਵਿੱਚ ਕੀ ਹੈ ਸਾਡੇ ਇੱਕੋ ਜੀ ਸਿਲਾਈ ਜੋ ਹੈ ਲਗਾਈ ਜਾ ਸਕਦੀ ਹੈ, ਜਿਹਨੂੰ ਅਸੀਂ ਬੋਲਦੇ ਹਾਂ ਪੈਰ ਪੈਰ ਦੀ ਸਿਲਾਈ, ਡਬਲ ਪੈਰ ਦੀ ਸਿਲਾਈ, ਟ੍ਰਿਪਲ ਪੈਰ ਦੀ ਸਿਲਾਈ, ਯਾਨੀ ਕਿ ਅਸੀਂ ਸਿਲਾਈ ਦੀ ਕਿੰਨੀ ਦੂਰੀ ਹੈ ਇਹਦੇ ਨਾਲ ਅਸੀਂ ਡਿਸਾਈਡ ਕਰਕੇ ਉਨੀ ਦੂਰੀ ਤੇ ਸਿੱਧੀ ਸਿਲਾਈ ਨੂੰ ਲਗਾ ਸਕਦੇ ਹਾਂ, ਸਾਨੂੰ ਸਟਿਚ ਲਈ ਗਾਈਡ ਕਰਦੀ ਹੈ। ਨੈਕਸਟ ਸਾਡੇ ਕੋਲ ਆ ਰਿਹਾ ਹੈ ਓਵਰਕਾਸਟ ਪੈਰ। ਹੁਣ ਓਵਰਕਾਸਟ ਪੈਰ ਦੀ ਕਿਉਂ ਯੂਜ਼ ਹੁੰਦੀ ਹੈ, ਓਵਰਕਾਸਟ ਪੈਰ ਦਾ ਯੂਜ਼ ਕਿਸ ਤਰ੍ਹਾਂ ਕੀਤਾ ਜਾਂਦਾ ਹੈ, ਨੈਕਸਟ ਪਿਕਚਰ ਦੇ ਵਿੱਚ ਤੁਹਾਡੀ ਇਹ ਕਲੀਅਰ ਹੋ ਜਾਣੀ ਆ। ਓਵਰਕਾਸਟ ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਸੀ ਕਿ ਓਵਰਕਾਸਟ ਜੋ ਹੈ ਕੱਪੜੇ ਦੀ ਫਿਨਿਸ਼ਿੰਗ ਲਈ ਇਸਤੇਮਾਲ ਕੀਤਾ ਜਾਂਦਾ ਹੈ। ਦੇਖੋ ਉਹ ਪੈਰ ਦੇ ਨਾਲ ਕੀ ਹੈ, ਕੱਪੜੇ ਦੀ ਫਿਨਿਸ਼ਿੰਗ ਚੱਲ ਰਹੀ ਹੈ ਔਰ ਕੱਪੜੇ ਦੇ ਨਾਲ ਨਾਲ ਪੈਰ ਚੱਲ ਰਿਹਾ, ਯਾਨੀ ਕਿ ਉਹ ਟਾਂਕੇ ਨੂੰ ਨਾ ਬਾਹਰ ਆਣ ਦੇਗਾ ਨਾ ਉਹ ਟਾਂਕੇ ਨੂੰ ਅੰਦਰ ਜਾਣ ਦੇਗਾ, ਠੀਕ ਹੈ। ਉਹ ਪੈਰ ਉਹਨੂੰ ਇੱਕ ਗਾਈਡੈਂਸ ਦਿੰਦੇ ਹੋਏ ਓਵਰਕਾਸਟ ਵਿੱਚ ਬੜੇ ਆਰਾਮ ਨਾਲ ਔਰ ਸਫਾਈ ਦੇ ਨਾਲ ਪਾ ਦੇਗਾ। ਉਸ ਤੋਂ ਬਾਅਦ ਨੈਕਸਟ ਜਿਹੜਾ ਫੁੱਟ ਆ ਰਿਹਾ ਉਹਨੂੰ ਬੋਲਦੇ ਆ ਬਲਾਈਂਡ ਹੈਮ ਫੁੱਟ, ਯਾਨੀ ਕਿ ਅੰਨੀ ਉਲੇੜੀ ਫੁੱਟ ਤੁਹਾਡੇ ਕੋਲ ਦਿਖ ਰਿਹਾ। ਹੁਣ ਨੈਕਸਟ ਵਿੱਚ ਇਹ ਕੰਮ ਕਿੱਦਾਂ ਕਰ ਰਿਹਾ ਉਹ ਮੈਂ ਤੁਹਾਨੂੰ ਦੱਸਦੀ ਆ ਕਿ ਇਹਦਾ ਕੰਮ ਕਿੱਦਾਂ ਹੋ ਰਿਹਾ। ਦੇਖੋ ਬਲਾਈਂਡ ਹੈਮ ਫੁੱਟ ਜਿਹੜਾ ਆ ਉਹ ਦੇਖ ਲਓ ਪੈਰ ਕਿਸ ਤਰ੍ਹਾਂ ਦਾ ਹੈ ਔਰ ਇਹਦੇ ਪਿੱਛੇ ਨਟ ਹੁੰਦਾ ਜਿਹਨੂੰ ਅਸੀਂ ਇਹਦੀ ਬਲਾਈਂਡ ਹੈਮ ਦੀ ਅਸੀਂ ਸੈਟਿੰਗ ਕਰ ਸਕਦੇ ਹਾਂ ਕਿ ਕਿੰਨੀ ਦੂਰ ਤੇ ਅਸੀਂ ਕੀ ਹੈ ਇਹ ਪੈਰ ਦੀ ਸੈਟਿੰਗ ਕਰਨਾ ਚਾਹੁੰਦੇ ਹਾਂ ਔਰ ਅਸੀਂ ਟਾਂਕਾ ਪਾਉਂਦੇ ਹੋਏ ਬਲਾਈਂਡ ਹੈਮ ਦਾ ਟਾਂਕਾ ਪਾਉਂਦੇ ਹੋਏ ਬਲਾਈਂਡ ਹੈਮ ਕਰ ਸਕਦੇ ਹਾਂ, ਯਾਨੀ ਕਿ ਬਲਾਈਂਡਲੀ ਉਲੇੜੀ ਕਰ ਸਕਦੇ ਹਾਂ। ਉਸ ਤੋਂ ਬਾਅਦ ਨੈਕਸਟ ਸਾਡਾ ਆ ਰਿਹਾ ਹੈ ਐਡਜਸਟੇਬਲ ਜਿੱਪਰ ਫੁੱਟ। ਹੁਣ ਐਡਜਸਟੇਬਲ ਜਿੱਪਰ ਫੁੱਟ ਕੀ ਹੈ, ਪਿੱਛੇ ਤੁਹਾਨੂੰ ਜਿੱਪਰ ਫੁੱਟ ਦਿਖਾਇਆ ਸੀ, ਜਿਪ ਲਗਾਣਾ, ਹੁਣ ਐਡਜਸਟ ਕਰਨਾ, ਜਿਹੜਾ ਪੈਰ ਜਿਪ ਦੀ ਟਾਂਕੇ ਨੂੰ ਐਡਜਸਟ ਕਰ ਰਿਹਾ ਉਹਨੂੰ ਅਸੀਂ ਕੀ ਕਰਦੇ ਆ ਐਡਜਸਟੇਬਲ। ਹੁਣ ਦੇਖੋ ਤੁਹਾਡੇ ਕੋਲ ਉਹ ਪੇਚ ਲੱਗਾ ਹੋਇਆ ਪਿੱਛੇ, ਉਹ ਪੇਚ ਦੇ ਨਾਲ ਕੀ ਹੈ ਐਡਜਸਟ ਕਰ ਰਹੇ ਹਾਂ ਅਸੀਂ ਉਹਦੀ ਲੈਂਥ ਕਿ ਜਿਪ ਤੋਂ ਕਿੰਨੀ ਦੂਰ ਤੇ ਅਸੀਂ ਸਿਲਾਈ ਲਗਾਉਣਾ ਚਾਹੁੰਦੇ ਆ, ਹੈ ਨਾ। ਜਿਵੇਂ ਹੁਣ ਮੋਟੇ ਕੱਪੜੇ ਹੁੰਦੇ ਆ ਉਹਨਾਂ ਦੀ ਜਿਪ ਵੀ ਮੋਟੀ ਹੁੰਦੀ, ਕੱਪੜਾ ਵੀ ਮੋਟਾ ਹੁੰਦਾ, ਤਾਂ ਅਸੀਂ ਇਸ ਫੁੱਟ ਦਾ ਇਸਤੇਮਾਲ ਕਰਦੇ ਆ ਉਹਦੇ ਤੇ ਸਿਲਾਈ ਲਗਾਉਣ ਲਈ ਕਿ ਅਸੀਂ ਕਿੰਨੀ ਦੂਰੀ ਤੇ ਉਹਦੀ ਸਿਲਾਈ ਲਗਾਣੀ ਹੈ, ਜਿਹਨੂੰ ਅਸੀਂ ਬੋਲਦੇ ਆ ਐਡਜਸਟੇਬਲ ਜਿੱਪਰ ਫੁੱਟ, ਯਾਨੀ ਕਿ ਐਡਜਸਟ ਕਰ ਲੈਣਾ। ਤੇ ਉਸ ਤੋਂ ਬਾਅਦ ਆ ਰਿਹਾ ਰਫਲਰ ਫੁੱਟ। ਹੁਣ ਰਫਲਰ ਫੁੱਟ ਕੀ ਹੈਗਾ, ਰਫਲਰ ਫੁੱਟ ਦੇਖੋ ਕਿਸ ਕੰਮ ਲਈ ਯੂਜ਼ ਹੋ ਰਿਹਾ ਹੈ, ਜਦੋਂ ਅਸੀਂ ਚੋਣਾਂ ਪਾਣੀਆਂ ਨੇ, ਠੀਕ ਹੈ। ਗੈਦਰ ਫੁੱਟ ਗੈਦਰਸ ਲਈ ਹੁੰਦਾ, ਰਫਲਰ ਫੁੱਟ ਜਦੋਂ ਅਸੀਂ ਚੋਣਾਂ ਪਾਣੀਆਂ, ਦੇਖੋ ਰੀਬਨ ਦੇ ਉੱਪਰ ਚੋਣਾਂ ਪਾਈਆਂ ਨੇ ਔਰ ਰਫਲਰ ਫੁੱਟ ਨੇ ਇੱਕੋ ਜਿਹੀਆਂ ਚੋਣਾਂ ਪਾਈਆਂ ਨੇ, ਹੈ ਨਾ, ਇੱਕੋ ਜਿਹੀ ਚੋਣਾਂ ਬਣਾਉਂਦੇ ਹੋਏ ਕੀ ਹੈ ਇੱਕ ਸਾਰ ਰੀਬਨ ਨੂੰ ਤਿਆਰ ਕਰ ਦਿੱਤਾ ਔਰ ਇਹਦੇ ਨਾਲ ਕੀ ਹੈ ਅਸੀਂ ਕੱਪੜੇ ਦੇ ਉੱਪਰ ਡੈਕੋਰੇਸ਼ਨ ਕਰ ਸਕਦੇ ਹਾਂ। ਉਸ ਤੋਂ ਬਾਅਦ ਨੈਕਸਟ ਸਾਡੇ ਕੋਲ ਆ ਰਿਹਾ ਹੈ ਫੁੱਟ ਬ੍ਰੇਡਿੰਗ ਪੈਰ, ਬ੍ਰੇਡਿੰਗ ਫੁੱਟ,
ठीक है, ब्रेडिंग फुट। ਹੁਣ ਇਹ ਕਿਸ ਤਰ੍ਹਾਂ ਕੰਮ ਕਰ ਰਿਹਾ, ਤੁਹਾਨੂੰ ਮੈਂ ਬ੍ਰੇਡਿੰਗ ਫੁੱਟ ਦੱਸਦੀ ਹਾਂ ਕਿ ਇਹਦਾ ਕੰਮ ਕਿਸ ਤਰ੍ਹਾਂ ਹੋ ਰਿਹਾ। ਬ੍ਰੇਡਿੰਗ ਫੁੱਟ ਰੀਬਨ ਲਗਾਉਣ ਦੇ ਕੰਮ ਆ ਰਿਹਾ, ਠੀਕ ਹੈ। ਹੁਣ ਰੀਬਨ ਕਿੱਦਾਂ ਲੱਗ ਰਿਹਾ, ਦੇਖੋ ਤੁਹਾਡੇ ਕੋਲ ਰੀਬਨ ਆ, ਉਹਦੇ ਫੁੱਟ ਦੇ ਵਿੱਚੋਂ ਦੀ ਨਿਕਲ ਰਿਹਾ, ਪੈਰ ਦੇ ਵਿੱਚੋਂ ਦੀ ਰੀਬਨ ਨਿਕਲ ਰਿਹਾ ਹੈ। ਔਰ ਕੀ ਹੈ, ਰੀਬਨ ਦੇ ਉੱਪਰ ਟਾਂਕੇ ਲੱਗ ਰਹੇ ਨੇ ਔਰ ਰੀਬਨ ਨੂੰ ਮਜ਼ਬੂਤੀ ਦੇ ਨਾਲ ਕੱਪੜੇ ਦੇ ਉੱਪਰ ਅਟੈਚ ਕੀਤਾ ਜਾ ਰਿਹਾ, ਯਾਨੀ ਕਿ ਬ੍ਰੇਡਿੰਗ ਫੁੱਟ ਦੇ ਨਾਲ ਅਸੀਂ ਰੀਬਨ ਨੂੰ ਅਟੈਚ ਕਰ ਦਿੱਤਾ। ਨੈਕਸਟ ਸਾਡੇ ਕੋਲ ਆ ਰਿਹਾ ਕਾਰਡਿੰਗ ਫੁੱਟ। ਹੁਣ ਕਾਰਡਿੰਗ ਫੁੱਟ ਪਿੱਛੇ ਵੀ ਤੁਹਾਨੂੰ ਦਿਖਾਇਆ ਸੀਗਾ ਕਿ ਕਾਰਡਿੰਗ ਫੁੱਟ ਕੀ ਆ। ਹੁਣ ਇਹ ਜਿਹੜਾ ਕਾਰਡਿੰਗ ਫੁੱਟ ਹੈ, ਇਹਦੇ ਵਿੱਚ ਕੀ ਹੈ, ਇੱਕ ਟਾਈਮ ਤੇ 3 ਕਾਰਡਸ ਇਕੱਠੀਆਂ ਲੱਗ ਸਕਦੀਆਂ ਨੇ, ਠੀਕ ਹੈ। ਇਹਦੇ ਨੀਚੇ 3 ਹੋਲਸ ਆ, ਦੇਖੋ ਤੁਹਾਡੇ ਕੋਲ ਪਿਕਚਰ ਦਿਖ ਰਹੀ ਹੈ, 3 ਹੋਲਸ ਬਣੇ ਹੋਏ ਨੇ ਪੈਰ ਦੇ ਵਿੱਚ। ਇੱਕ ਟਾਈਮ ਤੇ ਅਸੀਂ 3 ਕਾਰਡਿੰਗ ਨੂੰ ਇਕੱਠੇ ਅਟੈਚ ਕਰਨ ਦਾ ਕੰਮ ਕਰ ਸਕਦੇ ਹਾਂ। ਬਟ ਜੇ ਅਸੀਂ ਇੱਕ ਅਟੈਚ ਕਰਨੀ ਹੈ ਤਾਂ ਅਸੀਂ ਇੱਕ ਵੀ ਅਟੈਚ ਕਰ ਸਕਦੇ ਹਾਂ, ਯਾਨੀ ਕਿ ਕਾਰਡਿੰਗ ਫੁੱਟ ਦੇ ਨਾਲ ਅਸੀਂ ਬੜੇ ਆਸਾਨੀ ਦੇ ਨਾਲ ਕਾਰਡ ਨੂੰ ਬਿਲਕੁਲ ਇੱਧਰ ਉੱਧਰ ਹਿਲਾਏ ਸਟ੍ਰੇਟ ਸਲਾਈ ਅਸੀਂ ਕਾਰਡਿੰਗ ਕਰ ਸਕਦੇ ਹਾਂ। ਉਸ ਤੋਂ ਬਾਅਦ ਨੈਕਸਟ ਸਾਡੇ ਕੋਲ ਆ ਰਿਹਾ ਹੈ ਪਿੰਟਕ ਫੁੱਟ, ਯਾਨੀ ਕਿ ਪਿੰਟਕ ਸਪਾਨ ਵਾਲਾ ਫੁੱਟ, है ना। ਹੁਣ ਇਹ ਕਿਵੇਂ ਕੰਮ ਕਰ ਰਿਹਾ, ਪਿੰਟਕ ਫੁੱਟ ਕਿਵੇਂ ਕੰਮ ਕਰ ਰਿਹਾ, ਇਹ ਦੇਖੋ ਤੁਸੀਂ। ਪਿੰਟਕਸ ਦਾ ਮਤਲਬ ਹੁੰਦਾ ਪਿੰਨ ਜਿੰਨੀ ਚੌੜਾਈ ਦੇ ਟਕਸ ਪਾਣਾ, ਹੈ ਨਾ, ਪਿੰਨ ਜਿੰਨੀ ਚੌੜਾਈ ਦੀਆਂ ਟਕਸ ਪਾਣਾ। ਹੁਣ ਦੇਖੋ ਤੁਹਾਡੇ ਕੋਲ ਪਿੰਟਕ ਫੁੱਟ ਦਿਖ ਰਿਹਾ ਹੈ ਕਿ ਉਹ ਕੀ ਹੈ, ਇੱਕੋ ਜੀ ਪਿੰਟਕਸ ਪਾਈ ਆ ਰਿਹਾ, ਯਾਨੀ ਕਿ ਨਾ ਤਾਂ ਕਿਤੋਂ ਮੋਟਾ ਹੋ ਰਿਹਾ ਨਾ ਕਿਤੋਂ ਪਤਲਾ ਹੋ ਰਿਹਾ। ਪਿੰਟਕਸ ਦੇ ਨਾਲ ਫਿਨਿਸ਼ਿੰਗ ਦੇ ਨਾਲ ਬੜੇ ਸੋਹਣੇ ਪਿੰਟਕਸ ਅਸੀਂ ਪਾ ਸਕਦੇ ਹਾਂ। ਉਸ ਤੋਂ ਬਾਅਦ ਨੈਕਸਟ ਸਾਡੇ ਕੋਲ ਆ ਰਿਹਾ ਹੈ ਫ੍ਰਿੰਜ ਪੈਰ, ਫ੍ਰਿੰਜ ਫੁੱਟ। ਹੁਣ ਫ੍ਰਿੰਜ ਫੁੱਟ ਕਿਸ ਕੰਮ ਲਈ ਵਰਤੋਂ ਹੋ ਰਿਹਾ, ਫ੍ਰਿੰਜ ਫੁੱਟ ਦਾ ਕੀ ਵਰਤੋਂ ਹੈ। ਫ੍ਰਿੰਜ ਫੁੱਟ ਦੇਖੋ ਤੁਹਾਡੇ ਕੋਲ ਦਿਖ ਰਿਹਾ ਹੈ, ਫੁੱਟ ਕੀ ਕਰ ਰਿਹਾ ਹੈ, ਲੂਪਸ ਛੱਡ ਰਿਹਾ। ਪਹਿਲਾਂ ਉਹ ਲੂਪਸ ਛੱਡਦਾ, ਫ੍ਰਿੰਜ ਪੈਰ ਦੇ ਨਾਲ ਲੂਪਿੰਗ ਹੁੰਦੀ ਹੈ। ਸਭ ਤੋਂ ਪਹਿਲਾਂ ਲੂਪਿੰਗ ਹੁੰਦੀ ਹੈ, ਬਾਅਦ ਵਿੱਚੋਂ ਅਸੀਂ ਕੀ ਆ, ਉਹ ਲੂਪਿੰਗ ਨੂੰ ਉੱਪਰੋਂ ਦੀ ਕੱਟ ਕੇ ਅਸੀਂ ਫ੍ਰਿੰਜ ਦਾ ਮਤਲਬ ਹੁੰਦਾ ਝਾਲਰਾਂ ਬਣਾ ਦਿੰਦੇ ਆ, ਹੈ ਨਾ, ਫ੍ਰਿੰਜਿੰਗ ਦਾ ਕੰਮ ਕਰ ਦਿੰਦੇ ਆ, ਉਹਨੂੰ ਬੋਲਦੇ ਆ ਫ੍ਰਿੰਜ ਫੁੱਟ। ਮਤਲਬ ਕਿ ਉਹ ਲੂਪਸ ਛੱਡਦਾ ਜਾਂਦਾ, ਬਾਅਦ ਚੋਂ ਸੀਜ਼ਰ ਦੇ ਨਾਲ ਉਹਦੀ ਕਟਿੰਗ ਕਰਦੇ ਹੋਏ ਉਹਦੀਆਂ ਫ੍ਰਿੰਜ ਬਣਾ ਦਿੱਤੀਆਂ ਜਾਂਦੀਆਂ ਨੇ ਔਰ ਇਸ ਫੁੱਟ ਦੇ ਨਾਲ ਬਹੁਤ ਸੋਹਣੇ ਫ੍ਰਿੰਜਸ ਬਣਦੀਆਂ ਨੇ ਔਰ ਫ੍ਰਿੰਜ ਫੁੱਟ ਝਾਲਰਾਂ ਬਣਾਉਣ ਲਈ ਵਰਤਿਆ ਜਾਂਦਾ। ਉਸ ਤੋਂ ਬਾਅਦ ਨੈਕਸਟ ਸਾਡੇ ਕੋਲ ਆ ਰਿਹਾ ਐਮਬਰਾਇਡਰੀ ਫਲਾਵਰ ਸਟਿਚ ਫੁੱਟ। ਹੁਣ ਫਲਾਵਰ ਸਟਿਚ ਫੁੱਟ ਤੁਹਾਡੇ ਕੋਲ ਰਾਉਂਡ ਜਿਹਾ ਫੁੱਟ ਦਿਖ ਰਿਹਾ ਔਰ ਇਹਦਾ ਕੰਮ ਵੀ ਬਹੁਤ ਵਧੀਆ ਹੈ, ਇਹ ਫਲਾਵਰਸ ਬਣਾਉਂਦਾ ਹੈ। ਦੇਖੋ ਤੁਹਾਡੇ ਕੋਲ ਫੁੱਟ ਆ, ਫਲਾਵਰ ਸਟਿਚ ਫੁੱਟ ਹੈ ਔਰ ਫੁੱਟ ਦੇ ਵਿੱਚ ਦੇਖੋ ਕਿੰਨੇ ਤਰ੍ਹਾਂ ਦੇ ਫਲਾਵਰ ਪੈਟਰਨ ਬਣ ਰਹੇ ਨੇ, ਹੈ ਨਾ, ਫਲਾਵਰਸ ਬਣ ਰਹੇ ਨੇ, ਯਾਨੀ ਰਾਉਂਡ ਕਲਰ ਦੇ ਰਾਉਂਡ ਵਿੱਚ ਅਸੀਂ ਕਈ ਤਰ੍ਹਾਂ ਦਾ ਫਲਾਵਰਸ ਦਾ ਇਸ ਫੁੱਟ ਤੋਂ ਕੰਮ ਲੈ ਸਕਦੇ ਹਾਂ, ਯਾਨੀ ਕਿ ਫਲਾਵਰ ਸਟਿਚ ਦਾ ਫੁੱਟ ਦਾ ਇਸਤੇਮਾਲ ਫਲਾਵਰਸ ਬਣਾਉਣ ਲਈ ਅਸੀਂ ਕਰ ਸਕਦੇ ਹਾਂ, ਠੀਕ ਹੈ। ਉਸ ਤੋਂ ਬਾਅਦ ਨੈਕਸਟ ਸਾਡੇ ਕੋਲ ਆ ਰਿਹਾ ਇਲਾਸਟਿਕ ਪੈਰ। ਹੁਣ ਤੁਹਾਡੇ ਕੋਲ ਪੈਰ ਦਿਖ ਰਿਹਾ, ਹੁਣ ਇਹਦੇ ਨਾਲ ਕੀ ਹੁੰਦਾ, ਇਹਦੇ ਨਾਲ ਲੱਗਦੀ ਹੈ ਇਲਾਸਟਿਕ ਫੁੱਟ ਦੇ ਨਾਲ ਇਲਾਸਟਿਕ ਲੱਗਦੀ ਹੈ। ਕਿਵੇਂ ਲੱਗਦੀ ਹੈ ਇਹ ਵੀ ਤੁਹਾਨੂੰ ਦਿਖਾਉਂਦੀ ਆ। ਨੈਕਸਟ ਪਿਕਚਰ ਦੇ ਵਿੱਚ ਦੇਖੋ ਇਲਾਸਟਿਕ ਪੈਰ ਦੇ ਵਿੱਚੋਂ ਦੀਆਂ ਪਾਸ ਹੋ ਰਹੀ ਹੈ ਔਰ ਉਹਦੇ ਉੱਪਰ ਸਲਾਈ ਵੀ ਲੱਗ ਰਹੀ ਹੈ, ਠੀਕ ਹੈ। ਇਲਾਸਟਿਕ ਪੈਰ ਦੇ ਵਿੱਚੋਂ ਦੀਆਂ ਆਰਾਮ ਨਾਲ ਨਿਕਲ ਰਹੀ ਹੈ ਔਰ ਕੱਪੜੇ ਦੇ ਉੱਪਰ ਇਲਾਸਟਿਕ ਲੱਗ ਰਹੀ ਹੈ, ਯਾਨੀ ਕਿ ਇਲਾਸਟਿਕ ਸਟਿਚਿੰਗ ਫੁੱਟ ਦੇ ਨਾਲ ਅਸੀਂ ਇਲਾਸਟਿਕ ਬਹੁਤ ਆਸਾਨੀ ਦੇ ਨਾਲ ਕੱਪੜਿਆਂ ਉੱਪਰ ਲਗਾ ਸਕਦੇ ਹਾਂ। ਇਹ ਜੋ ਅਟੈਚਮੈਂਟਸ ਦਾ ਸਾਨੂੰ ਇੰਨਾ ਬੈਨੀਫਿਟ ਹੁੰਦਾ ਹੈ। ਉਸ ਤੋਂ ਬਾਅਦ ਆਂਦਾ ਰਾਉਂਡ ਬੀਡ ਫੁੱਟ, ਯਾਨੀ ਕਿ ਬੀਡਸ ਲਗਾਣਾ। ਹੁਣ ਨੈਕਸਟ ਪਿਕਚਰ ਦੇ ਵਿੱਚ ਤੁਸੀਂ ਦੇਖੋਗੇ ਕਿ ਰਾਉਂਡ ਬੀਡ ਫੁੱਟ ਕਿਵੇਂ ਕੰਮ ਕਰਦਾ ਹੈ। ਰਾਉਂਡ ਬੀਡ ਫੁੱਟ ਦੀ ਪਿਕਚਰ ਸ਼ਾਇਦ ਨਹੀਂ ਹੈਗੀ ਇਹਦੇ ਵਿੱਚ, ਬੀਡਿੰਗ ਲੱਗ ਰਹੀ ਹੈ, ਠੀਕ ਹੈ, ਬੀਡ ਲੱਗ ਰਹੇ ਨੇ, ਮੋਤੀ ਲੱਗ ਰਹੇ ਨੇ, ਫੁੱਟਸ ਦੇ ਵਿੱਚੋਂ ਮੋਤੀ ਆਸਾਨੀ ਨਾਲ ਨਿਕਲ ਜਾਂਦੇ ਨੇ ਔਰ ਉਹਦੇ ਉੱਪਰ ਕੀ ਹੈ, ਮੋਤੀਆਂ ਦੇ ਉੱਪਰ ਟਾਂਕਾ ਪੈ ਜਾਂਦਾ ਹੈ ਔਰ ਕੀ ਹੈ, ਬੀਡਸ ਲੱਗ ਜਾਂਦੇ ਨੇ, ਬੜੇ ਸਫਾਈ ਦੇ ਨਾਲ ਬੀਡ ਲੱਗ ਜਾਂਦੇ ਨੇ। ਉਸ ਤੋਂ ਬਾਅਦ ਨੈਕਸਟ ਆ ਰਿਹਾ ਸਾਟਨ ਸਟਿਚ ਫੁੱਟ, ਯਾਨੀ ਕਿ ਜਿਹਦੇ ਨਾਲ ਅਸੀਂ ਸਾਟਨ ਪਾਉਂਦੇ ਹਾਂ, ਸਾਟਨ ਸਟਿਚ ਪਾਉਂਦੇ ਹਾਂ। ਸਾਟਨ ਸਟਿਚ ਦਾ ਫੁੱਟ ਪਾਣਾ ਜਿਹਦੇ ਨਾਲ ਉਹ ਕਲੋਜ਼ਲੀ ਸਾਟਨ ਯੂਜ਼ ਕਰਦਾ, ਚਾਹੇ ਚੌੜਾ ਹੋਵੇ ਚਾਹੇ ਉਹਦੇ ਸਾਈਜ਼ ਕੁਝ ਵੀ ਹੋਵੇ। 0 ਤੋਂ 4 ਤੱਕ ਅਸੀਂ ਕੀ ਹੈ ਸਟਿਚ ਇਸਤੇਮਾਲ ਕਰ ਸਕਦੇ ਹਾਂ ਸਾਟਨ ਸਟਿਚ ਪੈਰ ਦੇ ਵਿੱਚ। ਉਸ ਤੋਂ ਬਾਅਦ ਨੈਕਸਟ ਸਾਡਾ ਆ ਰਿਹਾ ਇਹ ਜਿਹੜਾ ਮੇਰਾ ਚੈਪਟਰ ਸੀਗਾ ਸਾਟਨ ਸਟਿਚ ਫੁੱਟ ਤੱਕ ਤੁਹਾਡਾ ਪੈਰ ਜਿੰਨੇ ਵੀ ਟਾਈਪ ਦੇ ਪੈਰ ਹੈਗੇ ਨੇ, ਜੋ ਕੰਮ ਹੋ ਰਿਹਾ ਸੀ ਉਹਨਾਂ ਤੋਂ ਜਿਸ ਤਰ੍ਹਾਂ ਦਾ ਕੰਮ ਲੈ ਰਹੇ ਹਾਂ
ਉਹ ਸਾਰਾ ਤੁਹਾਨੂੰ ਉਹਦੇ ਵਿੱਚ ਦੱਸਿਆ ਹੈ zigzagging ਮਸ਼ੀਨ ਦਾ ਕਿੱਥੇ ਕਿੱਥੇ ਯੂਜ਼ ਹੁੰਦਾ ਹੈ, ਕਿ ਫਿਨਿਸ਼ਿੰਗ ਲਈ, ਕਿ ਉਹ ਡੈਕੋਰੇਸ਼ਨ ਲਈ, ਹੈ ਨਾ, ਕਿ ਉਹ ਸੀਮਸ ਜੋੜਨ ਲਈ। ਇਹ ਜਿਹੜਾ ਚੈਪਟਰ ਸੀਗਾ ਸਾਰਾ zigzag ਮਸ਼ੀਨ ਔਰ ਐਮਬਰਾਇਡਰੀ ਦੇ ਉੱਪਰ ਸੀਗਾ। ਅਗਰ ਇਸ ਤੋਂ ਇਲਾਵਾ ਕਿਸੇ ਦੀ ਹੁਣ ਕੋਈ ਕੁਐਰੀ ਹੈਗੀ ਹੈ ਤਾਂ ਉਹ ਮੈਨੂੰ ਪੁੱਛ ਸਕਦਾ ਹੈ, ਔਰ ਆਪਣੇ ਜੋ ਹੈਂਡ ਰੇਜ਼ ਕਰ ਰਹੇ ਸੀ ਹੁਣ ਆਪਣੀ ਕੁਐਰੀ ਕਰੋ। ਕਿਸੇ ਦੀ ਕੋਈ ਕੁਐਰੀ ਹੈਗੀ ਹੈ ਤਾਂ ਬੱਚੇ ਉਹ ਆਪਣੇ ਕਰ ਸਕਦੇ ਆ। ਮਨਦੀਪ ਕੌਰ हैंड रेज किया, अपना माइक ऑन करो और बच्चे तुसी क्वेश्चन कर सकते हो। मनदीप कौर अपना हैंड रेज किया, तुसी क्वेश्चन करो क्योंकि टाइम बहुत घट है, मीटिंग स्टॉप हो जानी है। जेडे बच्चे हैंड रेज कर रहे सी प्लीज अपने क्वेश्चन कर सकते आओ। मनदीप कौर किसी बच्चे की कोई क्वेरी नहीं हैगी? ठीक है मैम, मैं लगता क्वारी किसी बच्चे की है नहीं। हाँ जी सर ठीक है।